ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ੍ਰੀ ਰਾਗ ਮਹੱਲਾ ਪੰਜਵਾ। ਰਸਨਾ ਸੱਚਾ ਸਿਮਰੀਐ ਮਨ ਤਨ ਨਿਰਮਲ ਹੋਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਆਪ ਸਰਬੱਤ ਸੰਗਤਾਂ ਜੋ ਵੀ ਮਾਈ ਭਾਈ ਸਤਿਗੁਰਾਂ ਦੀ ਪਾਵਨ ਹਜ਼ੂਰੀ ਵਿੱਚ ਬੈਠੇ ਹੋ, ਆਓ ਮਨ ਬੇਤੀਆਂ ਇਕਾਗਰ ਕਰੋ। ਸਤਿਗੁਰਾਂ ਦੀ ਅੰਮ੍ਰਿਤਮਈ ਬਾਣੀ ਦੀ ਜੋ ਲੜੀਵਾਰ ਕਥਾ ਹੈ, ਉਸ ਦਾ ਪ੍ਰਭਾਵ ਸ੍ਰੀ ਰਾਗ ਵਿੱਚ ਪੰਜਵੇਂ ਪਾਤਸ਼ਾਹ ਦੇ ਅੰਮ੍ਰਿਤ ਵਚਨ ਹਨ। ਆਓ ਮਨ ਬੇਤੀਆਂ ਇਕਾਗਰ ਕਰੋ। ਸਤਿਗੁਰਾਂ ਦੀ ਜਿਸ ਪ੍ਰਕਾਰ ਵਿਚਾਰ ਆ ਰਹੀ ਹੈ, ਸੁਣੋ ਜੀ। ਸ੍ਰੀ ਰਾਗ ਮਹੱਲਾ ਪੰਜਵਾ। ਸ੍ਰੀ ਰਾਗ ਦੇ ਅੰਦਰ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਫਰਮਾਉਂਦੇ ਹਨ, ਰਸਨਾ ਸੱਚਾ ਸਿਮਰੀਐ। ਇਹ ਭਾਈ, ਰਸਨਾ ਜੀਵ ਦਾ ਨਾਮ ਹੈ। ਇਹਦੇ ਨਾਲ ਪਰਮਾਤਮਾ ਦਾ ਸਿਮਰਨ ਕਰੀਏ, ਯਾਦ ਕਰੀਏ। ਇਹ ਜਿਹੜਾ ਜੀਵ ਹੈ ਸਾਡੀ, ਇਹਦੀ ਗਿਣਤੀ ਦੋ ਥਾਂ ਤੇ ਹੈ। ਜਦੋਂ ਤਾਂ ਇਹਦੇ ਨਾਲ ਆਵਾਜ਼ ਕੋਈ ਬਚਨ ਕਰਦੇ ਆ, ਉਸ ਵੇਲੇ ਕਰਮਿੰਦਰ ਹੈ, ਇਹਨੂੰ ਉਸ ਵੇਲੇ ਜੀਵ ਕਿਹਾ ਜਾਂਦਾ ਹੈ। ਜਦੋਂ ਇਹ ਖੱਟਾ ਮਿੱਠਾ ਜਾਂ ਕੋਈ ਸਵਾਦਲੀ ਚੀਜ਼ ਦਾ ਰਸ ਗਿਆਨ ਦਿੰਦੀ ਹੈ ਵੀ ਇਹ ਸਲੂਣੀ ਹੈ ਜਾਂ ਖੱਟੀ ਮਿੱਠੀ ਹੈ, ਤੇ ਉਹ ਰਸਾਂ ਨੂੰ ਲੈਣ ਕਰਕੇ ਇਹਦਾ ਨਾਮ ਰਸਨਾ ਹੈ। ਇਸ ਕਰਕੇ ਇਹਦੀ ਗਿਣਤੀ ਦੋ ਥਾਂ ਤੇ ਹੈ। ਇਹ ਕਿਹਾ ਹੈ ਰਸਨਾ ਸੱਚਾ ਸਿਮਰੀ ਹੈ। ਰਸਨਾ ਦੁਆਰਾ ਉਸ ਪਰਮੇਸ਼ਰ ਵਾਹਿਗੁਰੂ ਦਾ ਸਿਮਰਨ ਕਰੀਏ, ਮਨ ਤਨ ਨਿਰਮਲ ਹੋਏ। ਇਹ ਹੋਏਗਾ ਮਨ ਵੀ ਤਨ ਵੀ ਨਿਰਮਲ ਸੁੱਧ ਹੋ ਜਾਏਗਾ। ਭਾਵ ਕੀ ਹੈ ਕਿ ਜੀਵ ਕਰਕੇ ਤਾਂ ਕਰੀਏ ਜਾਪ, ਮਨ ਕਰਕੇ ਮਨ ਮਹਿ ਸਿਮਰਨ ਕਰਿਆ। ਤੇ ਮਨ ਕਰਕੇ ਸਿਮਰਨ ਕਰੀਏ, ਜਿਹਦੇ ਨਾਲ ਮਨ ਤੇ ਤਨ ਜਿਹੜਾ ਦੋਨੇ ਹੀ ਨਿਰਮਲ ਨਾਮ ਸੁੱਧਦਾ ਹੈ। ਇਹਦੇ 'ਚ ਪਾਪਾਂ ਦੀ ਮੈਲ ਜਿਹੜੀ ਸਰੀਰ ਨੂੰ, ਤਨ ਨੂੰ, ਮਨ ਨੂੰ ਲੱਗੀ ਹੈ, ਸਰੀਰ ਕਰਕੇ ਪਾਪ ਕਰਦਾ ਰਿਹਾ, ਮਨ ਕਰਾਉਂਦਾ ਰਿਹਾ, ਦੋਨਾਂ ਨੂੰ ਇਹ ਪਾਪ ਲੱਗਦੇ ਆ। ਸੁੱਧ ਹੋ ਜਾਏਗਾ। ਮਾਤ ਪਿਤਾ ਸਾਕ ਅਗਲੇ। ਅਗਲੇ ਦਾ ਅਰਥ ਹੈ ਬਹੁਤੇ, ਭਾਵੇਂ ਮਾਤਾ ਹੈ, ਪਿਤਾ ਹੈ, ਹੋਰ ਰਿਸ਼ਤੇਦਾਰ ਸੰਬੰਧੀ ਹਨ। ਬਹੁਤੇ ਜਿਹੜੇ ਹੈ ਰਿਸ਼ਤੇਦਾਰ ਹਨ। ਤੇ ਜੋ ਅਗਲੇ ਦਾ ਅਰਥ ਹੈ ਵੀ ਬਹੁਤੇ ਲੰਮੇ ਸਮੇਂ ਦੇ ਨੇ। ਜਿਵੇਂ ਮਾਤਾ, ਜਨਮ ਤੋਂ ਹੀ ਉਹ ਰਿਸ਼ਤਾ ਮਾਤਾ ਦਾ ਹੋ ਗਿਆ, ਪਿਤਾ ਦਾ ਹੋ ਗਿਆ। ਚਲੋ ਭੈਣ ਭਰਾਵਾਂ ਦੇ ਰਿਸ਼ਤੇ ਪਹਿਲਾਂ ਜਨਮ ਲੈਣ ਤੋਂ, ਮਾਤਾ ਪਿਤਾ ਤੋਂ, ਭੈਣ ਭਰਾ ਤੇ ਤੋਂ ਵੱਡੇ ਵੀ ਹੋ ਸਕਦੇ ਆ, ਉਹ ਵੀ ਪਹਿਲਾਂ ਦੇ ਹੋਏ, ਬਾਅਦ ਦੇ ਵਿੱਚ ਵੀ ਹੋ ਸਕਦੇ ਆ। ਪਰ ਮਾਤਾ ਪਿਤਾ ਜਿਹੜੇ ਨੇ ਇਹ ਪਹਿਲਾਂ ਤੋਂ ਬਣੇ ਜਾਂਦੇ ਆ। ਪੁਰਾਣੇ ਸਾਕ ਹਨ, ਮਾਮਾ ਨਾਨਾ ਜਾਂ ਹੋਰ ਜਿਹੜੇ ਰਿਸ਼ਤੇਦਾਰ ਨੇ, ਕਿ ਕੁਝ ਸਾਕ ਉਹ ਜਿਹੜੇ ਤੇਰੇ ਅੱਗੇ ਜਿਵੇਂ ਸ਼ਾਦੀ ਹੋਣ ਤੋਂ ਸਹੁਰਿਆਂ ਦਾ ਹੋ ਗਿਆ, ਆਪਣੇ ਬੱਚਿਆਂ ਦਾ ਹੋ ਗਿਆ। ਇਹ ਸਾਰੇ ਜਿੰਨੇ ਵੀ ਸਾਕ ਰਿਸ਼ਤੇ ਨਾਤੇ ਹਨ, ਜਿੰਨੇ ਵੀ ਹੈ ਸੰਬੰਧੀ ਨਵੇਂ ਨੇ ਜਾਂ ਪੁਰਾਣੇ ਨੇ, ਅਨਾਦੀ ਕਾਲ ਦੇ ਨੇ, ਸ਼ੁਰੂ ਤੋਂ ਜਾਂ ਬਾਅਦ ਵਿੱਚ ਰਿਸ਼ਤੇ ਬਣ ਗਏ, ਜਿੰਨੇ ਵੀ ਰਿਸ਼ਤੇ ਹਨ। ਤਿਸ ਬਿਨ ਔਰ ਨ ਕੋਇ। ਇਹ ਤੂੰ ਯਾਦ ਰੱਖੀ ਵੀ ਤੇਰੀ ਸਹਾਇਤਾ ਕਰਨ ਵਾਲਾ ਕੋਈ ਨਹੀਂ ਹੈ। ਚਾਹੇ ਮਾਤਾ ਪਿਤਾ ਨੇ ਪਹਿਲੇ ਨੇ, ਚਾਹੇ ਬਾਅਦ ਚ ਨਵੇਂ ਰਿਸ਼ਤੇਦਾਰ ਬਣੇ ਨੇ, ਤੇਰੇ ਨਾਲ ਤੋੜ ਨਿਭਾਉਣ ਵਾਲਾ ਕੋਈ ਰਿਸ਼ਤਾ ਨਾਤਾ ਸੰਸਾਰ ਦਾ ਹੈ ਨਹੀਂ। ਤੇ ਜਦੋਂ ਵਾਹਿਗੁਰੂ ਨੇ ਆਪਣੀ ਜੋਤ ਤੇਰੇ ਵਿੱਚੋਂ ਖਿੱਚ ਲਈ, ਇਹਨਾਂ ਨੇ ਮੜੀਆਂ 'ਚ ਤਿਣਕੇ ਤੋੜ ਕੇ ਆਉਣਾ। ਫਿਰ ਵੀ ਤੇਰੇ ਨਾਲ ਸਾਡਾ, ਤਿਣਕੇ ਤੋੜਨ ਦਾ ਮਤਲਬ ਇਹੀ ਹੁੰਦਾ ਹੈ ਵੀ ਤੇਰੇ ਨਾਲ ਸਾਡਾ ਸੰਬੰਧ ਟੁੱਟਿਆ, ਹੁਣ ਤੂੰ ਕਿਤੇ ਪ੍ਰੇਤ ਬਣ ਕੇ ਜਾਂ ਕੁਝ ਹੋਰ ਸਾਨੂੰ ਦੁੱਖ ਨਾ ਦੇ, ਤੇਰੇ ਨਾਲ ਰਿਸ਼ਤਾ ਤੋੜਿਆ। ਇਹ ਸੰਸਾਰ ਦੇ ਰਿਸ਼ਤੇ ਐਸੇ ਹਨ। ਮਹਾਰਾਜ ਕਹਿੰਦੇ, ਮਿਹਰ ਕਰੇ ਜੇ ਆਪਣੀ। ਜੇ ਵਾਹਿਗੁਰੂ ਆਪਣੀ ਮਿਹਰ ਦਇਆ ਦ੍ਰਿਸ਼ਟੀ ਕਰ ਦੇਵੇ, ਚਸਾ ਨਾ ਵਿਸਰੈ ਸੋਏ। ਉਹ ਚਸਾ ਪਰ ਥੋੜੇ ਸਮੇਂ ਦਾ ਨਾਂ ਹੈ। ਚਸਾ ਮਾਤਰ ਵੀ ਉਹ ਵਾਹਿਗੁਰੂ ਪਰਮਾਤਮਾ ਭੁੱਲੇ ਨਾ। ਇਹਦੇ ਵਿੱਚ ਗਿਣਤੀ ਹੈ ਥੋੜੀ ਬਹੁਤ, ਥੋੜੀ ਸਮਝਣ ਦੀ ਲੋੜ ਹੈ। ਇਹ ਪਹਿਲਾਂ ਵੀ ਆਈ ਹੈ, ਅੱਗੇ ਨੂੰ ਵੀ ਆਏਗੀ।
ਜਿਹੜਾ ਨਿਮਕ ਸ਼ਬਦ ਹੈ, ਨਿਮਕ ਸ਼ਬਦ ਨਿਮੇਖ ਅੱਖਾਂ ਦੇ ਝਮਕਣ ਤੋਂ, ਜੇ ਜਦੋਂ ਪਲਕਾਂ ਨਾਲ ਪਲਕਾਂ ਲਾ ਕੇ ਖੁੱਲਦੀਆਂ ਨੇ ਇੱਕ ਨਿਮਕ ਮੰਨਦੇ ਆ ਵਿਦਵਾਨ। ਤੇ ਕੁਝ ਅੱਖ ਢੱਕਦੇ ਸੁੱਕੇ ਪੱਤੇ ਵਿੱਚ ਸੂਈ ਮਾਰੀਏ ਜੇ ਟਿਕਦੀ ਆਵਾਜ਼ ਆਉਂਦੀ ਹੈ ਜਿੰਨੇ ਕੁ ਸਮੇਂ ਦੇ ਵਿੱਚ, ਉਹ ਕਹਿੰਦੇ ਨੇ ਉਸ ਵੇਲੇ 4 ਖਿਣ ਬਤੀਤ ਹੋ ਜਾਂਦੇ। ਤੇ ਵਿਦਾਂਤ ਮਤ ਵਾਲੇ ਕਹਿੰਦੇ ਆ ਘੱਟ ਸ਼ਬਦ ਕਹਿਣ ਦੇ ਨਾਲ 2 ਖਿਣ ਬਤੀਤ ਹੋ ਜਾਂਦੇ ਨੇ। ਇਹ ਸਮੇਂ ਦੀ ਬਾਤ ਹੈ, ਇਹਨੂੰ ਨਿਮਕ ਕਹਿੰਦੇ ਨੇ। ਤੇ ਗੁਰੂ ਨਾਨਕ ਸਾਹਿਬ ਨੇ ਨਵੇਂ ਸਮਾਂ ਜਿਹੜਾ ਇਹਨੂੰ ਬਹੁਤ ਬਰੀਕੀ ਤੱਕ ਮਾਪਿਆ, ਤੇ ਮਹਾਰਾਜ ਸਾਹਿਬ ਨੇ ਇਦੋਂ ਵੀ ਘੱਟ ਸਮਾਂ ਜਿਹੜਾ ਹੋਰ ਉਹਦੀ ਵੀ ਮਹਾਰਾਜ ਸਾਹਿਬ ਨੇ ਵਿਚਾਰ ਕੀਤੀ ਹੈ। ਤੇ ਜਿਹਦੇ ਵਿੱਚ ਸਭ ਤੋਂ ਘੱਟ ਸਮਾਂ ਜਿਹੜਾ ਹੈ ਉਹ ਬਿੰਦ ਹੈ। ਬਿੰਦ ਤੋਂ ਵੱਡਾ ਸਮਾਂ ਜਿਹੜਾ ਉਹ ਚੁੱਖ ਹੈ, ਚੁੱਖ ਤੋਂ ਵੱਡਾ ਕਿ ਨਿਮਕ ਹੈ। ਉਹ ਇਹਦੀ ਸਮਝ ਇਸ ਤਰ੍ਹਾਂ ਹੋਊਗੀ, ਜਿਹੜਾ ਨਿਮਕ ਹੈ, ਦੇਖ ਲਓ ਪਹਿਲਾਂ ਤਾਂ ਨਿਮਕ ਹੀ ਕਿੰਨਾ ਕੁ ਸਮਾਂ, ਥੋੜਾ ਜਿਹਾ ਹੀ ਹੈ ਨਾ। ਨਿਮਕ ਦੇ 6 ਹਿੱਸੇ ਕਰ ਲਈਏ, ਜਿਹੜਾ 6ਵਾਂ ਹਿੱਸਾ ਹੈ ਉਹਨੂੰ ਫਿਰ ਚੁੱਖ ਕਿਹਾ ਜਾਏਗਾ। ਤੇ ਚੁੱਖ ਦੇ ਫਿਰ 6 ਹਿੱਸੇ ਕਰ ਲਈਏ, ਉਹਨੂੰ ਬਿੰਦ ਕਿਹਾ ਜਾਏਗਾ। ਸੇਵੀ ਸਾਹਿਬ ਆਪਰਨਾ ਅਵਰਨਾ ਜਾਚੋਂ ਕੋਏ, ਤੇ ਇਹਦੇ ਵਿੱਚ ਫਿਰ ਅੱਗੇ ਬਿੰਦ ਬਿੰਦ ਤੇ ਚੁੱਖ ਚੁੱਖ ਦੀ 2 ਗੱਲ ਕੀਤੀ ਹੈ ਮਹਾਰਾਜ। ਸਾਹਿਬ ਤੇਰੇ ਨਾਮ ਵਿਟੋਂ ਬਿੰਦ ਬਿੰਦ ਚੁੱਖ ਚੁੱਖ ਹੋਏ। ਇੱਥੇ ਮਹਾਰਾਜ ਨੇ ਸਮੇਂ ਦੀ ਬਰੀਕੀ ਦੀ ਗੱਲ ਕੀਤੀ ਹੈ। ਇੰਨਾ ਇਹ ਬਰੀਕ ਸਮਾਂ, ਜਿਵੇਂ ਗਿਣਤੀ 2 ਤਰ੍ਹਾਂ ਦੀ ਕਰਦੇ ਆ ਨਾ, 0 ਤੋਂ ਬਾਅਦ ਮੈਨਸ ਵਾਲੇ ਪਾਸੇ ਨੂੰ ਗਿਣਤੀ ਕਰਦੀ ਹੈ ਤੇ 0 ਤੋਂ ਉੱਪਰ ਨੂੰ, ਇਸੇ ਤਰ੍ਹਾਂ ਇਹ ਵੀ ਗਿਣਤੀ ਹੈ। ਉਹ ਕਹਿੰਦੇ ਜੀ 15 ਹੁਣ ਇਹ ਨਿਮਕ ਦੀ ਬਾਤ ਆ ਗਈ ਵੀ ਨਿਮਕ ਇੰਨਾ ਘੱਟ ਸਮਾਂ, ਚੁੱਖ ਉਦੋਂ ਘਟਾ 6ਵਾਂ ਹਿੱਸਾ, ਤੇ ਬਿੰਦ ਉਦੋਂ ਵੀ। ਕਹਿੰਦਾ ਬਿੰਦਕ ਮੇਰੀ ਗੱਲ ਸੁਣੀ, ਪਰ ਇਹ ਥੋੜੀ ਪਤਾ ਵੀ ਬਿੰਦ ਹੁੰਦਾ ਕੀ ਹੈ। ਇਹ ਤਾਂ ਹੁਣ ਤੁਹਾਨੂੰ ਕਥਾ ਸੁਣਦੇ ਆ, ਇਹਦੇ ਚ ਇਹੋ ਜਿਹੀਆਂ ਗੱਲਾਂ ਦਾ ਪਤਾ ਲੱਗੂਗਾ। ਇਸ ਕਰਕੇ ਜਿਹੜਾ 15 ਵਾਰੀ ਜਿਹੜੀ ਅੱਖ ਝਮਕਣ ਦੇ ਸਮੇਂ ਨੂੰ ਆਪਾਂ ਨਿਮਕ ਮੰਨ ਲਈਏ, 15 ਨਿਮਕ ਇਕੱਠੇ ਕਰੀਏ ਤਾਂ ਇੱਕ ਵਿਸੂਆ ਬਣਦਾ ਹੈ। ਤੇ ਕੀਰਤਨ ਸੋਹਲੇ ਵਿੱਚ ਮਹਾਰਾਜ ਨੇ ਇਹ ਵਿਸੂਏ ਚਸਿਆ ਘੜੀਆ ਪਹਿਰਾ ਥਿਤੀ ਵਾਰੀ, ਮੈਂ ਇੱਕ ਲਾਈਨ 'ਚ ਸਾਰਾ ਕੈਲੰਡਰ ਗਿਣ ਦਿੱਤਾ ਮਹਾਰਾਜ ਨੇ। ਜਿਹੜੇ ਹੁਣ ਲੋਕ ਕੈਲੰਡਰ ਲਈ ਫਿਰਦੇ ਆ ਨਾ, ਗੁਰੂ ਨਾਨਕ ਨੇ ਇੱਕ ਤੁਕ ਦੇ ਵਿੱਚ ਇਹ ਸਾਰਾ ਗਿਆਨ ਦਿੱਤਾ ਹੋਇਆ। ਉਹਦੇ 'ਚ ਫਿਰ 15 ਨਿਮਕ ਇਕੱਠੇ ਕਰ ਲਈਏ, ਇੱਕ ਵਿਸੂਆ ਬਣਿਆ। 15 ਵਿਸੂਆਂ ਦਾ ਇੱਕ ਚਸਾ ਬਣਿਆ। ਇਹ ਜਿਹੜਾ ਚਸਾ ਹੈ ਤੇ 15 ਚਸੇ ਜਿਹੜੇ ਨੇ ਉਹਨਾਂ ਦਾ ਅਸਾਸ ਜੀ 30 ਚਸਿਆਂ ਨੂੰ ਇਕੱਠੇ ਕਰ ਲਈਏ। ਫਿਰ 30 ਚਸਿਆਂ ਨੂੰ ਇਕੱਠੇ ਕਰ ਲਈਏ ਤੇ ਇਸ ਤੋਂ ਅੱਗੇ ਫਿਰ ਇੱਕ ਘੜੀ ਜਿਹੜੀ ਆ 60 ਪਲਾਂ ਦੀ ਘੜੀ ਬਣਦੀ ਹੈ। ਇੱਕ ਪਲ ਬਣਦਾ 15 ਵਿਸਿਆਂ ਦਾ ਇੱਕ ਚਸਾ ਹੋ ਗਿਆ, ਤੇ ਥੋੜਾ ਜਿਹਾ ਸਮਾਂ 30 ਚਸਿਆਂ ਦਾ ਇੱਕ ਪਲ ਹੁੰਦਾ ਹੈ। 30 ਚਸੇ ਇਕੱਠੇ ਕਰ ਲਈਏ, ਇੱਕ ਪਲ ਹੋ ਗਿਆ। ਤੇ 60 ਪਲ ਇਕੱਠੇ ਕਰੀਏ ਤਾਂ ਇੱਕ ਘੜੀ ਬਣਦੀ ਹੈ। ਜੇ ਹੁਣ ਦੇ ਹਿਸਾਬ ਨਾਲ ਸਮਝਣਾ ਤੇ 24 ਮਿੰਟ ਦੀ ਘੜੀ ਹੁੰਦੀ ਹੈ। ਤਾਂ ਉਸ ਘੜੀਆਂ ਨੂੰ ਫਿਰ ਇਕੱਠੇ ਕਰ ਲਈਏ, 7.5 ਘੜੀਆਂ ਜੋੜ ਲਈਏ ਤਾਂ ਇੱਕ ਪਹਿਰ ਬਣ ਗਿਆ। 8 ਪਹਿਰ ਜੋੜ ਲਈਏ ਤਾਂ ਇੱਕ ਥਿੱਤ ਬਣ ਗਈ। 15 ਥਿੱਤਾਂ ਜੋੜ ਲਈਏ ਇੱਕ ਪੱਖ ਬਣ ਗਿਆ, ਹਨੇਰਾ ਜਾਂ ਚਾਨਣ। 2 ਪੱਖ ਜੋੜ ਲਈਏ ਇੱਕ ਮਾਹੋ ਹੋਆ, ਮਹੀਨਾ ਹੋ ਗਿਆ। ਤੇ 2 ਮਹੀਨੇ ਜੋੜ ਲਈਏ ਇੱਕ ਰੁੱਤ ਹੋ ਗਈ। 6 ਰੁੱਤਾਂ ਨੇ ਇਹ ਸਾਰੀਆਂ। ਤੇ ਇਹਨਾਂ 6 ਰੁੱਤਾਂ ਨੂੰ ਇਕੱਠੇ ਕਰ ਲਈਏ ਤੇ ਇੱਕ ਸਮਝ ਲਓ ਵੀ ਸਾਲ ਬਣ ਜਾਂਦਾ ਹੈ। ਉਹਦੇ ਵਿੱਚ ਉਤਰਾਇਣ ਤੇ ਦੁਖਰਾਇਣ 2 ਪੱਖ ਆ ਜਾਂਦੇ ਨੇ 6-6 ਮਹੀਨੇ ਦੇ। 12 ਸਾਲ ਇਕੱਠੇ ਕਰ ਲਈਏ ਇੱਕ ਕੁੰਭ ਬਣਦਾ ਜਿਹੜਾ 12 ਸਾਲ ਬਾਅਦ ਹੁੰਦਾ। ਤੋ ਇੱਥੇ ਮਹਾਰਾਜ ਕਹਿੰਦੇ ਮਿਹਰ ਕਰੇ ਜੇ ਆਪਣੀ, ਜੇ ਵਾਹਿਗੁਰੂ ਮਿਹਰ ਕਰ ਦੇਵੇ। ਦੁਬਾਰੇ ਬੋਲੋ ਜੀ, ਚਸਾ ਚਸਾ ਨਾ ਵਿਸਰੈ ਸੋਏ। ਇਹ ਚਸਾ ਜਿੰਨਾ ਸਮਾਂ ਵੀ ਵਾਹਿਗੁਰੂ ਭੁੱਲੇ ਨਾ ਸਾਨੂੰ ਕਦੇ, ਇੰਨਾ ਘੱਟ ਸਮਾਂ ਵੀ ਕਦੇ ਭੁੱਲੇ ਨਾ। ਮਨ ਮੇਰੇ ਸਾਚਾ ਸੇਵ ਜਿਚਰ ਸਾਸ। ਇਹ ਮੇਰੇ ਮਨ ਜਿਚਰ, ਜਿੰਨਾ ਚਿਰ ਤੇਰੇ ਸਾਹ ਚੱਲਦੇ ਆ, ਸਵਾਸ ਆ ਰਹੇ ਨੇ, ਜਾਨੀ ਅਜੇ ਮੌਤ ਨਹੀਂ ਆਈ, ਉਦੋਂ ਤੱਕ ਸੱਚੇ ਮਾਲਕ ਨੂੰ ਸੇਵਨਾ ਕਰ, ਯਾਨੀ ਪਰਮੇਸ਼ਰ ਦਾ ਸਿਮਰਨ ਕਰ, ਯਾਦ ਕਰ ਉਸ ਵਾਹਿਗੁਰੂ ਨੂੰ। ਬਿਨ ਸੱਚੇ ਸਭ ਕੂੜ ਹੈ। ਇਹ ਭਾਈ ਬਿਨਾਂ ਸੱਚੇ ਵਾਹਿਗੁਰੂ ਤੋਂ, ਪਰਮਾਤਮਾ ਤੋਂ ਬਿਨਾਂ ਸਭ ਕੁਝ ਕੂੜ, ਨਾਮ ਝੂਠ ਦਾ ਹੈ। ਤੂੰ ਝੂਠ ਨਾਲ ਹੀ ਜੁੜਿਆ ਹੋਇਆ ਹੈ, ਦੇਖਦਾ ਉਹ ਵੀ ਝੂਠ ਹੈ, ਬੋਲਦਾ ਉਹ ਵੀ ਝੂਠ ਹੈ। ਇਸ ਕਰਕੇ ਇੰਨਾ ਕਹਾ ਵੀ ਉਹਦੇ ਝੂਠ ਦੇ ਵਿੱਚ ਅੱਗੇ ਕਿਸਮਾਂ ਕਈ ਨੇ। ਹੈ ਤਾਂ ਸਭ ਕੁਝ ਝੂਠ, ਪਰ ਕਾਰਜ ਸਿੱਧੀ ਵਾਸਤੇ ਤੂੰ ਕਾਰਜ ਦੇ ਵਿੱਚ ਬੋਲਦਾ ਹੈ, ਉਹ ਜਾਇਜ਼ ਹੈ ਤੇਰੇ ਲਈ।
ਪਰ ਜਿਹੜਾ ਵਾਧੂ ਬੋਲਣਾ ਹੈ, ਬਹੁਤਾ ਬੋਲਣ, ਝੱਖਣ ਹੋਏ, ਝੱਖਾਂ ਮਾਰ ਰਿਹਾ ਤੂੰ, ਜਿਹਦੇ ਚ ਨਾਮ ਦੀ ਤਸੀਰ ਨਹੀਂ ਤੇਰੇ ਬੋਲਣ ਚ, ਉਹ ਝੱਖ ਹੈ, ਜਿੰਨੀ ਮਰਜ਼ੀ ਮਾਰ ਲੈ। ਤੇ ਇਸ ਕਰਕੇ ਝੱਖਾਂ ਝੱਖਣ ਵਾਲੀ ਬਾਤ ਹੈ। ਤੇ ਮਹਾਰਾਜ ਸਾਹਿਬ ਜੀ ਕਹਿੰਦੇ ਨੇ, ਭਾਈ ਪਰਮਾਤਮਾ ਦੇ ਨਾਮ ਤੋਂ ਬਿਨਾਂ ਸਭ ਕੁਝ ਝੂਠ ਕੂੜ ਹੈ। ਤੇ ਅੰਤ ਦੇ ਵੇਲੇ ਅੰਤੇ ਹੋਏ ਵਿਨਾਸ਼। ਇੱਕ ਹੁੰਦਾ ਨਾਸ, ਇੱਕ ਹੁੰਦਾ ਵਿਨਾਸ਼। ਵਿਨਾਸ਼ ਉਹ ਹੁੰਦਾ ਜਿਹੜਾ ਦੁਬਾਰੇ ਪੈਦਾ ਹੀ ਨਾ ਹੋ ਸਕੇ, ਜੜਾਂ ਤੋਂ ਪੱਟਿਆ ਜਾਏ ਦਰਖਤ, ਉਹ ਵਿਨਾਸ਼ ਹੋ ਗਿਆ। ਨਾਸ ਉਹਨੂੰ ਕਹਿੰਦੇ ਨੇ ਉੱਪਰ ਤੇ ਟਾਹਣੀਆਂ ਵੜਤੀਆਂ, ਦੁਬਾਰੇ ਫੇਰ ਹਰਾ ਹੋ ਗਿਆ। ਇਸ ਕਰਕੇ ਵਿਨਾਸ਼ ਹੋ ਜਾਏਗਾ। ਅੰਤ ਇਹ ਹੋਏ ਵੀਰਾ, ਤੇਰਾ ਅੰਤ ਨੂੰ ਸਵਾਸ ਖਤਮ ਹੋ ਗਏ ਤੇ ਨਾਸ ਹੋ ਜਾਏਗਾ, ਸਰੀਰ ਦੁਬਾਰੇ ਨਹੀਂ ਮਿਲੇਗਾ। ਸਾਈ ਦੇ ਕੇ ਫਰਮਾਉਂਦੇ ਨੇ, ਸਾਹਿਬ ਮੇਰਾ ਨਿਰਮਲਾ, ਮੇਰਾ ਸਾਹਿਬ ਮਾਲਕ ਨਿਰਮਲਾ, ਮਾਇਆ ਦੀ ਮੈਲ ਤੋਂ ਰਹਿਤ ਹੈ, ਸੁੱਧ ਸਰੂਪ ਹੈ, ਉਜਲ ਸਰੂਪ ਹੈ, ਜਿਸ ਬਿਨ ਰਹਿਣ ਨਾ ਜਾਏ। ਉਹ ਪਰਮਾਤਮਾ ਤੋਂ ਬਿਨਾ ਜਿਹੜੇ ਸੰਤ ਭਗਤ ਨੇ ਨਾਮ ਜਪਣਾ, ਉਹ ਕਹਿੰਦੇ ਰਹਿ ਨਹੀਂ ਹੁੰਦਾ ਉਹ ਤੋਂ ਬਿਨਾ। ਸੰਸਾਰ ਜਿਹੜਾ ਹੈ ਸਾਰਾ ਇਹ ਮਲੀਨਤਾ ਨੂੰ ਪ੍ਰਾਪਤ ਹੋਇਆ, ਫਿਰ ਉਹ ਪਰਮਾਤਮਾ ਲੇਸ ਮਾਤਰ ਵੀ ਮੈਲ ਨਹੀਂ ਉਹਨੂੰ, ਉਹ ਤੋਂ ਬਿਨਾ ਰਿਹਾ ਨਹੀਂ ਜਾਂਦਾ। ਕਹਿੰਦੇ ਐਸਾ ਸੁਭਾਅ ਬਣਾ ਲੈ, ਆਖਾਂ ਜੀਵਾਂ ਬਿਸਰੈ ਮਰ ਜਾਓ, ਇਹ ਅਵਸਥਾ ਬਣ ਜਾਵੇ ਤੇਰੀ। ਮੇਰਾ ਮਨ ਤਨ ਭੁੱਖ ਅਤ ਅਗਲੀ, ਮੇਰੇ ਮਨ ਦੇ ਵਿੱਚ ਵੀ ਤਨ ਦੇ ਵੀ ਅਗਲੀ ਤੋਂ ਬਹੁਤੀ ਬਹੁਤੀ ਭੁੱਖ ਹੈ। ਲੋੜ ਦਾ ਮਤਲਬ ਇਹ ਹੈ ਵੀ ਬਹੁਤੀ ਲੋੜ ਪੈਦਾ ਹੋ ਗਈ। ਜਦੋਂ ਰੋਟੀ ਦੀ ਲੋੜ ਪੈਦਾ ਹੁੰਦੀ ਹੈ, ਉਹਨੂੰ ਕਹਿੰਦੇ ਰੋਟੀ ਦੀ ਭੁੱਖ ਲੱਗੀ ਹੈ। ਪਿਆਸ ਲੱਗਦੀ ਹੈ, ਉਹ ਫਿਰ ਪਾਣੀ ਦੀ ਲੋੜ ਪੈਦਾ ਹੋ ਗਈ, ਅੰਦਰ ਪਿਆਸ ਲੱਗਦੀ ਹੈ। ਰੱਬ ਦੀ ਜਦੋਂ ਭੁੱਖ ਲੱਗੀ ਹੈ, ਸਾਚੇ ਨਾਮ ਕੀ ਲਾਗੈ ਭੂਖ, ਇਹ ਲੋੜ ਪੈਦਾ ਹੋ ਗਈ ਹੈ। ਮੇਰੇ ਮਨ ਦੇ ਵਿੱਚ ਵੀ ਤਨ ਦੇ ਵਿੱਚ ਵਾਹਿਗੁਰੂ ਤੇਰੀ ਲੋੜ ਪੈਦਾ ਹੋ ਗਈ, ਭੁੱਖ ਲੱਗੀ ਹੈ ਬਹੁਤ। ਕੋਈ ਆਣ ਮਿਲਾਵੇ ਮਾਏ, ਇਹ ਜਗਿਆਸੂ ਮੁਖ ਦੁਆਰਾ ਹੈ ਭਾਈ, ਕੋਈ ਆ ਕੇ ਮੈਨੂੰ ਮਿਲਾ ਦੇਵੇ ਪਰਮਾਤਮਾ ਨੂੰ। ਚਾਰੇ ਕੁੰਡਾ ਭਾਲੀਆ, ਚਾਰ ਕੁੰਡਾ ਪੂਰਬ ਪੱਛਮ ਉੱਤਰ ਦੱਖਣ, ਇਹ ਚਾਰੇ ਕੁੰਡੀਆਂ ਭਾਲੀਆਂ ਲੱਭਿਆ ਹੈ, ਇਹਦੇ ਵਿੱਚ ਵੀ ਕੋਈ ਸਹਿਬਨ ਅਵਰ ਨਾ ਜਾਏ। ਪਰ ਕੋਈ ਵੀ ਸਹਿ ਮਾਲਕ ਪਤੀ ਪਰਮਾਤਮਾ ਤੋਂ ਬਿਨਾ ਰਹਿਣ ਵਾਲੀ ਹੋਰ ਕੋਈ ਜਗ੍ਹਾ ਨਹੀਂ ਲੱਭੀ ਜਿੱਥੇ ਸਦਾ ਰਹੇ, ਜਾਂ ਕੋਈ ਆ ਕੇ ਮਿਲਾਵੇ, ਗੁਰੂ ਮਿਲਾ ਕੇ ਆ ਕੇ ਮਿਲਾ ਸਕਦਾ ਹੈ। ਚਾਰੇ ਕੁੰਡਾਂ ਭਾਲੀਆਂ, ਚਾਰੇ ਕੁੰਡਾਂ ਕਿਹੜੀਆਂ ਨੇ? ਅੰਤਸ਼ਕਰਨ ਦੇ ਚਾਰੇ ਭੇਦ ਨੇ, ਮਨ ਬੁੱਧ ਚਿੱਤ ਹੰਕਾਰ, ਇਹ ਭਾਲੀਆਂ ਲੱਭ ਲੀਆਂ। ਤੇ ਪਤੀ ਤੋਂ ਬਿਨਾ, ਵਾਹਿਗੁਰੂ ਤੋਂ ਬਿਨਾ ਕੋਈ ਰਹਿਣ ਦੀ ਜਗ੍ਹਾ ਨਹੀਂ ਹੈ। ਇਹਦੇ ਚ ਅੰਤਸ਼ਕਰਨ ਵੀ ਨਾਸ਼ ਹੋ ਜਾਣਾ ਇੱਕ ਦਿਨ। ਚਾਰੇ ਖਾਣੀਆਂ ਅੰਡਜ ਜੇਰਜ ਸੇਤਜ ਉਤਪੁਜ, ਇਹ ਵੀ ਚਾਰੇ ਕੁੰਡਾਂ ਭਾਲ ਕੇ ਦੇਖ ਲੀਆਂ, ਇਹਦੇ ਚ ਜੀਵ ਘੁੰਮ ਕੇ ਦੇਖ ਲਿਆ ਨੇ। ਪਰ ਸਹਿਬਨ ਪਤੀ ਪਰਮਾਤਮਾ ਤੋਂ ਬਿਨਾ, ਉਹਦੇ ਨਾਮ ਤੋਂ ਬਿਨਾ ਕੋਈ ਟਿਕਣ ਟਿਕਾਣਾ ਨਹੀਂ ਹੈ ਸਦੀਵ ਕਾਲ ਲਈ। ਜਿਸ ਆਗੇ ਅਰਦਾਸ ਕਰ, ਉਸ ਵਾਹਿਗੁਰੂ ਦੇ ਅੱਗੇ ਅਰਦਾਸ ਨਾਮ ਬੇਨਤੀ ਦਾ ਬੇਨਤੀ ਕਰ, ਜੋ ਮੇਲੇ ਕਰਤਾਰ। ਤੇ ਸਤਿਗੁਰੂ ਅੱਗੇ ਅਰਦਾਸ ਕਰਕੇ, ਮਹਾਰਾਜ ਤੁਸੀਂ ਕਰਤਾਰ ਵਾਹਿਗੁਰੂ ਪਰਮੇਸ਼ਰ ਨੂੰ ਮੇਲ ਦਿਓ, ਮੈਨੂੰ ਮਿਲਾ ਦਿਓ। ਸਤਿਗੁਰ ਦਾਤਾ ਨਾਮ ਕਾ, ਸਤਿਗੁਰੂ ਜੀ ਭਾਈ ਨਾਮ ਦੇ ਦਾਤੇ ਹੈ। ਸਤਿਗੁਰੂ ਦੇ ਕੋਲ ਨਾਮ ਦੀ ਦਾਤ ਹੈ, ਉਹ ਦਾਤਾਂ ਦਿੰਦੇ ਐ। ਪੂਰਾ ਜਿਸ ਭੰਡਾਰ, ਕਿਉਂਕਿ ਨਾਮ ਅਮੋਲਕ ਰਤਨ ਹੈ ਪੂਰੇ ਸਤਿਗੁਰ ਪਾਸ। ਸਤਿਗੁਰ ਸੇਵਾ ਲੱਗਿਆ ਕੱਢ ਰਤਨ ਦੇਵੇ ਪ੍ਰਗਾ। ਕਿਹਨੂੰ ਕੱਢ ਕੇ ਦਿੰਦਾ? ਕਹਿੰਦੇ ਜਿਹੜੇ ਸੇਵਾ 'ਚ ਲੱਗ ਜਾਵੇ। ਜਿਹੜਾ ਸੇਵਾ ਹੀ ਨਹੀਂ ਕਰਦਾ, ਰਤਨ ਉਹਦੇ ਕੋਲੋਂ ਲੁਕਿਆ ਹੀ ਰਹਿੰਦਾ ਹੈ। ਇਸ ਕਰਕੇ ਮਹਾਰਾਜ ਸਾਹਿਬ ਦੇ ਸਤਿਗੁਰ ਦਾਤਾ ਨਾਮ ਕਾ, ਪੂਰਾ ਜਿਸ ਭੰਡਾਰ, ਉਹਦੇ ਕੋਲ ਸ਼ੁਭ ਗੁਣਾਂ ਦਾ ਭੰਡਾਰਾ ਭਰਿਆ ਪਿਆ ਹੈ। ਸਤਿਗੁਰੂ ਦਾ ਹਿਰਦਾ ਹਰ ਅੰਮ੍ਰਿਤ ਭਗਤ ਭੰਡਾਰ ਹੈ। ਗੁਰ ਸਤਿਗੁਰ ਪਾਸੇ ਰਾਮ ਰਾਜੇ ਭੰਡਾਰ ਨਾਮ ਖਜ਼ਾਨੇ ਦਾ ਹੈ। ਨਾਮ ਦਾ ਖਜ਼ਾਨਾ ਸਤਿਗੁਰੂ ਦਾ ਹਿਰਦਾ ਹੈ, ਜਾਂ ਸੰਤਰੇ ਦਾ ਭੰਡਾਰ ਸ਼ੁਭ ਗੁਣਾਂ ਦੇ ਨਾਲ ਉਹ ਪੂਰਾ। ਇਸ ਕਰਕੇ ਕਿਹਾ ਵੀ ਲਵਾ ਲਵ ਭਰਿਆ ਹੋਇਆ, ਉਹਨਾਂ ਨਹੀਂ ਹੈ ਕਿਸੇ ਪਾਸਿਓਂ, ਪੂਰਾ ਭਰਿਆ ਹੋਇਆ। ਸਦਾ ਸਦਾ ਸਲਾਹੀਐ, ਸਦਾ ਸਦਾ ਹਮੇਸ਼ਾ ਹਮੇਸ਼ਾ ਉਹਦੀ ਸ਼ਲਾਘਾ ਕਰੀਏ। ਅੰਤ ਨ ਪਾਰਾਵਾਰ, ਵਾਹਿਗੁਰੂ ਦਾ ਨਾਮ ਜੀਵ ਜੀ ਦਾ ਪਾਰਾਵਾਰ ਦਾ ਕੋਈ ਅੰਤ ਨਹੀਂ ਹੈ। ਪਰਵਦਗਾਰ ਸਲਾਹੀਐ, ਇਹ ਭਾਈ ਬੋਲਣ ਦੇ ਵਿੱਚ ਥੋੜਾ ਜਿਹਾ ਧਿਆਨ ਰੱਖਣਾ ਹੈ। ਇਹਨੂੰ ਪਰਵਦ ਕਹਿ ਕੇ ਗਾਰ ਸ਼ਬਦ ਬੋਲਣ 'ਚ ਡੈਸ਼ ਹੈ, ਉਹ ਤੋੜਨੇ ਨਹੀਂ ਅੱਖਰ। ਇਹ ਦੱਸਣ ਵਾਸਤੇ ਜਿੱਥੇ ਸੰਯੁਕਤ ਬੀੜਾਂ ਹੋਣਗੀਆਂ ਨਾ, ਜੁੜਵੇਂ ਅੱਖਰਾਂ ਵਾਲੀਆਂ, ਉੱਥੇ ਫਿਰ ਇਹ ਵੀ ਕੋਈ ਗਲਤੀ ਨਾ ਕਹਿ ਸਕਦਾ। ਪਰ ਦਗਾਰ, ਦਗਾਰ ਪਾਠ ਵੀ ਤਾਂ ਬੋਲ ਸਕਦਾ ਹੈ, ਅੱਖਰ ਤਾਂ ਉਹੀ ਨਾ। ਇਸ ਕਰਕੇ ਪਰਵਤ ਕਹਿ ਕੇ ਗਾਰ ਕਹਿਣਾ। ਪਰਵਤਗਾਰ ਇਹ ਬੋਲਣ ਦਾ ਭੇਦ ਹੈ ਇਹਦੇ ਵਿੱਚ। ਪਰਵਤਗਾਰ ਕੌਣ ਦਾ? ਪਾਲਣਾ ਕਰਨ ਵਾਲਾ।
ਇਸ ਕਰਕੇ ਉਹ ਪਰਮੇਸ਼ਰ ਵਾਹਿਗੁਰੂ ਉਹਦੀ ਸਲਾਘਾ ਕਰੀਏ ਜੋ ਪਰਵਤਗਾਰ ਪਾਲਣਾ ਕਰਨ ਵਾਲਾ ਤੈਨੂੰ ਪਾਲ ਰਿਹਾ ਹੈ। ਜਿਸ ਦੇ ਚਲਤ ਅਨੇਕ, ਚਲਤ ਨਾਮ ਕੌਤਕ ਹੈ, ਜਿਹਦੇ ਕੌਤਕ ਬੜੇ ਬੇਅੰਤੇ ਨੇ। ਕਿਸ ਤਰ੍ਹਾਂ ਨੇ? ਜਲ ਤੇ ਥਲ ਕਰ, ਥਲਕ ਤੇ ਕੂਆ, ਕੂਪ ਤੇ ਮੇਰ ਕਰਾਵੈ, ਧਰਤੀ ਤੇ ਆਕਾਸ਼ ਚੜਾਵੈ, ਚੜ੍ਹੈ ਆਕਾਸ਼ ਗਰਾਵੈ। ਇਹ ਉਹਦੇ ਚੋਜ ਹਨ, ਉਹਦੇ ਪਰਮੇਸ਼ਰ ਵਾਹਿਗੁਰੂ ਦੇ। ਸਦਾ ਸਦਾ ਆਰਾਧੀ ਹੈ, ਸਦਾ ਸਦਾ ਹਮੇਸ਼ਾ ਹਮੇਸ਼ਾ ਉਸ ਵਾਹਿਗੁਰੂ ਨੂੰ ਯਾਦ ਕਰੀਏ। ਇਹ ਮਤ ਵਿਸ਼ੇਖ, ਉਹਦਾ ਆਰਾਧਨ ਕਰਕੇ ਇਹ ਇਸ ਤਰ੍ਹਾਂ ਦੀ ਮਤ ਬੁੱਧੀ ਵਿਸ਼ੇਸ਼ ਕਰਕੇ ਆਤਮ ਵਿਸ਼ੈਣੀ ਬੁੱਧੀ ਹੋ ਜਾਊਗੀ ਤੇਰੀ, ਇਹ ਵੱਡੀ ਬੁੱਧ ਹੋ ਜਾਊਗੀ। ਮਨ ਤਨ ਮਿੱਠਾ ਤਿਸ ਲੱਗੇ, ਸਤਿਗੁਰੂ ਜੀ ਫਰਮਾਉਂਦੇ ਨੇ, ਕਹਿੰਦੇ ਮਨ ਤੇ ਤਨ ਨੂੰ ਨਾਮ ਮਿੱਠਾ ਤਾਂ ਲੱਗੂਗਾ, ਚੰਗਾ ਤਾਂ ਲੱਗੂਗਾ, ਜਿਸ ਮਸਤਕ ਨਾਨਕ ਲੇਖ। ਜੇ ਤੇਰੇ ਮਸਤਕ ਦੇ ਚੰਗੇ ਸ਼ੁਭ ਲੇਖ ਹੋ ਗਏ। ਰੇਖ ਬਦਲੇ ਜਾਂਦੇ ਨੇ, ਧੂੜੀ ਲੇਖ ਮਿਟਾਇਆ, ਚੰਗੇ ਲੇਖ ਲਿਖੇ ਜਾਂਦੇ ਨੇ, ਸਤਿਗੁਰੂ ਲਿਖ ਦਿੰਦੇ ਨੇ। ਜਿਨ੍ਹਾਂ ਦੇ ਕਰਮਾਂ 'ਚ ਕੋਈ ਹੈ ਹੀ ਨਹੀਂ ਸੀ ਔਲਾਦ, ਉਹਨਾਂ ਨੂੰ 7-7 ਪੁੱਤਰ ਦਿੱਤੇ ਐ, ਨਵੇਂ ਲੇਖ ਲਿਖ ਦਿੰਦੇ ਨੇ ਮਹਾਰਾਜ। ਮਸਤਕ ਮੱਥੇ ਉੱਤੇ ਨਿਸ਼ਕਾਮ ਕਰਮਾਂ ਦਾ ਸਦਕਾ ਚੰਗਾ ਲੇਖ ਲਿਖਿਆ ਹੈ ਜਿਨ੍ਹਾਂ ਦੇ ਕੋਲ, ਉਹਨਾਂ ਦੇ ਮਨ ਤਨ ਦੇ ਪ੍ਰਭੂ ਮਿੱਠਾ ਪਿਆਰਾ ਲੱਗਣ ਲੱਗ ਜਾਂਦਾ ਹੈ। ਸ੍ਰੀ ਰਾਗ ਮਹੱਲਾ ਪੰਜਵਾ। ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਅੱਗੇ ਫਰਮਾਉਂਦੇ ਨੇ ਸ੍ਰੀ ਰਾਗ ਵਿੱਚ, ਸੰਤ ਜਨ ਹੋ ਮਿਲ ਭਾਈ ਹੋ। ਇਹਦੇ ਪਾਠ ਬੋਲਣ ਦੇ ਵਿੱਚ ਭਾਈ ਹੋ ਪਾਠ ਇਕੱਠਾ ਹੀ ਰੱਖਣਾ ਹੈ, ਪਰ ਅਲੱਗ ਪਾਠ ਵੀ ਮੰਨਿਆ ਜਾਂਦਾ ਵੀ ਹੋ ਨੂੰ ਅਲੱਗ ਕਰਕੇ ਵੀ ਮੰਨਦੇ ਹੈ, ਤੇ ਪਰ ਬਹੁਤਾ ਅਲੱਗ ਹੋ ਵੀ ਨਹੀਂ ਸਕਦਾ, ਭਾਈ ਹੋ ਬਸ ਇਕੱਠਾ ਹੀ ਹੈ। ਭਾਈ ਕਹਿ ਕੇ ਹੋ ਅਲੱਗ ਇਸ ਤਰ੍ਹਾਂ ਦੂਸਰਾ ਪਾਠ ਮੰਨਦੇ ਆ, ਪਰ ਮੁੱਖ ਪਾਠ ਹੀ ਰੱਖਣਾ ਹੈ। ਹੇ ਭਾਈ ਜਨੋ ਸੰਤ ਜਨੋ ਮਿਲ ਭਾਈ ਹੋ, ਕਿ ਸੰਤ ਜਨੋ ਮਹਾਤਮਾ ਜਨੋ ਉਹਨਾਂ ਦੇ ਨਾਲ। ਹੇ ਭਾਈ ਸੰਤ ਜਨ ਕੌਣ? ਰੱਬ ਦੇ ਪਿਆਰੇ, ਉਹਨਾਂ ਨਾਲ ਮਿਲ ਕਰਕੇ ਸੱਚਾ ਨਾਮ ਸੰਭਾਲ। ਵਾਹਿਗੁਰੂ ਆਪ ਸੱਚਾ ਹੈ ਤੇ ਉਹਦਾ ਨਾਮ ਵੀ ਸੱਚਾ ਹੈ, ਤੇ ਇਸ ਕਰਕੇ ਉਹਦੇ ਸੱਚੇ ਨਾਮ ਨੂੰ ਫਿਰ ਸੰਭਾਲਣਾ ਕਰ। ਇਹਦਾ ਸੰਭਾਲਣ ਦਾ ਮਤਲਬ ਕੀ ਹੈ? ਹਿਰਦੇ ਦੇ ਵਿੱਚ ਸਾਂਭ ਕੇ ਰੱਖ, ਨਾਮ ਦਾ ਚਿੰਤਨ ਕਰ ਹਰ ਵੇਲੇ। ਤੋਸਾ ਬੰਧੋ ਜੀਵ ਕਾ, ਆਪਣੇ ਜੀਵ ਆਤਮਾ ਦੇ ਪਰਲੋਕ ਦਾ ਤੋਸਾ ਨਾਮ ਖਰਚਦਾ ਹੁੰਦਾ ਹੈ, ਤੇ ਹਰ ਕਾ ਨਾਮ ਉਹਾਂ ਸੰਗ ਤੋਸਾ ਖਰਚ ਹੈ। ਇਹ ਪਰਲੋਕ ਦਾ ਖਰਚ ਬੰਨਣਾ ਕਰ ਤੂੰ ਆਪਣੇ ਕੋਲ। ਇੱਥੇ ਉਥੇ ਨਾਲ, ਉਹ ਇੱਥੇ ਇਸ ਲੋਕ ਦੇ ਵਿੱਚ ਵੀ ਉੱਥੇ ਪਰਲੋਕ ਦੇ ਵੀ ਤੇਰੇ ਨਾਲ ਰਹਿਣ ਵਾਲਾ ਇਹ ਤੋਸਾ। ਰਾਹ ਦੇ ਖਰਚ ਨੂੰ ਜਿਹੜਾ ਮੁਸਾਫਰ ਕਿਤੇ ਦੂਰ ਜਾਣਾ ਹੁੰਦਾ ਪੁਰਾਣੇ ਸਮੇਂ ਦੇ ਅੰਦਰ, ਤੇ ਉਹਨੂੰ ਤੋਸਾ ਤਿਆਰ ਕਰਿਆ ਜਾਂਦਾ। ਤੋਸੇ ਦਾ ਤਰੀਕਾ ਇਹ ਸੀ, ਘਿਓ ਖੰਡ ਤੇ ਮੈਦਾ 3 ਚੀਜ਼ਾਂ ਇਕੱਠੀਆਂ ਕਰਕੇ ਪਕਾ ਕੇ ਉਹ ਖਾਣਾ ਤਿਆਰ ਜਾਂਦਾ। ਮਿੱਠੀ ਰੋਟੀ ਜਿਹਨੂੰ ਕਹਿੰਦੇ ਆ, ਮੋਟੀ ਰੋਟੀ ਬਣਾ ਲੈਣੀ, ਅਚਾਰ ਲੈਣਾ, ਕੁਝ ਹੋਰ ਲੈ ਲੈਣਾ। ਉਹਦੇ 'ਚ 3 ਚੀਜ਼ਾਂ ਹੁੰਦੀਆਂ, ਘਿਓ ਮੈਦਾ ਤੇ ਖੰਡ। ਉਹਨਾਂ ਦਾ ਬਣਾ ਕੇ, ਕਿਉਂਕਿ ਰਸਤੇ ਦੇ ਵਿੱਚ ਇਹ ਹੁੰਦਾ ਵੀ ਦਾਲ ਚੱਕਣੀ ਔਖੀ ਹੈ, ਸਬਜ਼ੀ ਚੱਕਣੀ ਔਖੀ ਹੈ, ਉਹ ਤੋਸਾ ਲੈ ਲੈਣਾ। ਪਾਣੀ ਆਮ ਮਿਲ ਹੀ ਜਾਂਦਾ ਵੀ ਉਹ ਖਾ ਕੇ ਗੁਜ਼ਾਰਾ ਕਰਨਾ, ਵੀ ਭੁੱਖੇ ਨਹੀਂ ਰਹਾਂਗੇ। ਕਹਿੰਦੇ ਇਸੇ ਤਰ੍ਹਾਂ ਭਾਈ ਤੇਰੇ ਕੋਲ ਪਰਲੋਕ ਦਾ ਤੋਸਾ ਜਿਹੜਾ ਹੈ ਉਹ ਕੀ ਹੈ? ਵਾਹਿਗੁਰੂ ਦਾ ਜਿਹੜਾ ਗਿਆਨ ਰੂਪੀ ਦਾ ਘੀ ਹੈ ਤੇਰੇ ਕੋਲ, ਜੇ ਤੂੰ ਪ੍ਰਾਪਤ ਕਰ ਲਵੇਂ। ਜੇ ਤੋਸਾ ਬਣਾਉਣਾ ਤਾਂ ਐਂ ਬਣਾ ਲੈ। ਤੇ ਇਸ ਕਰਕੇ ਗਿਆਨ ਰੂਪੀ ਕੀ? ਭਗਤੀ ਰੂਪੀ ਖੰਡ ਪਾ ਲੈ, ਸੰਤੋਖ ਦਾ ਮੈਦਾ ਪਾ ਲੈ, ਯਾਨੀ ਸੰਤੋਖ ਧਾਰਨ ਕਰ ਲੈ ਤੇ ਵਾਹਿਗੁਰੂ ਦਾ ਗਿਆਨ ਪ੍ਰਾਪਤ ਕਰ ਲੈ। ਭਗਤੀ ਦੀ ਖੰਡ ਪਾ ਲੈ, ਇਹ ਤੋਸਾ ਬਣ ਗਿਆ। ਜੇ ਮਾਰ ਕੇ ਗਣੇ ਜਾਹੇ ਨੋ ਕੋਸਾ, ਹਰ ਕਾ ਨਾਮ ਉਹਾਂ ਸੰਗ ਤੋਸਾ, ਇਹ ਤੋਸਾ ਬਣ ਜਾਊਗਾ। ਪ੍ਰਭੂ ਦੇ ਨਾਮ ਰੂਪੀ ਤੋਸੇ ਗਿਆਨ ਵਿੱਚ ਇਹ ਚੀਜ਼ਾਂ ਤੈਨੂੰ ਪ੍ਰਾਪਤ ਕਰ ਲੈ ਇੱਥੇ ਰਹਿੰਦਾ ਰਹਿੰਦਾ, ਤਾਂ ਕਿ ਜਦੋਂ ਤੁਰ ਪਿਆ ਫਿਰ ਉਹ ਫੇਰ ਨਹੀਂ ਖਾਣਾ, ਫਿਰ ਤਾਂ ਭੁੱਖਾ ਮਰੇਗਾ ਉੱਥੇ। ਤੋ ਇਸ ਕਰਕੇ ਮਹਾਰਾਜ ਸਾਹਿਬ ਜੀ ਅੱਗੇ ਫਰਮਾਉਂਦੇ ਨੇ, ਗੁਰਪੂਰੇ ਤੇ ਪਾਈਐ। ਇਹ ਤੋਸਾ ਜਿਹੜਾ ਹੈ ਇਹ ਸਤਿਗੁਰਾਂ ਦੀ ਦਾਤ ਹੈ। ਪੂਰੇ ਸਤਿਗੁਰੂ ਤੋਂ ਗਿਆਨ ਮਿਲੂਗਾ, ਪੂਰੇ ਸਤਿਗੁਰੂ ਤੋਂ ਨਾਮ ਮਿਲੇਗਾ, ਪੂਰੇ ਸਤਿਗੁਰੂ ਤੋਂ ਹੀ ਪਰਮੇਸ਼ਰ ਦੇ ਨਾਮ ਦੀਆਂ ਜੁਗਤੀਆਂ ਤੇ ਭਗਤੀ ਰੂਪੀ ਖੰਡ ਮਿਲੇਗੀ। ਇਹ ਸੌਦਾ ਕਿਸੇ ਹੋਰ ਦੁਕਾਨ ਤੋਂ ਨਹੀਂ ਮਿਲਣਾ ਹੈ, ਪ੍ਰਾਪਤ ਕਰੀਦਾ ਹੈ। ਗੁਰਪੂਰੇ ਤੇ ਪਾਈਐ, ਪੂਰੇ ਸਤਿਗੁਰੂ ਤੋਂ। ਪਰ ਸਤਿਗੁਰੂ ਕਦੋਂ ਦਿੰਦੇ ਆ? ਜਦੋਂ ਉਹਨਾਂ ਦੀ ਕਿਰਪਾ ਦ੍ਰਿਸ਼ਟੀ ਹੋਵੇ। ਆਪਣੀ ਨਜ਼ਰ ਨਿਹਾਲ, ਕਹਿੰਦੇ ਸਤਿਗੁਰੂ ਜੀ ਉਦੋਂ ਮਿਲਦੇ ਆ ਜਦੋਂ ਵਾਹਿਗੁਰੂ ਦੀ ਕਿਰਪਾ ਦ੍ਰਿਸ਼ਟੀ ਹੋ ਜਾਏ। ਜੀਵ ਨਿਹਾਲ ਪ੍ਰਸੰਨ ਹੋ ਜਾਂਦਾ ਹੈ, ਪਰਮਾਤਮਾ ਦੀ ਕਿਰਪਾ ਹੋ ਗਈ, ਉਹਦੀ ਨਜ਼ਰ ਹੋ ਗਈ, ਗੁਰੂ ਮਿਲ ਗਿਆ। ਗੁਰੂ ਦੀ ਕਿਰਪਾ ਹੋ ਗਈ ਤਾਂ ਵਾਹਿਗੁਰੂ ਦੇ ਚ ਭੇਦ ਹੋ ਜਾਂਦਾ ਹੈ।
ਇਹ ਇਸ ਤਰ੍ਹਾਂ ਮਹਾਰਾਜ ਸਾਹਿਬ ਨੇ ਭੇਦ ਰੱਖਿਆ ਹੈ। ਕਰਮ ਪ੍ਰਾਪਤ ਤਿਸ ਹੋਵੇ, ਉਹ ਪੁਰਸ਼ ਨੂੰ ਨਾਮ ਦੀ ਦਾਤ ਪ੍ਰਾਪਤ ਹੁੰਦੀ ਹੈ ਤੇ ਜਿਸ ਦੇ ਪੂਰਵਲੇ ਨਿਸ਼ਕਾਮ ਕਰਮ ਉਹਦੇ ਪੱਲੇ ਹੋਣ, ਨਿਸ਼ਕਾਮ ਕਰਮਾਂ ਦਾ ਸਦਕਾ ਸਤਿਗੁਰੂ ਮਿਲਦੇ ਨੇ। ਜਿਸ ਨੂੰ ਹੋਏ ਦਇਆਲ, ਜਿਹਦੇ ਉੱਤੇ ਸਤਿਗੁਰੂ ਦਿਆਲੂ ਕਿਰਪਾਲੂ ਹੋ ਜਾਣ ਤੇ ਉਹਨੂੰ ਫਿਰ ਸਾਧ ਸੰਜੀ ਨਾਮ ਦੀ ਦਾਤ ਮਿਲਦੀ ਹੈ। ਮੇਰੇ ਮਨ ਗੁਰ ਜੀਵੜ ਅਵਰ ਨਾ ਕੋਏ, ਇਹ ਮੇਰੇ ਮਨ ਸਤਿਗੁਰੂ ਜੀਵੜ ਵੱਡਾ, ਅਵਰ ਹੋਰ ਕੋਈ ਨਹੀਂ ਹੈ, ਨਾਮ ਦਾ ਦਾਤਾ ਨਹੀਂ ਹੈ ਕੋਈ ਹੋਰ। ਦੂਜਾ ਥਾਉ ਨਾ ਕੋ ਸੁਝੈ, ਸੁਝੈ ਅਧਿਕ ਸਹਿਤ ਪਾਠ ਕਰਨਾ ਭਾਈ ਦਾ ਧਿਆਨ ਰੱਖੈ। ਸਤਿਗੁਰੂ ਤੋਂ ਬਿਨਾ ਦੂਸਰਾ ਥਾਂ ਟਿਕਾਣਾ ਕੋਈ ਸੁਝੈ ਨਜ਼ਰ ਨਹੀਂ ਆਉਂਦਾ ਹੈ। ਗੁਰ ਮੇਲੇ ਸੱਚ ਸੋਏ, ਜਿਹਨੂੰ ਕਿਰਪਾ ਕਰੇ ਸਤਿਗੁਰੂ ਜੀ ਮੇਲਣ ਸੋਏ, ਉਹ ਸੱਚੇ ਨਾਮ ਦੇ ਨਾਲ ਮਿਲਦਾ ਹੈ। ਗੁਰ ਮੇਲੇ ਸੱਚ ਸੋਏ, ਸੋਏ ਉਹ ਸੱਚ ਨਾਲ ਮਿਲਦਾ ਜਿਹਨੂੰ ਗੁਰੂ ਮੇਲੇ, ਗੁਰੂ ਕਿਰਪਾ ਕਰਦਾ ਹੈ। ਰਹਾਉ ਅਸਥਾਈ ਦੇ ਕੇ ਫਰਮਾਉਂਦੇ ਨੇ, ਸਗਲ ਪਦਾਰਥ ਤਿਸ ਮਿਲੇ, ਤਿਸ ਉਸ ਨੂੰ ਸਗਲ ਸਾਰੇ ਪਦਾਰਥ ਕਿਹੜੇ ਧਰਮ ਅਰਥ ਕਾਮ ਮੋਖ ਇਹ ਮਿਲ ਜਾਂਦੇ ਹਨ। ਜਿਨ ਗੁਰ ਡਿਠਾ ਜਾਏ, ਜਿਨ੍ਹਾਂ ਨੇ ਜਾ ਕਰਕੇ ਸਤਿਗੁਰੂ ਦਾ ਡਿਠਾ ਦਰਸ਼ਨ ਕੀਤਾ, ਜਿਹੜੇ ਦਰਸ਼ਨੇ ਬੰਨੇ ਰੁਨੇ ਆਉਣ ਉਹਨਾਂ ਨੇ ਪਾਈ ਕੀ ਹੈ, ਜਿਨ੍ਹਾਂ ਦਾ ਲੰਗਰ ਤੱਕੇ ਸੰਬੰਧ ਹੋਵੇ, ਖਾਣ ਪੀਣ ਤੱਕੇ ਹੈ, ਬੰਨੇ ਰੁਨੇ ਆਉਣ ਮਹਾਰਾਜ ਦੇ ਦਰਸ਼ਨ ਕਰਨ। ਉਹ ਕੋਈ ਦਰਸ਼ਨ ਥੋੜੀ ਨਾ, ਉਹ ਤਾਂ ਇੱਕ ਲੋਕਾਚਾਰੀ ਬਾਤ ਹੈ, ਉਹ ਥਾਂ ਨਹੀਂ ਪੈਂਦੀ ਬਾਤ। ਗੁਰ ਚਰਣੀ ਜਿਨ ਮਨ ਲੱਗਾ, ਜਿਨ੍ਹਾਂ ਦਾ ਮਨ, ਜਿਨ੍ਹਾਂ ਦੇ ਖਿਆਲ ਆਰੇ ਲਾਲ ਤੋਂ ਛੱਡ ਕੇ ਸਤਿਗੁਰਾਂ ਦੇ ਚਰਨੀ ਲੱਗਾ, ਜੁੜ ਗਿਆ ਹੈ। ਛੇ ਵੱਡ ਭਾਗੀ ਮਾਏ, ਮਾਏ ਹੇ ਭਾਈ ਕਹਿੰਦੇ ਉਹ ਵੱਡਿਆਂ ਭਾਗਾਂ ਵਾਲੇ ਨੇ, ਤੇ ਉਹ ਤਾਂ ਵੱਡਿਆਂ ਭਾਗਾਂ ਵਾਲੇ ਗੁਰਮੁਖ ਜਨ ਮਾਤਾ ਪਿਤਾ ਵਾਂਗ ਪੂਜਣ ਯੋਗ ਹੋ ਗਏ। ਕਹਿੰਦੇ ਉਹ ਤਾਂ ਜਿਵੇਂ ਮਾਤਾ ਪਿਤਾ ਨੂੰ ਪੂਜੀ ਜਾਏ, ਉਹ ਵੱਡੇ ਭਾਗਾਂ ਵਾਲੇ ਹਨ। ਗੁਰ ਦਾਤਾ ਸਮਰੱਥ ਗੁਰ, ਸਤਿਗੁਰੂ ਨਾਮ ਦੇ ਦਾਤੇ ਨੇ, ਗੁਰੂ ਜੀ ਮੁਕਤੀ ਦੇਣ ਵਾਲੇ ਨੇ, ਸਮਰੱਥ ਸਰਵ ਸ਼ਕਤੀਮਾਨ। ਗੁਰ ਸਤਿਗੁਰੂ ਜੀ ਕੈਸੇ ਨੇ, ਉਹ ਜੋਤ ਰੂਪ ਹੋ ਕੇ ਅੱਗੇ ਦੱਸਦੇ ਹਨ। ਗੁਰ ਸਭ ਮੈਂ ਰਹਿਆ ਸਮਾਏ, ਗੁਰ ਸਤਿਗੁਰੂ ਜੀ ਜੋਤ ਰੂਪ ਹੋ ਕੇ ਖੰਡਾਂ ਬ੍ਰਹਮੰਡਾਂ ਸਾਰੇ ਜੀਵਾਂ ਵਿੱਚ ਸਮਾਏ ਕੀਆ ਭੇਦ ਹੋ ਰਹੇ ਹਨ। ਗੁਰ ਪਰਮੇਸ਼ਰ ਪਾਰ ਬ੍ਰਹਮ, ਗੁਰੂ ਨਾਨਕ ਸਾਹਿਬ ਕੈਸੇ ਨੇ, ਉਹ ਪਰਮੇਸ਼ਰ ਪਾਰ ਬ੍ਰਹਮ ਦਾ ਸਰੂਪ ਹਨ। ਗੁਰੂ ਚੇਤਨ ਦਾ ਸਰੂਪ ਪਰਮ ਈਸ਼ਵਰ ਨੇ, ਜਿਸ ਬ੍ਰਹਮ ਦਾ ਪਾਰਵਾਰ ਨਹੀਂ, ਜੋ ਵਿਆਪਕ ਹੈ, ਉਹਦਾ ਸਰੂਪ ਹਨ ਸਤਿਗੁਰੂ। ਗੁਰ ਡੁੱਬਦਾ ਲਈ ਤਰਾਏ, ਪਦਾਰਥਾਂ ਵਿੱਚ ਡੁੱਬਦਿਆਂ ਨੂੰ, ਨਰਕਾਂ ਵਿੱਚ ਗੋਤੇ ਖਾਂਦਿਆਂ ਨੂੰ ਸਤਿਗੁਰੂ ਨਾਮ ਦੁਆਰਾ ਤਰਾਏ ਤਾਰਨ ਵਾਲੇ ਨੇ, ਤਾਰ ਦਿੰਦੇ ਹਨ। ਕਿਤ ਮੁਖ ਗੁਰ ਸਾਹ ਲਾਹੀਐ, ਕਹਿੰਦੇ ਗੁਰੂ ਦੀ ਉਪਮਾ ਏਡੀ ਵੱਡੀ ਹੈ, ਕਿਹੜੇ ਮੂੰਹ ਐ ਸਲਾਈਏ ਸਿਫਤ ਕਰੀਏ ਗੁਰੂ ਦੇ। ਕਰਨ ਕਾਰਨ ਸਮਰੱਥ, ਕਿਉਂਕਿ ਸਤਿਗੁਰੂ ਮਹਾਰਾਜ ਸਾਰੇ ਕਾਰਜਾਂ ਨੂੰ ਕਰਨ ਨੂੰ ਸਮਰੱਥ ਸਰਬ ਸ਼ਕਤੀਮਾਨ। ਜੇਵਾ ਇੱਕ ਕਵਨ ਗੁਣ ਕਹੀ ਹੈ, ਬੇਸਮਾਰ ਬੇਅੰਤ ਸੁਆਮੀ ਤੇਰੋ ਅੰਤ ਨ ਕਿ ਨਹੀਂ ਲਈ ਹੈ। ਇਸ ਕਰਕੇ ਕਿਤ ਮੁਖ ਸਦਾ ਸਲਾਹੀਏ ਦੁਬਾਰੇ ਬੋਲੇ, ਕਿਤ ਮੁਖ ਗੁਰ ਸਾਹ ਲਾਹੀਐ। ਕਿਹੜੇ ਮੁਖ ਦੇ ਨਾਲ ਭਾਈ ਉਹ ਮੁਖ ਕਿਹੜਾ, ਕਹਿੰਦੇ ਪ੍ਰੀਤ ਰੂਪ ਜੀਵ ਵਾਲਾ ਮੁਖ ਹੈ, ਉਹਦੇ ਨਾਲ ਸਲਾਹੀਏ। ਐਸਾ ਹੈ ਵਾਹਿਗੁਰੂ। ਕਰਨ ਕਾਰਨ ਸਮਰੱਥ, ਤੇਰੇ ਸਰੀਰ ਦੇ ਕਰਨ ਦੇ ਵਿੱਚ ਸਮਰੱਥਾ ਉਸੇ ਦੀ, ਸੰਸਾਰ ਉਹਨੇ ਰਚਿਆ। ਤੇਰੇ ਅੰਦਰ ਨਾਮ ਦੀ ਬਿਰਤੀ ਕਰਨ ਨੂੰ ਵੀ ਸਮਰੱਥ ਗੁਰੂ ਹੀ ਹੈ, ਉਹ ਤੇਰੀ ਬਿਰਤੀ ਬਣਾ ਸਕਦਾ ਹੈ। ਸੇ ਮੱਥੇ ਨਿਸ਼ਚਲ ਰਹੇ, ਉਹ ਮੱਥੇ ਕਿਹੜੇ ਅਚਲ ਹੋ ਗਏ, ਅੰਤਸ਼ਕਰਨ ਰੂਪੀ ਮੱਥੇ ਅਚਲ ਹੋ ਗਏ। ਜਿਨ ਗੁਰ ਧਾਰਿਆ ਹੱਥ, ਜਿਨ੍ਹਾਂ ਦੇ ਉੱਤੇ ਸਤਿਗੁਰੂ ਨੇ ਕਿਰਪਾ ਰੂਪੀ ਹੱਥ ਧਾਰਨ ਕਰਕੇ ਰੱਖੇ, ਉਹ ਅਚਲ ਹੋ ਜਾਂਦੇ ਹਨ। ਗੁਰ ਅੰਮ੍ਰਿਤ ਨਾਮ ਪਿਆਲਿਆ, ਸਤਿਗੁਰੂ ਜੀ ਨੇ ਕਿਰਪਾ ਕਰਕੇ ਸਤਿਗੁਰਾਂ ਨੇ ਅੰਮ੍ਰਿਤ ਨਾਮ ਪਿਲਾਇਆ ਹੈ। ਪਿਆਲਿਆ ਉਹ ਪਿਲਾਉਂਦੇ ਸਤਿਗੁਰੂ ਨੇ ਨਾਮ ਅੰਮ੍ਰਿਤ ਦਿੱਤਾ ਹੈ। ਅਰ ਜਿਹੜਾ ਨਾਮ ਅੰਮ੍ਰਿਤ ਹੈ, ਜਨਮ ਮਰਨ ਕਾ ਪਥ, ਉਹ ਜੰਮਣ ਤੇ ਮਰਨ ਦਾ, ਕਾਮ ਕ੍ਰੋਧ ਆਦਿ ਤੋਂ ਬਚਾਉਣ ਦਾ ਪਥ ਪਰਹੇਜ। ਜੰਮਣ ਮਰਨ ਦਾ ਇੱਕ ਜੰਮਣ ਮਰਨ ਦੀ ਬਿਮਾਰੀ ਹੈ, ਤੇ ਇਹ ਬਿਮਾਰੀ ਨੂੰ ਨਾਮ ਜਿਹੜਾ ਹੈ ਉਹ ਦਾਰੂ ਹੈ। ਸੰਸਾਰ ਰੋਗੀ, ਨਾਮ ਦਾਰੂ। ਪਰ ਇਹਦੇ ਨਾਲ ਸਤਿਗੁਰੂ ਨੇ ਅੰਮ੍ਰਿਤ ਨਾਮ ਪਿਲਾਇਆ, ਉਹ ਜਨਮ ਮਰਨ ਦੇ ਪਥ ਰਸਤੇ ਨੂੰ ਰੋਕਣ ਵਾਲਾ। ਇੱਕ ਤਾਂ ਇਹ ਅਰਥ ਹੈ, ਪਥ ਨਾਮ ਰਸਤੇ ਦਾ ਵੀ ਹੁੰਦਾ ਹੈ, ਉਹ ਜਮਾਂ ਦੇ ਰਸਤੇ ਨੂੰ ਰੋਕ ਦੇਗਾ। ਪਥ ਨਾਮ ਹੈ ਪਰਹੇਜ ਦਾ। ਹੁਣ ਵੈਦ ਡਾਕਟਰ ਕਹਿੰਦੇ ਆ, ਭਾਈ ਦਵਾਈ ਤਾਂ ਮੈਂ ਤੈਨੂੰ ਦੇ ਦਿੰਦਾ, ਜੇ ਤੂੰ ਪਰਹੇਜ ਨਾ ਰੱਖਿਆ ਤਾਂ ਦਵਾਈ ਕੰਮ ਨਹੀਂ ਕਰੇਗੀ, ਫਿਰ ਦਵਾਈ ਦਾ ਕੋਈ ਫਾਇਦਾ ਨਹੀਂ ਹੋਣਾ। ਮਹਾਰਾਜ ਕਹਿੰਦੇ ਨਾਮ ਦੀ ਦਵਾਈ ਤਾਂ ਲੈ ਲੈ,
ਪਰ ਤੈਨੂੰ ਪੱਥ ਪਰਹੇਜ਼ ਰੱਖਣਾ ਪਏਗਾ। ਪਰਹੇਜ਼ ਕਿਹੜਾ ਹੈ? ਉਹ ਕਹਿੰਦੇ ਕਾਮ ਕਰੋ, ਲੋਭ ਮੋਹ ਹੰਕਾਰ, ਇਹ ਨਹੀਂ, ਇਹ ਇਸਤੇਮਾਲ ਨਹੀਂ ਕਰਨੇ, ਇਹਨਾਂ ਤੋਂ ਪਰਹੇਜ਼ ਰੱਖੀ, ਫਿਰ ਨਾਮ ਦੀ ਦਵਾਈ ਪੂਰੀ ਕੰਮ ਕਰੂਗੀ। ਇਸ ਕਰਕੇ ਵੈਦ ਨੂੰ ਤੇ ਦਵਾਈ ਨੂੰ ਕੋਈ ਦੋਸ਼ ਨਹੀਂ ਦੇਣਾ ਚਾਹੀਦਾ। ਦੋਸ਼ ਨਾ ਦਾਰੂ ਵੈਦ ਨੂੰ, ਭਾਈ ਗੁਰਦਾਸ ਸਾਹਿਬ ਨੇ ਕਿਹਾ, ਉਹਨੂੰ ਦੋਸ਼ ਨਹੀਂ ਹੈ। ਬਿਨ ਸੰਜਮ ਨਿਤ ਰੋਗ ਵਧੰਦਾ, ਸੰਜਮ ਨਹੀਂ ਰੱਖਿਆ ਕਹਿੰਦੇ ਰੋਗ ਵੱਧਦਾ ਜਾਊਗਾ। ਦਵਾਈ ਵੀ ਖਾਈ ਜਾਂਦਾ, ਰੋਗ ਵੀ ਕਹਿੰਦਾ ਵੀ ਦਵਾਈ ਤਾਂ ਕੰਮੇ ਨਹੀਂ ਕਰਦੀ। ਡਾਕਟਰ ਨੂੰ ਵੈਦ ਨੂੰ ਉਲਾਂਭਾ ਦਿੰਦਾ ਹੈ, ਸਤਿਗੁਰੂ ਨੂੰ ਉਲਾਂਭਾ ਨਹੀਂ, ਕਿਉਂਕਿ ਅਸੀਂ ਪਰਹੇਜ਼ ਨਹੀਂ ਰੱਖਦੇ। ਇਹ ਪੱਥ ਹੈ, ਪਰਹੇਜ਼ ਹੈ, ਕਾਮ ਕਰੋ ਆਦਿ ਦਾ, ਈਰਖਾ ਦਵੈਸ਼ ਦਾ, ਨਿੰਦਿਆ ਚੁਗਲੀ ਦਾ, ਉਹ ਵੀ ਕਰੀ ਜਾਂਦੇ ਤੇ ਸਾਰਾ ਕੁਝ ਕਰੀ ਜਾਂਦੇ। ਇਸ ਕਰਕੇ ਲੇਖੇ ਨਹੀਂ ਪੈਂਦਾ ਹੈ। ਗੁਰ ਪਰਮੇਸ਼ਰ ਸੇਵਿਆ, ਜਿਨ੍ਹਾਂ ਨੇ ਗੁਰੂ ਨੂੰ ਪਰਮੇਸ਼ਰ ਰੂਪ ਕਰਕੇ ਸੇਵਿਆ, ਜਾਂ ਫਿਰ ਜਿਨ੍ਹਾਂ ਨੇ ਗੁਰੂ ਅਕਾਲ ਪੁਰਖ ਦਾ ਸੇਵਿਆ, ਸੇਵਨ ਕੀਤਾ, ਪਰਮੇਸ਼ਰ ਵਾਹਿਗੁਰੂ ਦਾ, ਗੁਰੂ ਚੇਤਨ ਹੈ, ਪਰਮੇਸ਼ਵਰ ਹੈ, ਉਹਦਾ ਸੇਵਨ ਕੀਤਾ। ਭੈ ਭੰਜਨ ਦੁੱਖ ਲੱਥ, ਉਹ ਜੰਮਣ ਮਰਨ ਦਾ ਜਿਹੜਾ ਭੈ ਹੈ, ਭੈ ਨੂੰ ਸਤਿਗੁਰੂ ਨੇ ਭੰਜਨ ਭੰਨ ਦਿੱਤਾ ਹੈ। ਭੰਜਨ ਨਾਮ ਹੈ ਭੰਨਣ ਦਾ ਹੁੰਦਾ ਹੈ। ਲੋਕ ਪਰਲੋਕ ਦੇ ਦੁੱਖ ਲੱਥ ਗਏ, ਲੱਥ ਲੈ ਜਾਣਾ। ਤੇ ਇਸ ਕਹਿੰਦਾ ਫਲਾਨਿਆ ਗਲੋਂ ਲੱਥ ਜਾ, ਗਲੋਂ ਲੈ ਜਾ, ਇਹ ਲੈਣ ਤੋਂ ਭਾਵ ਹੈ ਖਤਮ ਹੋ ਗਏ। ਜਿਨ੍ਹਾਂ ਨੇ ਭੈ ਭੰਜਨ, ਡਰਾਂ ਨੂੰ ਨਾਸ਼ ਕਰਨ ਵਾਲੇ ਕੌਣ? ਪਰਮੇਸ਼ਰ ਸੂ ਸਤਿਗੁਰੂ। ਤੇ ਉਹਨਾਂ ਦਾ, ਜਿਨ੍ਹਾਂ ਦਾ ਸਤਿਗੁਰੂ ਨੇ ਕਿਰਪਾ ਕਰਕੇ ਨਾਮ ਦੇ ਦਿੱਤਾ, ਇਹ ਡਰ ਨਾਸ਼ ਹੋ ਗਿਆ, ਜੰਮਣ ਤੇ ਮਰਨ ਦਾ ਦੁੱਖ ਲੈ ਗਿਆ, ਉਹਨਾਂ ਦਾ ਖਤਮ ਹੋ ਗਿਆ। ਜਿਹੜੇ ਸਿਮਰਨ ਕਰਨ ਵਾਲੇ ਹਨ, ਪ੍ਰਭ ਕੈ ਸਿਮਰਨ ਕਾਲ ਪਰ ਹਰਿ, ਇਹ ਭੈ ਦੂਰ ਹੋ ਗਏ। ਸਤਿਗੁਰ ਗਹਿਰ ਗੰਭੀਰ ਹੈ, ਸਤਿਗੁਰੂ ਜੀ ਗਹਿਰ ਗਾੜੇ, ਨਿਸ਼ਚਲ ਅਤੇ ਗੰਭੀਰ ਡੂੰਘੇ ਖਿਆਲਾਂ ਵਾਲੇ ਸਤਿਗੁਰੂ ਐਸੇ ਹਨ। ਸੁਖ ਸਾਗਰ ਅਗ ਖੰਡ, ਤੇ ਸੁਖਾਂ ਦਾ ਸਮੁੰਦਰ ਨ, ਜਿਵੇਂ ਸਮੁੰਦਰ ਗਹਿਰਾ ਹੁੰਦਾ, ਗੁਣਾ ਕਰਕੇ ਐਸੇ ਗਏ। ਅਗ ਖੰਡ, ਪਾਪਾਂ ਦੇ ਖੰਡਣ ਵਾਲੇ, ਨਾਸ਼ ਕਰਨ ਵਾਲੇ ਨੇ, ਤੇ ਪਾਪਾਂ ਨੂੰ ਸਤਿਗੁਰੂ ਮਹਾਰਾਜ ਜੀ ਖੰਡ ਸਕਦੇ ਹਨ। ਜਿਨ ਗੁਰ ਸੇਵਿਆ ਆਪਣਾ, ਜਿਨ੍ਹਾਂ ਨੇ ਆਪਣੀ ਸਤਿਗੁਰੂ ਨੂੰ ਸੇਵਿਆ ਹੈ, ਭਾਈ ਆਪਣਾ ਜਾਣ ਕੇ ਸੇਵਿਆ ਹੈ। ਜਮਦੂਤ ਨਾ ਲਾਗੇ ਡੰਡ, ਉਹਨਾਂ ਨੇ ਜਮਦੂਤਾਂ ਦਾ ਡੰਡ ਜਿਹੜਾ ਉਹ ਨਹੀਂ ਮਿਲਦਾ, ਕਿਉਂਕਿ ਜੇ ਸਤਿਗੁਰੂ ਨੇ ਪਰਮਾਤਮਾ ਪਰਮੇਸ਼ਰ ਸਰੂਪ ਹੈ ਸਤਿਗੁਰੂ, ਇੱਕ ਦ੍ਰਿਸ਼ਟੀ ਵੀ ਪੈ ਗਈ ਹੈ, ਉਹ ਦ੍ਰਿਸ਼ਟੀ ਦੇ ਨਾਲ ਐਸਾ ਭਲਾ ਕਰ ਦਿੰਦੇ ਨੇ ਸਤਿਗੁਰੂ। ਜਿਵੇਂ ਸ੍ਰੀ ਨਾਨਕ ਪ੍ਰਕਾਸ਼ ਦੇ ਅੰਦਰ ਗੁਰ ਇਤਿਹਾਸ ਦੇ ਵਿੱਚ ਇੱਕ ਪ੍ਰਸੰਗ ਹੁੰਦਾ ਗੁਰੂ ਨਾਨਕ ਸਾਹਿਬ ਮਹਾਰਾਜ ਦਾ, ਕਿ ਮਹਾਰਾਜ ਸਾਹਿਬ ਸੰਸਾਰ ਨੂੰ ਤਾਰਦੇ ਹੋਏ, ਵਿਚਰਦੇ ਹੋਏ ਉਹੇ ਜਿਹੀ ਥਾਵਾਂ ਤੇ ਚਲੇ ਜਾਂਦੇ ਸੀ ਜਿੱਥੇ ਮਰਦਾਨਾ ਮਹਿਸੂਸ ਕਰਦਾ ਵੀ ਵਿਪਤਾ 'ਚ ਫਸ ਗਏ। ਮਰਦਾਨਾ ਕਹਿੰਦਾ ਗਰੀਬ ਨਵਾਜ਼, ਜੰਗਲਾਂ 'ਚ ਬਹੁਤਾ ਫਿਰਦੇ ਰਹਿੰਦੇ ਆ, ਕਦੇ ਬਸਤੀ ਦੇ ਵਿੱਚ ਵੀ ਚਲਿਆ ਕਰੋ। ਜਾਂਦੇ ਜਾਂਦੇ ਮਹਾਰਾਜ ਕਹਿੰਦੇ ਕੋਈ ਨਹੀਂ ਮਰਦਾਨਾ, ਤੇਰੀ ਇੱਛਾ ਪੂਰੀ ਕਰ ਦਿੰਦੇ ਆ। ਉਹ ਜੰਗਲ ਦੇ ਵਿੱਚੋਂ ਤੁਰਦਿਆਂ ਹਨੇਰਾ ਹੋ ਗਿਆ। ਅੱਗੇ ਪਿੰਡ ਬੜੇ ਦੂਰ ਦੂਰ ਹੁੰਦੇ ਸੀ। ਕਹਿੰਦੇ ਲਾਓ ਦੀਵਾ ਮੱਚਦਾ ਪਿੰਡ ਹੈ, ਸ਼ਾਮ ਦਾ ਵਕਤ ਹੋਇਆ ਸੀ, ਦਿਨ ਛਪਾ ਤੇ ਗਿਆ ਸੀ, ਪਰ ਛਪਿਆ ਨਹੀਂ ਸੀ ਅੱਗੇ। ਮਹਾਰਾਜ ਸਾਹਿਬ ਨੇ ਇਹੋ ਜਿਹਾ ਚੋਜ ਕੀਤਾ ਵੀ ਆਪਣਾ ਭੇਸ ਬਦਲ ਲਿਆ, ਤੇ ਇਉਂ ਲੱਗਣ ਵੀ ਜਿਵੇਂ ਬਹੁਤ ਕੋਈ ਅਮੀਰ ਮਕਲਾਵਾ ਲੈਣ ਵਾਸਤੇ ਜਾ ਰਿਹਾ, ਇੱਕ ਨਾਲ ਮਰਾਸੀ ਹੈ ਤੇ ਇੱਕ ਨਾਲ ਕੋਈ ਹੋਰ ਸਹਾਇਕ ਹੈ, ਐਂ ਹੁੰਦਾ ਸੀ। ਉਹ ਇਹੋ ਜਿਹਾ ਵਾਤਾਵਰਨ ਬਣਾ ਲਿਆ। ਬਸ ਰੋਜ਼ੇ ਭੋਜਨ ਜੇ ਜਾਣ ਲੱਗੇ, ਉਹ ਸਾਰੇ ਪਿੰਡ ਠੱਗਾਂ ਦਾ ਸੀ। ਸੱਥ ਦੇ ਵਿੱਚ ਬੈਠੇ ਠੱਗ ਉਹ ਜਾਂਦੇ ਦੇਖ ਕੇ ਦੂਰੋਂ ਕਹਿੰਦੇ ਲੈ ਵੀ, ਕਹਿੰਦੇ ਆਪਣਾ ਘਰ ਬੈਠਿਆਂ ਦਾ ਹੀ ਕਿਤੇ ਦੂਰ ਜਾਣ ਦੀ ਲੋੜ ਨਹੀਂ ਹੈ, ਵੀ ਥੋੜਾ ਜਿਹਾ ਸਾਵਧਾਨ ਹੋ ਜਾਓ ਵੀ ਇਸ ਵੇਲੇ ਬਹੁਤ ਸਾਰ ਕੋਈ ਚੰਗਾ ਅਮੀਰ ਕੋਈ ਜਾ ਰਿਹਾ ਹੈ, ਕਹਿੰਦੇ ਵੀ ਆਪਾਂ ਇਹਨੂੰ ਲੁੱਟੀਏ। ਉਹ ਪਹਿਲੇ ਹੀ ਉਹਨਾਂ ਇਸ਼ਾਰੇ, ਉਹਨਾਂ ਦੇ ਉਹ ਤਾਂ ਇਸ਼ਾਰਿਆਂ ਨਾਲ ਗੱਲ ਕਰਦੇ, ਤੇ ਠੱਗਾਂ ਦੇ ਪਿੰਡ ਹੁੰਦੇ ਸੀ। ਤੇ ਜਿਸ ਵੇਲੇ ਮਹਾਰਾਜ ਸਾਹਿਬ ਦੀ ਕੋਲ ਦੀ ਲੰਘਣ ਗਏ, ਉਹ ਕਹਿੰਦੇ ਨੌਜਵਾਨੋ ਰੁਕ ਜਾਓ ਜਰਾ ਕਾ। ਮਾਰੇ ਕਹਿੰਦੇ ਕੀ ਗੱਲ ਹੈ? ਬਹੁਤ ਮਿੱਠੀ ਬਾਣੀ, ਠੱਗ ਜਿਹੜਾ ਨਾ ਉਹ ਮਿੱਠੀ ਬਾਣੀ ਬੋਲਦਾ ਹੁੰਦਾ ਹੈ। ਜਦੋਂ ਦੂਜੇ ਦਾ ਨੁਕਸਾਨ ਕਰਨਾ ਹੈ, ਉਹਨੂੰ ਪਤਾ ਕੀ ਲੱਗ ਜੇ ਵੀ ਨੁਕਸਾਨ ਕਰਦਾ, ਉਹਦਾ ਬਣ ਜਾਊਗਾ, ਕੁੱਛੜ 'ਚ ਵੜ ਜੂ, ਉਹਦੇ ਬੁੱਕਲ 'ਚ ਵੜ ਕੇ ਉਹਦੀਆਂ ਆਂਦਰਾਂ ਕੱਟੂਗਾ, ਕੈਂਚੀ ਆਂਦਰਾਂ ਨੂੰ ਫੇਰੂ। ਫਿਰ ਮਿੱਠਾ ਜਿਹਾ ਬੋਲ ਕੇ ਕਹਿੰਦੇ ਚੰਗੇ ਘਰਾਣੇ ਦੇ ਲੱਗਦੇ ਹੋ, ਬਸਦਾ ਰਸਦਾ ਪਿੰਡ ਹੈ, ਅੱਗੇ ਤਾਂ ਬਹੁਤ ਕਈ ਕੋਹਾਂ ਤੋਂ ਪਿੰਡ ਨਹੀਂ ਆਉਣਾ, ਇਹ ਤੁਸੀਂ ਰਾਤ ਇੱਥੇ ਕੱਟ ਲਓ। ਤੇ ਮਹਾਰਾਜ ਕਹਿੰਦੇ ਦੇਖ ਲਓ ਤੁਹਾਡੀ ਮਰਜ਼ੀ ਆ, ਰਾਤ ਕੱਟਣੀ ਆ ਕੱਟ ਲੈਂਦੇ ਆ। ਕਹਿਣ ਲੱਗੇ ਠੀਕ ਹੈ ਵੀ ਤੁਸੀਂ ਇਸ ਤਰ੍ਹਾਂ ਕਰੋ,
ਮਹਾਰਾਜ ਕਹਿੰਦੇ ਵੀ ਸਾਨੂੰ ਰਹਿਣ ਵਾਸਤੇ ਕੋਈ ਜਗ੍ਹਾ ਚੰਗੀ ਚਾਹੀਦੀ ਹੈ, ਇਕਾਂਤ ਚਾਹੀਦੀ ਹੈ। ਉਹ ਕਹਿੰਦੇ ਜਿਹਦੇ ਕੋਲ ਮਾਲ ਧਨ ਹੁੰਦਾ, ਕਹਿੰਦੇ ਉਹ ਇੱਕ ਨਹੀਂ ਕਹਿੰਦਾ ਹੁੰਦਾ ਵੀ ਰੌਲੇ ਗੌਲੇ 'ਚ ਠੀਕ ਨਹੀਂ ਹੈ। ਉਹ ਕਹਿੰਦੇ ਜੀ ਕੋਈ ਨਹੀਂ, ਸਾਡੇ ਪਿੰਡ ਦਾ ਲੰਬੜਦਾਰ ਹੈ ਇਹ ਚੌਧਰੀ, ਕਹਿੰਦੇ ਇਹਦਾ ਚਵਾਰਾ ਕਿਸੇ ਕਿਸੇ ਦੇ ਹੁੰਦਾ ਸੀ ਉਦੋਂ, ਇਹਦੇ ਚਵਾਰੇ 'ਚ ਤੁਹਾਨੂੰ ਇਕਾਂਤ ਹੈ। ਮਹਾਰਾਜ ਕਹਿੰਦੇ ਚਲੋ ਠੀਕ ਹੈ। ਚਵਾਰੇ ਦੇ ਵਿੱਚ ਆਸਣ ਲਾਤਾ, ਬਾਲਾ ਮਰਦਾਨਾ ਨਾਲ ਹੈ। ਮਰਦਾਨਾ ਖੁਸ਼ ਹੋ ਗਿਆ ਵੀ ਵਧੀਆ ਆ ਗਏ ਆਪਾਂ, ਤੇ ਦੋਨੇ ਹੱਥ ਜੋੜ ਕੇ ਕਹਿੰਦਾ ਜੀ ਮੈਂ ਪਾਣੀ ਲਿਆਵਾਂ? ਮਹਾਰਾਜ ਕਹਿੰਦੇ ਨਹੀਂ। ਮਰਦਾਨੇ ਨੂੰ ਮਹਿਸੂਸ ਹੋਇਆ ਵੀ ਪਿਆਸ ਤਾਂ ਲੱਗੀ ਸੀ, ਜਵਾਬ ਕਿਉਂ ਦੇ ਦਿੱਤਾ? ਉਹ ਕਹਿੰਦਾ ਥੋੜੇ ਚਿਰ ਬਾਅਦ ਆ ਕੇ ਕਹਿੰਦੇ ਜੀ ਦੁੱਧ ਲਿਆਵਾਂ? ਮਹਾਰਾਜ ਕਹਿੰਦੇ ਨਹੀਂ। ਫਿਰ ਮਰਦਾਨਾ ਹੋਰ ਥੋੜਾ ਜਿਹਾ ਅੰਦਰ ਉਹਨੂੰ ਗੁੱਸਾ ਲੱਗਿਆ, ਕਹਿੰਦਾ ਵੀ ਦੇਖੋ ਜੀ ਆਪ ਨਹੀਂ ਪੀਣਾ, ਸਾਡਾ ਹੀ ਖਿਆਲ ਰੱਖਣ ਮਹਾਰਾਜ। ਫਿਰ ਉਹ ਆ ਕੇ ਕਹਿੰਦਾ ਜੀ ਪ੍ਰਸ਼ਾਦਾ ਦੱਸੋ, ਦਾਲ ਸਬਜ਼ੀ ਕਾਹਦੀ ਪਸੰਦ ਕਰਦੇ ਹੋ? ਮਹਾਰਾਜ ਕਹਿੰਦੇ ਖਾਣਾ ਹੀ ਨਹੀਂ, ਦਾਲ ਸਬਜ਼ੀ ਤਾਂ ਬਣਾਉਣੀ ਹੋਵੇ ਜੇ ਖਾਣਾ ਹੋਵੇ। ਬਸ ਫਿਰ ਮਰਦਾਨਾ ਕਹਿੰਦਾ ਵੀ ਹੁਣ ਕੱਲ ਦਿਨ ਚੜ੍ਹੀ ਕਹਿ ਦੇਣਾ ਮਹਾਰਾਜ ਨੂੰ ਵੀ ਮੈਨੂੰ ਤਾਂ ਜਾਣ ਦਿਓ ਤਲਵੰਡੀ, ਜਾਂ ਰੋਟੀਆਂ ਨਹੀਂ ਖਾਣ ਦੇਣੀ। ਜੰਗਲਾਂ 'ਚ ਫਿਰਦੇ ਉੱਥੇ ਤਾਂ ਨਹੀਂ ਮਿਲਦੀ ਸੀ, ਇੱਥੇ ਮਿਲਦੀ ਉੱਥੇ ਵੀ ਨਹੀਂ ਖਾਣ ਦਿੰਦੇ ਤੁਸੀਂ ਤਾਂ। ਉਹ ਜਾਂ ਹੇਠਾਂ ਉੜ ਗਿਆ, ਮਰਦਾਨਾ ਗੁੱਸੇ 'ਚ ਹੋਇਆ ਪਿਆ। ਮਰਦੇ ਕਹਿੰਦੇ ਮਰਦਾਨਿਆਂ ਬੋਲਦਾ ਨਹੀਂ ਆ। ਕਹਿੰਦਾ ਜੀ ਬੋਲਾਂ ਕੀ, ਭੁੱਖ ਲੱਗੀ ਹੋਈ ਹੈ, ਜਵਾਬ ਦੇਤਾ ਤੁਸੀਂ। ਤੇ ਤੁਸੀਂ ਮਹਾਰਾਜ ਕੀ ਗੱਲ ਹੈ ਵੀ ਤੁਸੀਂ ਮੈਨੂੰ ਮਾਰਨਾ ਚਾਹੁੰਦੇ ਹੋ ਭੁੱਖਾ? ਕਹਿੰਦੇ ਜਿਉਂਦਾ ਰੱਖਣਾ ਚਾਹੁੰਦੇ ਆ। ਕਹਿੰਦੇ ਫਿਰ ਭੁੱਖੇ ਨੂੰ ਕਿਵੇਂ ਜਿਉਂਦਾ ਰੱਖੋਗੇ? ਮੈਂ ਮਰਦਾਨਿਆਂ ਜੇ ਤੈਨੂੰ ਦੱਸਦਾ ਨੀਂਦ ਹੀ ਨਹੀਂ ਆਉਣੀ, ਹੁਣ ਸੌਂ ਜਾਏਗਾ। ਕਹਿੰਦਾ ਨਹੀਂ ਮਹਾਰਾਜ ਦੱਸੋ। ਉੱਠ ਕੇ ਬੈਠਾ ਹੋ ਗਿਆ। ਮਹਾਰਾਜ ਕਹਿੰਦੇ ਸਾਰਾ ਪਿੰਡ ਠੱਗਾਂ ਦਾ ਹੈ, ਇੱਕ ਵੀ ਬੰਦਾ ਨਹੀਂ ਆ ਜਿਹੜਾ ਠੱਗ ਨਾ ਹੋਵੇ। ਕਹਿੰਦੇ ਫੇਰ ਜੇ ਪਾਣੀ ਨੂੰ ਹਾਂ ਕਰ ਦਿੰਦੇ, ਪਾਣੀ 'ਚ ਜ਼ਹਿਰ ਮਿਲਾ ਕੇ ਆਪਣੇ ਤਿੰਨਾਂ ਨੂੰ ਮਾਰ ਦੇਣਾ ਸੀ ਇਹਨਾਂ ਨੇ। ਜੇ ਦੁੱਧ ਨੂੰ ਹਾਂ ਕਰਦੇ, ਦੁੱਧ 'ਚ ਜ਼ਹਿਰ ਪਾਉਣੀ। ਜੇ ਖਾਣੇ ਨੂੰ ਹਾਂ ਕਰਦੇ, ਖਾਣੇ 'ਚ। ਹੁਣ ਕਮ ਸੇ ਕਮ ਭੁੱਖ ਤਾਂ ਚੰਗੀ ਇਹਦੇ ਨਾਲ। ਮਰਦਾਨਾ ਕਹਿੰਦਾ ਜੀ ਫਿਰ ਤਾਂ ਆਪਾਂ ਚੱਲੀਏ ਰਾਤ ਨੂੰ ਹੀ। ਮਹਾਰਾਜ ਕਹਿੰਦੇ ਚੱਲ ਚੱਲੀਏ ਇਹਨਾਂ ਨੂੰ ਛੱਡ ਕੇ। ਮਹਾਰਾਜ ਕਹਿੰਦੇ ਏਕਣ ਕਿਉਂ ਭੱਜਣੇ, ਆਪਾਂ ਕਹਿ ਰਹੇ ਕਿਤੇ ਇੱਥੇ ਹੀ ਰਹਾਂਗੇ, ਤੂੰ ਨਾ ਚਿੰਤਾ ਕਰ, ਪੈ ਜਾ ਆਰਾਮ ਨਾਲ। ਮਰਦਾਨਾ ਪਿਆ, ਕੁਛ ਨੀਂਦ, ਭੁੱਖੇ ਨੂੰ ਨੀਂਦ ਵੀ ਘੱਟ ਆਉਂਦੀ ਹੈ, ਜਦੋਂ ਥੱਕਿਆ ਸੀ ਨੀਂਦ ਨੂੰ ਆ ਗਈ। ਪਹਿਰ ਰਾਤ ਰਹਿੰਦੀ। ਮਹਾਰਾਜ ਸਾਹਿਬ ਨੇ ਜਗਾ ਕੇ ਕਹਿੰਦੇ ਮਰਦਾਨੇ ਉੱਠ ਖੜ। ਕਹਿੰਦੇ ਜੀ ਚੱਲੀਏ? ਕਹਿੰਦੇ ਨਹੀਂ, ਰਵਾਬ ਸੁਰ ਕਰ ਲੈ। ਕਹਿੰਦਾ ਮਹਾਰਾਜ ਕੀਰਤਨ ਇੱਥੇ ਠੱਗਾਂ ਦੇ ਕਿਤੇ ਕੌਣ ਹੈ ਸੁਣਨ ਵਾਲਾ? ਕਹਿੰਦੇ ਆਪਾਂ ਨਿਰੰਕਾਰ ਨੂੰ ਸੁਣਨਾ, ਕੀਰਤਨ ਕਰ। ਕਹਿੰਦਾ ਮਹਾਰਾਜ ਕਿਉਂ ਜਗਾਉਨੇ ਹੋ ਇਹਨਾਂ ਨੂੰ, ਜਾ ਕੇ ਖਬਰ ਹੈ ਕਿਆ ਕਰ ਦੇਣਗੇ, ਆਪਣਾ ਪਤਾ ਚੱਲੀਏ। ਕਹਿੰਦੇ ਮਰਦਾਨਿਆਂ ਤੂੰ ਕੀਰਤਨ ਕਰ ਬਸ। ਕਬੀਰ ਸਾਹਿਬ ਨੇ ਕਿਹਾ ਕਹੋ ਕਬੀਰ ਅੱਖਰ ਦੋਏ ਭਾਗ, ਹੋਏਗਾ ਖਸਮ ਤਾਂ ਲਏਗਾ ਰਾਖ। ਕੀਰਤਨ ਕੀਤਾ ਬਸ। ਫਿਰ ਪੌ ਫਟਾਲਾ ਜੇ ਹੋਇਆ ਨਹੀਂ ਸੀ, ਮੂੰਹ ਨੇਰੇ ਜਿਹਨੂੰ ਕਹਿੰਦੇ ਆ। ਕਹਿੰਦੇ ਲੈ ਵੀ ਮਰਦਾਨਾ ਚਲੋ। ਮਰਦਾਨੇ ਨੇ ਝੋਲਾ ਚੱਕਿਆ, ਫਟਾਫਟ ਮਹਾਰਾਜ ਸਾਹਿਬ ਜੀ ਨਿਕਲ ਗਏ ਉੱਥੋਂ। ਤੇ ਮਹਾਰਾਜ ਸਾਹਿਬ ਜੀ ਤੁਰਦੇ ਜਾਂਦੇ 5 ਕੋਹਾਂ ਲਿਖਿਆ ਵੀ 5 ਕੋਹਾਂ ਤੱਕ ਚਲੇ ਗਏ ਸੀ। ਇਸ ਪਿੰਡ ਤੋਂ 5 ਕੋਹਾਂ ਦੂਰ, ਅੱਗੇ ਕੋਹਾਂ ਹੁੰਦੀਆਂ ਸੀ, ਦੂਰ ਨਿਕਲ ਗਏ ਸੀ ਮਹਾਰਾਜ। ਹੁਣ ਜਿਹੜੇ ਦੀ ਅੱਖ ਖੁੱਲਦੀ ਹੈ, ਐਸੀ ਮਾਇਆ ਪਾਈ ਸਾਰਾ ਪਿੰਡ ਹੀ ਸੁੱਤਾ ਰਹਿ ਗਿਆ, ਕੋਈ ਵੀ ਨਹੀਂ ਜਾਗਿਆ ਉਸ ਤੇ। ਜਿਹੜਾ ਉੱਠੇ ਲੰਬੜਦਾਰ ਦੇ ਘਰ ਨੂੰ, ਜਿਹੜਾ ਉੱਠੇ ਨਾ ਲੰਬੜਦਾਰਾ ਕਿਵੇਂ ਆ। ਫਿਰ ਜਿਹੜਾ ਰਾਤ ਵਾਲੀ ਢੱਗ ਫਸੀ ਹੋਈ ਸੀ, ਕਿੰਨਾ ਕੁ ਮਾਲ ਨਿਕਲਿਆ, ਲਾਸ਼ਾਂ ਬਿਲੇ ਲਾਤੀਆਂ ਕਿ ਨਹੀਂ, ਕਿਉਂਕਿ ਲੁੱਟ ਕੇ ਫਿਰ ਲਾਸ਼ਾਂ ਸਿੱਟਾਉਂਦੇ ਸੀ ਦੂਰ। ਉਹ ਕਹਿੰਦਾ ਮੈਨੂੰ ਤਾਂ ਜਾਗ ਹੋਣਾ ਹੀ ਹੈ। ਨੱਟ ਕੇ ਦੇਖਿਆ ਚਵਾਰਾ ਖਾਲੀ। ਉਹ ਕਹਿੰਦੇ ਵੀ ਤੂੰ ਅੱਜ ਤੱਕ ਬੇਈਮਾਨਾ ਨਹੀਂ ਸੀ ਕਰਿਆ, ਅੱਜ ਮਾਲ ਸੀ ਵੱਡਾ, ਤੂੰ ਕਰਿਆ ਬੇਈਮਾਨਾ। ਲੜ ਪਏ ਆਪਸ ਵਿੱਚ ਹੀ। ਤੇ ਚੋਰ ਲੁੱਟਣ ਵੇਲੇ ਨਹੀਂ ਲੜਦੇ, ਵੰਡਣ ਵੇਲੇ ਲੜਦੇ ਆ ਫਿਰ ਇਹ। ਤੇ ਜਿਸ ਵੇਲੇ ਉਹ ਆਪਸ ਵਿੱਚ ਹੀ ਲੜਨ ਲੱਗੇ, ਸਿਆਣੇ ਬੰਦੇ ਕਹਿੰਦੇ ਉਹ ਭਾਈ ਲੜੋ ਨਾ ਤੁਸੀਂ, ਤੇ ਗੱਲ ਕੀ ਹੈ? ਕਹਿੰਦੇ ਵੀ 10 ਲਾਸ਼ਾਂ ਕਿੱਥੇ ਨੇ, ਮਾਲ ਕਿੰਨਾ ਸੀ? ਉਹ ਇੱਕ ਉਹਨਾਂ ਦਾ ਪੀਰ ਸੀ, ਜੇ ਪੀਰ ਦੀ ਸਹੁੰ ਖਾ ਲਏ ਇਤਵਾਰ। ਕਹਿੰਦੇ ਪੀਰ ਦੀ ਸਹੁੰ ਖਾਂਦਾ ਮੈਂ। ਕਹਿੰਦੇ ਵੀ ਚੱਲ ਹੁਣ ਇਤਵਾਰ ਹੈ। ਉਹ ਕਹਿੰਦੇ ਹੁਣ ਇਹ ਕਰੋ ਵੀ ਉਹਨਾਂ ਕੋਲ ਨਾ ਘੋੜਾ ਹੈ ਨਾ ਰਥ ਹੈ, ਵੀ ਕਿੰਨੀ ਕੁ ਦੂਰ ਚਲੇ ਗਏ ਹੋਣਗੇ, ਤੁਸੀਂ ਇਹ ਤਾਂ ਹਿਸਾਬ ਲਾਓ। ਕਹਿੰਦੇ ਵੀ ਐਂ ਕਰੋ ਪੈੜੂ ਬੁਲਾਓ। ਪੈੜੂ ਬੁਲਾਏ। ਪੈੜ ਕਿੱਧਰ ਨੂੰ ਜਾਂਦੇ? ਜਿੱਧਰ ਨੂੰ ਪੈੜ ਜਾਂਦੇ ਸੀ। ਨੌਜਵਾਨ 4 ਨਠਲੇ ਡਾਂਗਾਂ ਹੱਥਾਂ 'ਚ ਫੜੀਆਂ। ਮਹਾਰਾਜ ਜਾਂਦੇ ਜਾਂਦੇ ਨਾ ਥੋੜਾ ਚਿਰ ਬਾਅਦ ਐ ਪਿੱਛੇ ਨੂੰ ਦੇਖ ਲਿਆ ਕਰ। ਮਰਦਾਨਾ ਕਹਿੰਦਾ ਮਹਾਰਾਜ ਕੀ ਦੇਖਦੇ ਹੋ? ਕਹਿੰਦੇ ਬਸ ਕੋਈ ਨਹੀਂ, ਮੈਂ ਦੇਖਦਾ ਹੀ ਆ, ਕੁਛ ਨਿਰੰਕਾਰ ਦੇ ਰੰਗ ਦੇਖਦਾ। ਤੇ ਜਿਸ ਵੇਲੇ ਉਹ ਨੌਜਵਾਨ 5 ਕੋਹਾਂ ਤੇ ਜਦ ਦੇਖੇ ਜਾਂਦੇ, ਮਾਰਿਆ ਲਲਕਾਰਾ। ਕਹਿੰਦੇ ਦਬਕਾ ਮਾਰਿਆ, ਠਹਿਰ ਜਾਓ। ਕਹਿੰਦੇ ਤੁਸੀਂ ਲੁੱਟ ਕੇ ਲੈ ਆਓ ਸਾਡੇ ਪਿੰਡ ਨੂੰ, ਲਟੇਰੇ ਕਹਿੰਦੇ ਨੇ, ਤੁਸੀਂ ਲੁੱਟ ਕੇ ਲੈ ਆਓ। ਮਰਦਾਨੇ ਨੇ ਦੇਖਿਆ, ਕਹਿੰਦੇ ਮਹਾਰਾਜ ਇਹਨਾਂ ਨੂੰ ਦੇਖਦੇ ਸੀ ਤੁਸੀਂ, ਆ ਗਏ। ਮਹਾਰਾਜ ਕਹਿੰਦੇ ਘਬਰਾਓ ਨਾ। ਆ ਗਏ ਨੇੜੇ। ਕਹਿੰਦੇ ਕੀ ਗੱਲ ਹੈ ਬਈ? ਕਹਿੰਦੇ ਤੁਸੀਂ ਸਾਡੇ ਪਿੰਡ ਨੂੰ ਉੱਥੇ ਚੋਰੀ ਕਰਕੇ ਲਿਆਓ, ਠੱਗ ਕੇ ਲਿਆਓ। ਮਹਾਰਾਜ ਕਹਿੰਦੇ ਅਕਲ ਦੀ ਗੱਲ ਕਰੋ, ਵੀ ਤੁਸੀਂ ਆ ਕੀ ਐਵੇਂ ਇਲਜ਼ਾਮ ਲਾਉਂਦੇ ਹੋ? ਕਹਿੰਦੇ ਨਹੀਂ ਜੀ ਸਾਨੂੰ ਹੁਕਮ ਆਇਆ। ਕਹਿੰਦੇ ਵੀ ਅਸੀਂ, ਕਹਿੰਦੇ ਕੀ ਕਰੋਗੇ ਸਾਡਾ? ਉਹ ਕਹਿੰਦੇ ਅਸਲ 'ਚ ਗੱਲ ਇਹ ਹੈ
ਵੀ ਚੋਰ ਠੱਗ ਤੁਸੀਂ ਨਹੀਂ ਹੋ, ਉਹ ਤਾਂ ਹੈਗੇ ਅਸੀਂ। ਸੱਚੀ ਗੱਲ ਤਾਂ ਇਹ ਹੈ ਵੀ ਅਸੀਂ ਉਹ ਠੱਗ ਆ ਜਿਹੜੇ ਮਾਰਦੇ ਪਹਿਲਾਂ ਹੁੰਨੇ ਆ, ਲੁੱਟਦੇ ਬਾਅਦ ਚ ਹੁੰਨੇ ਆ। ਤਲਾਸ਼ੀ ਤੁਹਾਡੀ ਬਾਅਦ ਚ ਲਵਾਂਗੇ, ਪਹਿਲਾਂ ਮਾਰਾਂਗੇ ਤੁਹਾਨੂੰ। ਮਹਾਰਾਜ ਕਹਿੰਦੇ ਵੀ ਕੋਈ ਨਹੀਂ, ਅਸੀਂ ਤਾਂ ਮਰਨ ਨੂੰ ਤਿਆਰ ਹੀ ਹਾਂ, ਪਰ ਇੱਕ ਕੰਮ ਤਾਂ ਕਰ ਦਿਓ ਸਾਡਾ। ਕਹਿੰਦੇ ਕੀ? ਕਹਿੰਦੇ ਸਾਡੇ ਪ੍ਰਦੇਸ਼ੀ ਬੰਦੇ ਆ, ਦੂਰ ਦਰਾਡੇ ਘਰ ਹੈ, ਨਾ ਕੋਈ ਸਾਡਾ ਸੰਬੰਧੀ ਆਗੂਆ, ਵੀ ਸਾਡਾ ਸੰਸਕਾਰ ਤਾਂ ਕਰ ਦਿਓ। ਉਹ ਮਹਾਰਾਜ ਨੇ ਉੱਥੇ ਲਿਖਿਆ, ਕਹਿੰਦੇ ਵੀ ਉਹਨਾਂ ਦੇ ਮਨ ਬਦਲਤੇ ਨਹੀਂ, ਐ ਬਦਲਦੇ ਨਹੀਂ ਹੁੰਦੇ। ਕਹਿੰਦੇ ਹਾਂ ਕਰ ਦਾਂਗੇ। ਕਹਿੰਦੇ ਪਰ ਇੱਕ ਮੁਸ਼ਕਿਲ ਹੈ ਵੀ ਅੱਗ ਕਿੱਥੋਂ ਲਿਆਈਏ। ਮਹਾਰਾਜ ਸਾਹਿਬ ਜੀ ਸਾਹਮਣੇ ਇੱਕ ਚਿਖਾ ਮੱਚਦੀ ਸੀ ਕਿਸੇ, ਉਹ ਅੱਗ ਲਾ ਕੇ ਚਲੇ ਗਏ ਸੰਬੰਧੀ ਉਹਦੇ, ਜੰਗਲ ਚਿਖਾ ਮੱਚਦੀ ਹੈ। ਮਹਾਰਾਜ ਉਂਗਲ ਕਰਕੇ ਕਹਿੰਦੇ ਉਹ ਦੇਖੋ ਅੱਗ ਨਹੀਂ ਹੈ। ਉਹ ਐ ਉਂਗਲ ਕੀਤੀ ਤੇ ਨਾਲੇ ਨਿਗਾਹ ਕੀਤੀ। ਉਹ ਕਹਿੰਦੇ ਹਾਂ ਲੈ ਆਉਨੇ। ਉਹ ਕਹਿੰਦੇ ਵੀ ਤੁਸੀਂ ਭੱਜ ਜਾਓਗੇ। ਮਹਾਰਾਜ ਕਹਿੰਦੇ ਦੋ ਤੁਸੀਂ ਡਾਂਗਾ ਵਾਲੇ ਖੜੇ ਰਹੋ, ਇਸੇ ਦੋ ਜਾ ਕੇ ਅੱਗ ਲਾਇਓ। ਜਦੋਂ ਅੱਗ ਲੈਣ ਗਏ ਤਾਂ ਉੱਥੇ ਕੀ ਦੇਖਿਆ, ਦੋ ਧਿਰਾਂ ਦੇ ਆਪਸ ਵਿੱਚ ਇੱਕ ਬੰਦਾ ਫੜਿਆ ਹੋਇਆ, ਉਹਨੂੰ ਕੁੱਟ ਰਹੇ ਨੇ ਤੇ ਮਾਰ ਰਹੇ ਨੇ ਸੋਟਿਆਂ ਨਾਲ। ਉਹਨੇ ਕਿਹਾ ਵੀ ਬੜਾ ਇੱਥੇ ਦੰਗਲ ਦੇ ਵਿੱਚ ਚਲੋ ਕੋਈ ਹੋਊਗਾ, ਆਪਾਂ ਨੂੰ ਕੀ ਲੈਣ ਦੇਣਾ। ਉਹ ਚਿਖਾ ਦੇ ਵਿੱਚੋਂ ਅੱਗ ਲੈ ਕੇ ਜਦੋਂ ਮੁੜਨ ਲੱਗੇ, ਉਹੀ ਬੰਦੇ ਨੂੰ ਪਾਲਕੀ 'ਚ ਬਿਠਾਇਆ ਹੋਇਆ ਤੇ ਗਲ 'ਚ ਹਾਰ ਪਾਏ ਹੋਏ। ਉਹਨੇ ਕਿਹਾ ਵੀ ਪੁੱਛ ਤਾਂ ਲਈਏ। ਉਹ ਕਹਿੰਦੇ ਭਾਈ ਤੁਸੀਂ ਕੌਣ ਹੈ? ਭਾਈ ਸੰਤੋਖ ਸਿੰਘ ਲਿਖਦੇ ਨੇ, ਕੌਣ ਅਹੈ ਸ਼ਿਵ ਕਾ ਪਰਜਾਵਤ, ਪੂਰਬ ਸਾਸਨ ਦੇਵਤ ਜਾਹੀ। ਕਹਿੰਦੇ ਜਿਹਨੂੰ ਤੁਸੀਂ ਕੁੱਟਦੇ ਸੀ, ਮਾਰਦੇ ਸੀ, ਇਹ ਪਾਲਕੀ 'ਚ ਬਿਠਾਇਆ। ਦੂਤਨ ਬੈਨ ਪਨੇ ਇਹ ਪਾਪੀ ਥੋ, ਦੇਨ ਬੜੋ ਦੁੱਖ ਲਾਇਕ ਆਹੀ। ਇਹ ਦੁੱਖ ਦੇਣ ਦੇ ਲਾਇਕ ਸੀ। ਜਿਹੜੇ ਕੁੱਟਦੇ ਸੀ ਉਹ ਜਮਦੂਤ ਸੀ, ਅਸੀਂ ਹੋਰ ਹਾਂ। ਕਹਿੰਦੇ ਵੀ ਇਹ ਕੀ ਗੱਲ ਹੈ? ਉਹ ਵੀ ਕੋਲੇ ਖੜੇ। ਕਹਿੰਦੇ ਤੂੰ ਚਿਖਾ ਪਿਖਿਓ ਗੁਰੂ ਨਾਨਕ, ਹੋਏ ਪਨੀਤ ਗਇਓ ਛਿਨ ਮਾਹੀ। ਗੁਰੂ ਨਾਨਕ ਦੀ ਦ੍ਰਿਸ਼ਟੀ ਪੈ ਗਈ ਕਿ ਛਿਨ ਚ ਪਵਿੱਤਰ ਹੋ ਗਿਆ ਇਹ। ਸਾਸਨ ਤੇ ਛੁਟ ਪ੍ਰਾਪਤ ਪਾ ਸੁਖ, ਕੀਨ ਜੇ ਪਾਪ ਰਹਿਓ ਇੱਕ ਨਾਹੀ। ਜਿੰਨੇ ਜੀਵਨ ਪਰ ਪਾਪ ਕੀਤੇ, ਇੱਕ ਵੀ ਪਾਪ ਨਹੀਂ ਰਿਹਾ ਉਹਨੇ ਦੇ ਕੋਲ। ਕਿਉਂ? ਦ੍ਰਿਸ਼ਟੀ ਗੁਰੂ ਨਾਨਕ ਦੀ ਪੈ ਗਈ। ਉਹ ਪੁੱਛਦੇ ਆ, ਕਹਿੰਦੇ ਗੁਰੂ ਨਾਨਕ ਕੌਣ ਹੈ? ਕਹਿੰਦੇ ਜਿਹਨੂੰ ਫੂਕਣ ਵਾਸਤੇ, ਅੱਗ ਲੈਣ ਵਾਸਤੇ ਆਏ ਹੋ ਤੁਸੀਂ। ਆਓ ਗੁਰੂ ਨਾਨਕ ਹੈ, ਸੰਸਾਰ ਦਾ ਮਾਲਕ ਹੈ। ਜੇ ਚਾਹੁੰਦਾ ਇੱਕ ਛਿਨ ਵਿੱਚ ਤੁਹਾਡੇ ਸਾਰੇ ਪਿੰਡ ਨੂੰ ਭਸਮ ਕਰ ਦਿੰਦਾ, ਸੰਸਾਰ ਨੂੰ ਭਸਮ ਕਰ ਸਕਦਾ ਹੈ। ਇਹਦੀ ਦ੍ਰਿਸ਼ਟੀ ਨਾਲ ਵੀ ਤਰ ਜਾਂਦੇ ਆ ਲੋਕ। ਬਸ ਫਿਰ ਵਾਪਸ ਆ ਗਏ। ਵਾਪਸ ਆ ਕੇ ਗੁਰੂ ਨਾਨਕ ਦੇ ਚਰਨੀ ਡਿੱਗ ਪਏ। ਕਹਿੰਦੇ ਮਹਾਰਾਜ ਬਖਸ਼ ਲਓ, ਬਖਸ਼ ਲਓ। ਉਹ ਕਹਿੰਦੇ ਤੁਹਾਨੂੰ ਹੋ ਕੀ ਗਿਆ? ਅੱਗ ਲੈਣ ਗਏ ਸੀ। ਉਹ ਕਹਿੰਦੇ ਅੱਗ ਦਾ ਕੀ ਲੈਣੀ ਆ, ਭਾਣਾ ਵਰਤਿਆ ਦੱਸਿਆ। ਉਹ ਵੀ ਚਰਨੀ ਡਿੱਗ ਪਏ। ਮਹਾਰਾਜ ਸਾਡੇ ਪਿੰਡ ਚਲੋ। 5 ਕੋਹਾਂ ਤੋਂ ਮੁੜ ਕੇ ਵਾਪਸ ਆਏ। ਪਿੰਡ ਵਾਲਿਆਂ ਨੂੰ ਦੱਸਿਆ ਵੀ ਆਹ ਭਾਣਾ ਵਰਤਿਆ। ਉਹ ਸਾਰੇ ਗਰੀਬ ਨਵਾਜ਼ ਦੇ ਚਰਨੀ ਪਏ। ਮਹਾਰਾਜ ਕਹਿੰਦੇ ਤੁਹਾਡਾ ਭਲਾ, ਜੇ ਚਿਖਾ ਦੇ ਵਿੱਚ ਇੱਕ ਮਰੇ ਹੋਏ ਪ੍ਰਾਣੀ ਦੇ ਜੀਵ ਆਤਮਾ ਦਾ ਭਲਾ ਹੋ ਸਕਦਾ, ਨਿਰੰਕਾਰ ਤੁਹਾਡਾ ਵੀ ਭਲਾ ਕਰੇਗਾ। ਧਰਮਸਾਲ ਬਣਾਓ। ਧਰਮਸਾਲ ਬਣਾਇਆ। ਚੋਰੀਆਂ ਠੱਗੀਆਂ ਦਾ ਮਾਲ ਵਾਪਸ ਲਟਾ ਦਿਓ ਜਿਨ੍ਹਾਂ ਤੋਂ ਲਿਆਂਦਾ ਹੈ, ਜਾਂ ਗਰੀਬਾਂ ਨੂੰ ਵੰਡ ਦਿਓ। ਤੇ ਤੁਸੀਂ ਕੀ ਕਰਨਾ? ਅੱਜ ਤੋਂ ਬਾਅਦ ਧਰਮ ਦੀ ਕਿਰਤ ਕਰਨੀ ਹੈ, 2 ਵੇਲੇ ਸੰਗਤ ਕਰਨੀ ਹੈ, ਕਥਾ ਕੀਰਤਨ ਕਰੋ। ਸ਼ਬਦ ਲਿਖ ਕੇ ਦੇ ਦਿੱਤੇ। ਐ ਪਿੰਡਾਂ ਉਹਨਾਂ ਦਾ ਠੱਗਾਂ ਦੇ ਪਿੰਡ ਦਾ ਆਧਾਰ ਕੀਤਾ ਹੈ। ਜਮਦੂਤ ਨਾਲ ਲੱਗ ਗਿਆ ਡੰਡ। ਉਹਨਾਂ ਨੂੰ ਜਮਦੂਤਾਂ ਦਾ ਡੰਡ ਨਹੀਂ ਲੱਗਦਾ ਜਿਨ੍ਹਾਂ ਦੇ ਉੱਤੇ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਕਿਰਪਾ ਦ੍ਰਿਸ਼ਟੀ ਹੋ ਗਈ। ਤੇ ਆਪਣੇ ਸੇਵਕਾਂ ਨੂੰ ਕਿਉਂ ਨਹੀਂ ਬਚਾਉਣਗੇ? ਆਪਾਂ ਤਾਂ ਗੁਰੂ ਨਾਨਕ ਦੇ ਸਿੱਖ ਵੱਜਦੇ ਹਾਂ। ਆਹ ਚਿਖਾ ਵਾਲਾ ਤਾਂ ਕੁਝ ਵੀ ਨਹੀਂ ਸੀ ਲੱਗਦਾ ਭਾਈ। ਇਸ ਕਰਕੇ ਗੁਰੂ ਨਾਨਕ ਤੇ ਭਰੋਸਾ ਰੱਖਣ ਦੀ ਲੋੜ ਹੈ। ਗੁਰੂ ਨਾਲ ਤੁਲ ਨਾ ਲੱਗੇ। ਗੁਰੂ ਦੇ ਨਾਲ ਜੇ ਆਪਾਂ ਦੇਖੀਏ ਉਹਦੇ ਬਰਾਬਰ ਕੌਣ ਹੈ? ਉਹਦੇ ਬਰਾਬਰ ਕੋਈ ਨਹੀਂ ਲੱਗ ਸਕਦਾ। ਬਰਾਬਰ ਕੋਈ ਨਹੀਂ ਹੈ ਗੁਰੂ ਦੇ। ਖੋਜ ਡਿਠਾ ਬ੍ਰਹਮੰਡ। ਬ੍ਰਹਮੰਡ ਜਿਹੜਾ ਹੈ ਵੱਡਾ ਭਾਂਡਾ, ਡਿਠਾ ਦੇਖਿਆ ਖੋਜ ਕਰਕੇ। ਸਾਰਾ ਬ੍ਰਹਮੰਡ ਖੋਜ ਢੂੰਡ ਕੇ ਡਿਠਾ ਦੇਖ ਲਿਆ। ਸਤਿਗੁਰੂ ਦੇ ਤੁਲ ਬਰਾਬਰ ਨਾਲ ਕੋਈ ਨਹੀਂ ਲੱਗਦਾ। ਭਾਵ ਉਹਦੇ ਬਰਾਬਰ ਗੁਰੂ ਦੇ ਕੋਈ ਨਹੀਂ ਹੋ ਸਕਦਾ। ਉਹਦੇ ਤੁਲਨਾ ਤੋਲੀਏ ਕੋਈ ਦੇਵੀ ਦੇਵਤੇ, ਸਤਿਗੁਰੂ ਦਾ ਸਾਨੀ ਨਹੀਂ ਹੈ ਕੋਈ। ਆਪਣੇ ਕਰਮ ਫਲ ਭੋਗਦੇ ਫਿਰਦੇ। ਉਹ ਤਾਂ ਕਾਲ ਦੇ ਅਧੀਨ ਜਿਹੜੇ ਦੇਵਤੇ। ਗੁਰੂ ਦਸਮ ਪਾਤਸ਼ਾਹ ਨੇ ਸ੍ਰੀ ਦਸਮ ਦੇ ਅੰਦਰ ਇਸੇ ਕਰਕੇ ਲਿਖਿਆ, ਕਾਲ ਹੀ ਪਾਏ ਪਇਓ ਬ੍ਰਹਮਾ, ਗਏ ਦੰਡ ਕਮੰਡਲ ਭੂਮ ਪਰਮਾਨਿਓ। ਕਾਲ ਹੀ ਪਾਏ ਸਦਾ ਸ਼ਿਵ ਜੂ, ਸਭ ਦੇਸ਼ ਵਿਦੇਸ਼ ਭਇਆ ਹਮ ਜਾਣਿਓ। ਕਾਲ ਹੀ ਪਾਏ ਭਇਓ ਮਿਟ ਗਇਓ, ਜਗ ਯਾਹੀ ਤੇ ਤਾਹੇ ਸਭੋ ਪਹਿਚਾਨਿਓ।
ਭੇਦ ਕਤੇਵ ਕੇ ਭੇਦ ਸਭੈ ਤਜ ਕੇਵਲ ਕਾਲ ਕਿਰਪਾ ਨਿਧ ਮਾਨਿਓ। ਇੱਕ ਵਾਹਿਗੁਰੂ ਹੈ ਜਿਹੜਾ ਰਹੇਗਾ। ਤੂੰ ਸਦਾ ਸਲਾਮਤ ਹਮੇਸ਼ਾ ਰਹਿਣ ਵਾਲਾ ਨਿਰੰਕਾਰ। ਤੂੰ ਅਕਾਲ ਪੁਰਖ ਨਹੀਂ ਸਿਰ ਕਾ ਨਾਹੀ ਸਿਰ ਕਾਲਾ, ਤੇਰੇ ਸਿਰ ਤੇ ਕਾਲ ਨਹੀਂ ਹੈ। ਨਾਮ ਨਿਧਾਨ ਸਤਿਗੁਰੂ ਜੀਆ। ਇਹ ਭਾਈ ਨਾਮ ਦਾ ਨਿਧਾਨ ਖਜ਼ਾਨਾ ਸਤਿਗੁਰਾਂ ਨੇ ਦੇਣਾ ਕੀਤਾ ਬਖਸ਼ਿਆ ਹੈ। ਸੁਖ ਨਾਨਕ ਮਨ ਮਹਿ ਮੰਡ। ਸਤਿਗੁਰੂ ਫਰਮਾਉਂਦੇ ਨੇ ਸੁਖ ਉਹਦੇ ਚ ਕਿੰਨਾ ਸੁਖ ਸਰੂਪ ਹੈ ਵਾਹਿਗੁਰੂ। ਆਪਣੇ ਮਨ ਦੇ ਜੇ ਮੰਡ ਧਾਰਨ ਕਰ ਲੈ, ਮੰਡ ਨਾਮ ਭੂਸ਼ਿਤ ਕਰਨ ਦਾ ਵੀ ਹੁੰਦਾ ਹੈ, ਭੂਸ਼ਿਤ ਕਰ ਲੈ, ਸ਼ਿੰਗਾਰ ਲੈ ਨਾਮ ਨੂੰ। ਮੰਡ ਨਾਮ ਰਾਜਸਥਾਨ ਦੀ ਬੋਲੀ ਦੇ ਅੰਦਰ ਮੰਡੇ ਚਿੱਤਰ ਨੂੰ ਕਹਿੰਦੇ ਨੇ ਉਹ ਮੰਡਣਾ। ਤੇ ਇਸ ਕਰਕੇ ਭਾਈ ਉਹ ਪਰਮੇਸ਼ਰ ਵਾਹਿਗੁਰੂ ਦੇ ਨਾਮ ਨੂੰ ਆਪਣੇ ਅੰਦਰ ਚਿੱਤਰ ਲੈ, ਉਹ ਸੁਖ ਸਰੂਪ ਹੈ। ਵਾਹਿਗੁਰੂ ਦੇ ਨਾਮ ਨੂੰ ਆਪਣੇ ਮੰਡਣਾ ਕਰ, ਭਾਵ ਚਿਤਰਨਾ ਕਰ ਆਪਣੇ ਹਿਰਦੇ ਦੇ ਅੰਦਰ। ਸ੍ਰੀ ਰਾਗ ਮਹੱਲਾ ਪੰਜਵਾ। ਸ੍ਰੀ ਰਾਗ ਦੇ ਅੰਦਰ ਗੁਰੂ ਅਰਜਨ ਦੇਵ ਜੀ ਮਹਾਰਾਜ ਅੱਗੇ ਫਰਮਾਉਂਦੇ ਨੇ, ਮਿੱਠਾ ਕਰਕੇ ਖਾਇਆ। ਇਹ ਭਾਈ ਜਿਨ੍ਹਾਂ ਭੋਗ ਪਦਾਰਥਾਂ ਨੂੰ ਨਿੰਦਿਆ ਚੁਗਲੂ ਨੂੰ ਮਿੱਠਾ ਕਰ ਮਿੱਠੀ ਲੱਗਦੀ ਹੈ ਨਿੰਦਿਆ ਤਾਂ ਹੀ ਕਰਦੇ, ਨਹੀਂ ਜੇ ਕੌੜੀ ਲੱਗੇ ਕਰਦਾ ਕੋਈ ਨਿੰਦਿਆ। ਮਿੱਠਾ ਕਰਕੇ ਇਹ ਵਿਸ਼ੇ ਵਿਕਾਰ ਤਾਂ ਹੀ ਭੋਗਦੇ ਮਿੱਠੇ ਲੱਗਦੇ ਆ। ਮਿੱਠਾ ਕਰਕੇ ਖਾਇਆ, ਇਹ ਪਦਾਰਥ ਮਿੱਠੇ ਕਰਕੇ ਖਾਇਆ, ਮਿੱਠੇ ਲੱਗਦੇ ਨੇ। ਜਿਵੇਂ ਮਿੱਠਾ ਤੇਲੀਆ ਹੁੰਦਾ ਹੈ, ਮਿੱਠੀ ਜ਼ਹਿਰ ਹੁੰਦੀ ਹੈ, ਗੁੜ ਚ ਜਾਲਮ ਰੱਖਦੇ ਖਾਣ ਨੂੰ ਮਿੱਠੀ ਹੈ ਪਰ ਬੰਦਾ ਮਰਦਾ ਹੈ। ਇਸੇ ਤਰ੍ਹਾਂ ਇਹ ਜਿਹੜੇ ਮਿੱਠੇ ਕਰਕੇ ਖਾ ਰਹੇ ਹਾਂ ਤੂੰ ਭੋਗ ਪਦਾਰਥ ਭੋਗਦਾ ਹੈ। ਕੌੜਾ ਉਪਜਿਆ ਸਾਧ। ਇਹਨਾਂ ਦਾ ਸਵਾਦ ਅੰਤ ਨੂੰ ਫਲ ਜਿਹੜਾ ਉਹ ਕੜਤਣ ਵਾਲਾ ਹੈ। ਉਪਜਿਆ ਪੈਦਾ ਹੋ ਗਿਆ, ਵਿਸ਼ੇ ਵਿਕਾਰਾਂ ਨੂੰ ਮਿੱਠੇ ਕਰਕੇ ਭੋਗਿਆ, ਅੰਤ ਨੂੰ ਫਲ ਕੌੜਾ ਹੋ ਗਿਆ, ਨਰਕ ਚ ਚਲਾ ਗਿਆ। ਜਿਤ ਲਾਗੋ ਮਨ ਵਾਸਨਾ ਤਸਾਈ ਪ੍ਰਗਟਾਨੀ, ਅੰਤ ਨੂੰ ਫਿਰ ਉਹੀ ਪ੍ਰਗਟ ਹੁੰਦੀ। ਗੁਰੂ ਨਾਨਕ ਸਾਹਿਬ ਫਿਰਦੇ ਦੇਸ਼ ਰਟਨ ਕਰਦੇ ਹੋਏ ਲਾਹੌਰ ਚਲੇ ਗਏ। ਲਾਹੌਰ ਦਾ ਇੱਕ ਸੇਠ ਸੀ ਬਹੁਤ ਵੱਡਾ, ਉਹਦਾ ਨਾਮ ਦੁਨੀ ਚੰਦ ਸੀ। ਦੁਨੀ ਚੰਦ ਸੇਠ ਜਿਹੜਾ 7 ਧਜਾਂ ਉਹਦੇ ਲਟਕਦੀਆਂ ਸੀ। ਇੱਕ ਧਜਾ ਜਿਹਦੇ ਕੋਲ ਹੋਵੇ ਲੋਕਾਂ 'ਚ ਧਾਂਕ ਪੈ ਜਾਂਦੀ ਹੈ ਵੀ ਐਡਾ ਵੱਡਾ ਅਮੀਰ ਹੈ। ਉਹ ਇੱਕ ਖਜ਼ਾਨੇ ਦੀ ਨਿਸ਼ਾਨੀ ਹੁੰਦੀ ਪੁਰਾਣੇ ਸਮੇਂ ਦੀ। ਬਹੁਤ ਵੱਡੀ ਬਾਤ ਸੀ, 7 ਧਜਾਂ ਲਟ ਗਿਆ ਲੋਕਾਂ 'ਚ, ਦੇਸ਼ ਗੱਲਾਂ ਹੁੰਦੀਆਂ 7 ਧਜਾਂ ਦਾ ਮਾਲਕ। ਗੁਰੂ ਨਾਨਕ ਸਾਹਿਬ ਆਏ, ਇਹ ਪਿਤਾ ਦਾ ਸਰਾਧ ਕਰਾਉਂਦਾ ਸੀ। ਸਾਧੂ ਸੰਤ ਬੁਲਾਏ ਹੋਏ ਨੇ, ਬ੍ਰਾਹਮਣ ਬੁਲਾਏ ਹੋਏ ਨੇ, ਖੀਰ ਕੜਾਹ ਬਣੇ ਹੋਏ ਨੇ, ਚਹਿਲ ਮਹਿਲ ਪੂਰੀਆ। ਤੇ ਪਤਾ ਲੱਗਿਆ ਗੁਰੂ ਨਾਨਕ ਸਾਹਿਬ ਇਹ ਚਰਨੀ ਜਾ ਪਿਆ, ਮਹਾਰਾਜ ਕਿਰਪਾ ਕਰਕੇ ਤੁਸੀਂ ਮੇਰੇ ਘਰ ਚਰਨ ਪਾਓ। ਮਹਾਰਾਜ ਚਲੇ ਗਏ, ਜਾ ਕੇ ਦੇਖਿਆ, ਕਹਿੰਦੇ ਦੁਨੀ ਚੰਦ ਕੀ ਹੋ ਰਿਹਾ ਹੈ। ਤੇ ਇੱਕ ਪਾਸੇ ਬੈਠੇ ਰਹੇ ਜੋ ਬ੍ਰਾਹਮਣ ਰੋਟੀ ਖਾ ਹਟੇ, ਨਿਬੜ ਗਿਆ ਕੰਮ। ਮਹਾਰਾਜ ਕਹਿੰਦੇ ਅਸੀਂ ਬਾਅਦ ਚ ਛਕ ਲਾਂਗੇ। ਕਹਿੰਦੇ ਕੀ ਹੋ ਰਿਹਾ ਹੈ। ਕਹਿੰਦੇ ਮਹਾਰਾਜ ਮੇਰੇ ਪਿਤਾ ਦਾ ਸਰਾਧ ਹੈ। ਕਹਿੰਦੇ ਪਿਤਾ ਤੇਰਾ, ਕਹਿੰਦੇ ਜੀ ਉਹ ਪਰਲੋਕ ਚਲਿਆ ਗਿਆ ਹੈ। ਕਹਿੰਦੇ ਇਹ ਕਾਹਦੇ ਵਾਸਤੇ। ਕਹਿੰਦੇ ਜੀ ਇਹ ਜਿਹੜਾ ਬ੍ਰਾਹਮਣਾਂ ਨੂੰ ਭੋਜਨ ਛਕਾਇਆ ਹੈ ਇਹਦੇ ਨਾਲ ਕਹਿੰਦੇ ਪਿਤਾ ਤ੍ਰਿਪਤ ਹੋ ਜਾਂਦੇ ਨੇ, ਐਸਾ ਲਿਖਿਆ ਹੈ ਪੁਰਾਣਾਂ ਦੇ ਅੰਦਰ। ਨਾਲੇ ਬ੍ਰਾਹਮਣ ਕਥਾ ਐਸੀ ਕਰਦੇ ਆ। ਮਹਾਰਾਜ ਕਹਿੰਦੇ ਦੇਖ ਬਈ ਦੁਨੀ ਚੰਦ, ਪ੍ਰਸ਼ਾਦਾ ਕਿਸੇ ਨੂੰ ਛਕਾਉਣਾ ਪੁੰਨ ਕਰਮ ਹੈ, ਮੈਂ ਇਹਦਾ ਤਾਂ ਨਹੀਂ ਖੰਡਨ ਕਰਦਾ, ਕਿਸੇ ਬਹਾਨੇ ਛਕਾ ਦਿਓ, ਚੰਗਾ ਕੰਮ ਹੈ। ਪਰ ਆ ਜਿਹੜੀ ਤੂੰ ਗੱਲ ਕਹਿਣਾ ਵੀ ਪਿਤਾ ਨੂੰ ਪਹੁੰਚ ਗਿਆ, ਤੇਰੇ ਪਿਤਰਾਂ ਨੂੰ, ਕਹਿੰਦੇ ਇਹ ਤਾਂ ਝੂਠ ਹੈ। ਬਾਹਮਣ ਵੀ ਝੂਠ ਬੋਲਦੇ ਆ ਬ੍ਰਾਹਮਣ, ਤੇ ਤੇਰਾ ਵਿਸ਼ਵਾਸ ਵੀ ਝੂਠਾ ਹੈ। ਕਹਿੰਦੇ ਮਹਾਰਾਜ ਕਿਵੇਂ। ਗੁਰ ਕਹੈ ਤਬ ਪਿਤਾ ਸੁਦਾ ਅਧੀਨਾ, ਤੇਰਾ ਤਾਂ ਪਿਤਾ ਬਹੁਤ ਭੁੱਖਾ ਹੈ। ਭੁੱਖੇ ਬਾਸਰ ਵੀ ਤੇ ਤੀਨਾ, 3 ਦਿਨ ਹੋ ਗਏ ਹੁਣ ਤਾਂ ਮਿਲਿਆ ਹੀ ਕੱਖ ਨਹੀਂ। ਤੂੰ ਇੱਥੇ ਆ ਕੰਮ ਕਰੀ ਜਾਣਾ, ਸੈਂਕੜੇ ਬ੍ਰਾਹਮਣ ਖਾ ਕੇ ਪੇਟ ਤੇ ਹੱਥ ਮਾਰ ਕੇ ਘਰ ਨੂੰ ਜਾ ਜਾਂਦੇ, ਤਾਂ 3 ਦਿਨ ਹੋ ਗਏ ਭੁੱਖਾ ਬੈਠਾ। ਕਹਿੰਦਾ ਮਹਾਰਾਜ ਜੇ ਫਿਰ ਤੁਹਾਨੂੰ ਇਹ ਪਤਾ ਵੀ 3 ਦਿਨ ਦਾ ਭੁੱਖਾ ਹੈ ਤਾਂ ਫਿਰ ਤੁਹਾਨੂੰ ਇਹ ਵੀ ਪਤਾ ਹੋਊਗਾ ਵੀ ਕਿੱਥੇ ਹੈ। ਮਹਾਰਾਜ ਕਹਿੰਦੇ ਹਾਂ ਮੈਨੂੰ ਪਤਾ ਹੈ। ਕਹਿੰਦੇ ਮਹਾਰਾਜ ਦੱਸੋ ਵੀ ਕਿੱਥੇ ਹੈ। ਗਰੀਬ ਨਿਵਾਸ ਸਤਿਗੁਰੂ ਮਹਾਰਾਜ ਸਾਹਿਬ ਕਹਿੰਦੇ ਭਾਈ ਦੁਨੀ ਚੰਦ ਵੀ ਉਹ ਮਰ ਕੇ ਨਾ ਆ ਖੀਰ ਖੂਰ ਤਾਂ ਖਾ ਗਏ ਲੋਕ ਹੀ, ਉਹ ਮਰ ਕੇ ਬਘਿਆੜ ਦੀ ਜੂਨੀ 'ਚ ਪਿਆ ਵੈ। ਕਹਿਣ ਲੱਗੇ ਮਹਾਰਾਜ ਫਿਰ ਕਿਰਪਾ ਕਰੋ। ਮਹਾਰਾਜ ਸਾਹਿਬ ਨੇ ਟਿਕਾਣਾ ਦੱਸਿਆ ਵੀ ਇੱਥੋਂ ਦੂਰ ਚਲਿਆ ਜਾ। ਤੇ ਉਹ ਬਘਿਆੜ ਦੀ ਜੂਨੀ ਦੀ ਪਿਆ ਹੋਇਆ, ਭੁੱਖਾ ਹੈ ਬਹੁਤ ਜ਼ਿਆਦਾ, 3 ਦਿਨਾਂ ਦਾ। ਇਹ ਖੀਰ ਖੂਰ ਤਾਂ ਖਾ ਕੇ ਜਿਹਨਾਂ ਨੇ ਖਾਣੀ ਸੀ ਇਹਨਾਂ ਦੇ ਸੀ। ਵੀ ਤੂੰ ਇਸ ਤਰ੍ਹਾਂ ਕਰ, ਤੇਰਾ ਪਿਤਾ ਇੱਥੋਂ ਦੱਖਣ ਵਾਲੇ ਪਾਸੇ ਝਾੜਾਂ ਦੇ ਵਿੱਚ ਇਸ ਵੇਲੇ 3 ਦਿਨ ਦਾ ਭੁੱਖਾ ਬੈਠਾ ਹੈ। ਕਹਿੰਦਾ ਮਹਾਰਾਜ ਵੀ ਤਾਮਸੀ ਜੂਨ ਹੈ, ਮੈਨੂੰ ਦੇਖ ਕੇ ਵੀ ਉਹਨੂੰ ਕਿਹੜਾ ਪਤਾ ਵੀ ਮੈਂ ਉਹਦਾ ਪੁੱਤ ਹੈ, ਮੈਨੂੰ ਖਾ ਜਾਊਗਾ, ਪਾੜ ਦਿਓ ਮੈਨੂੰ। ਇੱਕ 3 ਦਿਨਾਂ ਦਾ ਭੁੱਖਾ, ਦੂਸਰਾ ਹੁਣ ਮਨੁੱਖਾ। ਕਹਿੰਦੇ ਨਹੀਂ, ਸਾਡੇ ਦਰਸ਼ਨਾਂ ਦਾ ਲਾਭ ਪ੍ਰਾਪਤ ਹੋਊਗਾ, ਤੇਰੇ ਕਨੀ ਕੌੜੀ ਅੱਖ ਨਾਲ ਵੀ ਨਹੀਂ ਝਾਕ ਸਕਦਾ। ਕਹਿੰਦੇ ਤੈਨੂੰ ਹੋਰ ਨਿਸ਼ਾਨੀ ਦੱਸਦੇ ਹਾਂ, ਨਾਲ ਹੀ ਤੈਨੂੰ ਯਕੀਨ ਹੋ ਜੂ। ਕਹਿੰਦੇ ਉਹ ਇਸ ਵੇਲੇ ਉਹਦੀ ਹਾਲਤ ਮਰਨ ਦੇ ਕਿਨਾਰੇ ਆ, ਇਸ ਤਰ੍ਹਾਂ ਦਾ ਨਿੰਮੋ ਚੂਣਾ ਹੋਇਆ ਪਿਆ,
ਤੂੰ ਪਿਤਾ ਜੀ ਕਹਿ ਕੇ ਆਵਾਜ਼ ਮਾਰੀ, ਪਿਤਾ ਦਾ ਨਾਂ ਲਈ ਆਪਣੇ ਦਾ, ਉੱਠ ਕੇ ਆਊ ਤੇਰੇ ਕੋਲ ਤੇ ਤੂੰ ਮੂਹਰੇ ਆ ਖੀਰ ਰੱਖਦੀ ਤੇ ਉਹ ਖਾ ਲਊਗਾ ਤੇ ਉਦੋਂ ਬਾਅਦ ਫਿਰ ਆ ਜੀ ਮੇਰੇ ਕੋਲ। ਉਹਨੇ ਗਿਆ, ਉਕਣੇ ਦੇਖਿਆ ਦਾ ਬੁਗਿਆੜ ਇੱਕ ਬੈਠਾ ਨਿੰਮੋ ਚਣਿਆ, ਉਹਨੇ ਪਿਤਾ ਜੀ ਕਹਿ ਕੇ ਆਵਾਜ਼ ਮਾਰੀ, ਉੱਠ ਖੜਿਆ, ਪੂੰਝ ਲਾ, ਦੇਖਿਆ ਉਹ ਇਹ ਮਨੁੱਖਾ ਸਰੀਰ ਜਿਹੜੇ ਮੇਰੇ ਪੁੱਤ ਕੋਲ ਹੈ, ਮੇਰੇ ਕੋਲ ਹੁੰਦਾ ਸੀ, ਇਹ ਅੱਜ ਸੇਠ ਹੈ, ਕੱਲ ਮੈਂ ਹੁੰਦਾ ਸੀ, ਅੱਜ ਬੁਗਿਆੜ ਦੀ ਜੂਨੀ 'ਚ ਪਿਆ। ਬਸ ਐ ਪਛਤਾ ਕੇ ਸਿਰਜਾ ਮਾਰਿਆ, ਖੀਰ ਖਾਧੀ ਤੇ ਉਸੇ ਵੇਲੇ ਪ੍ਰਾਣ ਤਿਆਗ ਗਿਆ। ਉਹਦੇ ਚੋਂ ਦਿਵ ਰੂਪ ਨਿਕਲਿਆ। ਉਹ ਜਿਹੜੀ ਦਿਵ ਦੇਹੀ ਨਿਕਲੀ ਉਹਦੇ ਪਿਤਾ ਦੀ ਸ਼ਕਲ, ਉਹ ਜਿਹੜੀ ਹੈ ਅਸਥੂਲ ਦੇਹੀ ਤਾਂ ਹੁੰਦੀ ਨਹੀਂ, ਪ੍ਰਕਾਸ਼ ਦੀ ਦੇਹੀ ਹੈ ਤੇ ਉਹ ਪ੍ਰਕਾਸ਼ਮय ਸਰੀਰ ਦਿਵ ਰੂਪ ਨਿਕਲਿਆ। ਉਹਨੇ ਕਿਹਾ, ਪੁੱਤਰ ਦੁਨੀ ਚੰਦ ਮੇਰੀ ਗੱਲ ਸੁਣ ਲੈ ਧਿਆਨ ਨਾਲ। ਕਹਿੰਦੇ ਵੀ ਦੇਖ ਮੇਰਾ ਤਾਂ ਕਲਿਆਣ ਹੋ ਗਈ ਹੈ, ਪਰ ਤੂੰ ਗਲਤੀ ਨਹੀਂ ਕਰਨੀ। ਕਹਿੰਦਾ ਪਿਤਾ ਜੀ ਪਹਿਲਾਂ ਤਾਂ ਇਹ ਦੱਸੋ ਵੀ ਤੁਹਾਨੂੰ ਬੁਗਿਆੜ ਦੀ ਜੋਨੀ ਕਿਉਂ ਮਿਲੀ? ਕਹਿੰਦਾ ਪੁੱਤਰ ਮਾਸ ਖਾਣ ਦਾ ਚਸਕਾ ਸੀ ਬਹੁਤਾ ਜ਼ਿਆਦਾ, ਜ਼ਿੰਦਗੀ ਭਰ ਜੀਵ ਦੇ ਸਵਾਦ ਲਈ ਮਾਸ ਖਾਂਦਾ ਰਿਹਾ। ਮਰਨ ਵੇਲੇ ਕਹਿੰਦੇ ਮੱਛੀ ਰੇਨੀ ਬੈਠਾ ਸੀ ਗਵਾਂਢੀ, ਕਹਿੰਦੇ ਮੇਰੇ ਉਧਰ ਪ੍ਰਾਣ ਨਿਕਲਣ ਲੱਗੇ, ਉਧਰ ਕਹਿੰਦੇ ਉਹ ਚਸਕਾ ਪਿਆ ਵਾ ਸੀ ਜੀਵ ਦਾ, ਕਹਿੰਦੇ ਮੇਰਾ ਮਾਸ ਦੇ ਵਿੱਚ ਧਿਆਨ ਚਲਿਆ ਗਿਆ ਵੀ ਮੈਂ ਜਾ ਰਿਹਾ ਇੱਕ ਵਾਰੀ ਹੋਰ ਮਾਸ ਖਾ ਕੇ ਦੇਖ ਲੈਂਦਾ। ਕਹਿੰਦਾ ਰੱਬ ਨੇ ਬੁਗਿਆੜ ਦੀ ਜੂਨੀ ਦੇ ਦਿੱਤੀ, ਹੁਣ ਮਾਸ ਹੀ ਖਾਧਾ ਇਹਦੇ ਚ। ਕਹਿੰਦਾ ਜੀ ਫਿਰ ਕਹਿੰਦੇ ਤੇਰੇ ਘਰ ਨਿਰੰਕਾਰ ਆਇਆ ਵਾ, ਰੱਬ ਬੈਠਾ ਤੇਰੇ ਘਰ, ਤੇ ਉਹਨੂੰ ਤੂੰ ਰੱਬ ਦੇ ਦਰਸ਼ਨ ਕਰਕੇ ਆਇਆ, ਤੇਰੀਆਂ ਅੱਖਾਂ ਨੇ ਦਰਸ਼ਨ ਕੀਤੇ ਉਹਨਾਂ ਦੇ, ਹੁਣ ਉਹੀ ਦ੍ਰਿਸ਼ਟੀ ਮੇਰੇ ਤੇ ਪੈ ਗਈ। ਆਹ ਖੀਰ ਦੇ ਉੱਤੇ ਦ੍ਰਿਸ਼ਟੀ ਪਈ, ਮੈਂ ਖਾਧੀ, ਕਹਿੰਦਾ ਮੇਰੀ ਹੋ ਗਈ ਕਲਿਆਣ, ਮੈਂ ਤਾਂ ਬਵਾਨ 'ਚ ਬੈਠ ਕੇ ਚੱਲਿਆ, ਹੁਣ ਜਾ ਕੇ ਚਰਨ ਫੜ ਲੈ ਉਹਨਾਂ ਦੇ। ਲੋਕੀ ਸਰਾਧ ਕਰੇ, ਜੀਵਤ ਪਿਤਰ ਨਾ ਮਾਨੇ ਕੋ ਮੂਏ ਸਰਾਧ ਕਰਾਹੀ, ਪਿਤਰ ਵੀ ਪਰੇ ਕਹੋ ਕੋਈ ਪਾਵੇ, ਕਊਆ ਕੁੱਕਰ ਖਾਈ, ਆਹੀ ਖਾ ਜਾਂਦੇ ਨੇ ਤੇ ਕੁੱਤੇ ਵੇਲੇ ਖਾ ਜਾਂਦੇ, ਬ੍ਰਾਹਮਣ ਖਾ ਜਾਂਦੇ। ਉਹ ਜਦ ਆਇਆ ਚਰਨ ਫੜ ਲਈ, ਕਹਿੰਦਾ ਗਰੀਬ ਨੂੰ ਬਖਸ਼ ਲਓ, ਮੈਨੂੰ ਗਿਆਨ ਹੋ ਗਿਆ। ਮਹਾਰਾਜ ਸੇਵਾ ਦੱਸੋ। ਮਹਾਰਾਜ ਕਹਿੰਦੇ ਮੈਂ ਸੇਵਾ ਕੀ ਦੱਸਣੀ ਹੈ ਤੈਨੂੰ, ਤੇਰੇ ਕੋਲੋਂ ਹੋਣੀ ਨਹੀਂ। ਕਹਿੰਦਾ ਨਹੀਂ ਮਹਾਰਾਜ ਦੱਸ ਕੇ ਤਾਂ। ਕਹਿੰਦੇ ਚੰਗਾ ਲੈ ਆ ਸੂਈ ਲੈ ਲੈ। ਕਹਿੰਦੇ ਜੀ ਇਹ ਕੀ ਕਰਾਂ? ਕਹਿੰਦੇ ਸੰਭਾਲ ਕੇ ਰੱਖ ਦੇ, ਪਰਲੋਕ 'ਚ ਲਵਾਂਗੇ ਤੇਰੇ ਕੋਲੋਂ, ਉੱਥੇ ਲੈ ਲੂੰ ਮੈਂ ਵਾਪਸ। ਜੁਗਤੀ ਸੀ। ਉਹ ਕਹਿੰਦਾ ਭਗਵਾਨ ਨੇ ਗੁਰੂ ਸਾਹਿਬ ਨੇ ਹੋਰ ਤਾਂ ਨਹੀਂ ਕੋਈ ਸੇਵਾ ਕਬੂਲੀ, ਆ ਸੂਈ ਫੜ ਲੈ, ਕਹਿੰਦੇ ਪਰਲੋਕ ਜਾਏ। ਕਹਿੰਦੇ ਜੀ ਗੱਲ ਸੁਣੋ, ਤੁਸੀਂ ਸੋਚਿਆ ਹੀ ਨਹੀਂ, ਪਰਲੋਕ ਦੇ ਵਿੱਚ ਤਾਂ ਆਪਣੇ ਸਰੀਰ ਵੀ ਨਹੀਂ ਜਾਣੇ, ਤੁਹਾਡੇ ਪਿਤਾ ਦਾ ਨਹੀਂ ਗਿਆ, ਬੁਗਿਆੜ ਦੀ ਜੋ ਨਹੀਂ ਪਿਆ ਫਿਰਦਾ ਸੀ, ਤੁਸੀਂ ਦੱਸਿਆ ਇਹ ਸੂਈ ਨਹੀਂ ਨਾਲ ਜਾ ਸਕਦੀ, ਮੋੜ ਆਓ। ਮਹਾਰਾਜ ਨੂੰ ਕਹਿੰਦੇ ਜੀ ਇਹ ਸੂਈ ਵਾਪਸ ਲੈ ਲਓ, ਪਰਲੋਕ ਦੇ ਵਿੱਚ ਤਾਂ ਸਰੀਰ ਵੀ ਨਹੀਂ ਜਾਣਾ। ਕਹਿੰਦੇ ਆ ਜਿਹੜੀ 7 ਧਾਜਾਂ ਲਟਕਦੀਆਂ ਨੇ ਇਹ ਜਾਣਗੀਆਂ, ਆ ਜਿਹੜੀ ਮਾਇਆ ਇਕੱਠੀ ਕਰੀ ਆ ਜਾਊਗੀ ਨਾਲ, ਆ ਜਿਹੜੀ ਹਵੇਲੀਆਂ ਬਣਾਈਆਂ ਜਾਣਗੀਆਂ ਨਾਲ, ਤੇਰੇ ਪਿਤਾ ਦੇ ਨਾਲ ਨਹੀਂ ਗਾ, ਤੇਰੇ ਨਾਲ ਬਣੀ ਆ। ਕਹਿੰਦਾ ਕੀ ਕਰਾਂ? ਕਹਿੰਦੇ ਸਭ ਕੁਝ ਗਰੀਬਾਂ ਨੂੰ ਵੰਡ ਦੇ, ਧਰਮ ਦੀ ਕਿਰਤ ਕਰ, ਨਾਮ ਜਪ, ਤੇਰੀ ਕਲਿਆਣ ਹੋ ਜਾਊ। ਐ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਉਹਦੀ ਕਲਿਆਣ ਕੀਤੀ ਹੈ। ਤੇ ਸਤਿਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਐਸੇ ਨੇ ਕਲਿਆਣ ਕਰਨ ਵਾਲੇ, ਜਿਹਦੀ ਕਲਿਆਣ ਕਰਨੀ ਚਾਹਣ ਮਹਾਰਾਜ ਸਾਹਿਬ ਜੀ ਉਹਦੀ ਕਲਿਆਣ ਕਰਦੇ ਨੇ। ਤੇ ਕੋ ਬੋਲੋ ਜੀ ਕਿਹੜੇ ਦੁਬਾਰੇ? ਕੌੜਾ ਉਪਜਿਆ ਸਾਧ। ਹੁਣ ਮਿੱਠਾ ਕਰਕੇ ਖਾਦਾ ਸੀ, ਕੌੜਾ ਸਵਾਦ ਕਿਹੜਾ ਉਪਜਿਆ? ਮਾਸ ਮਿੱਠਾ ਕਰਕੇ, ਰਸ ਮਿੱਠਾ, ਰਸ ਮਾਸ ਮਿੱਠਾ ਕਰਕੇ ਖਾਂਦਾ ਸੀ, ਕੌੜਾ ਸਵਾਦ ਕੀ? ਬੁਗਿਆੜ ਦੀ ਜੂਨੀ ਮਿਲ ਗਈ, ਇਹ ਸਵਾਦ ਮਿਲਿਆ। ਇਸ ਕਰਕੇ ਫਿਰ ਭਾਈ ਇਹ ਜਿਹੜੇ ਪਦਾਰਥ ਹਨ ਇਹ ਕੜੱਤਣ ਵਾਲੇ ਨੇ, ਕੜੱਤਣ ਪੈਦਾ ਕਰਨ ਵਾਲੇ ਨੇ। ਤੇ ਖਾਣਾ ਉਹ ਹੈ ਬਾਬਾ ਹੋਰ ਖਾਣਾ ਖੁਸ਼ੀ ਕਰ, ਜੇ ਖਾਦੇ ਤਨ ਪੀੜੀਆ ਮਨ ਮੇਂ ਚੱਲੇ ਵਿਕਾਰ, ਉਹ ਨਹੀਂ ਖਾਣਾ ਚਾਹੀਦਾ। ਹਾਂਜੀ ਭਾਈ ਮੀਤ ਸੁਰਿਦ ਕੀਏ, ਜਿਹੜੇ ਭਾਈ ਭਰਾ ਮੀਤ ਮਿੱਤਰ ਸੁਰਿਦ ਸੁਹਿਰਦ ਜਿਹੜੇ ਪਿਆਰੇ ਹਨ, ਵਿਖਿਆ ਰਚਿਆ ਬਾਦ, ਇਹ ਜਿਹੜੇ ਬਣਾਈ ਫਿਰਦੇ ਆ ਵਿਖਿਆ ਵਿਸ਼ਿਆਂ ਦੇ ਭੋਗਣ ਵਿੱਚ, ਮਾਇਆ ਦੇ ਬਾਦ ਝਗੜਿਆਂ ਦੇ ਵਿੱਚ ਜਿਹੜਾ ਤੂੰ ਰਚਿਆ ਹੋਇਆ, ਰਚਿਆ ਇਹਨਾਂ ਦੇ ਵਿੱਚ ਮਿਲਿਆ ਹੋਇਆ। ਜਾਂਦੇ ਬਿਲਮ ਨਾ ਹੋਵਈ, ਇਹ ਜਾਣ ਲੱਗਿਆ ਬਿਲਮ ਨਾਮ ਦੇਰੀ ਦਾ ਹੁੰਦਾ ਹੈ, ਕੋਈ ਦੇਰ ਨਹੀਂ ਲੱਗਣੀ, ਨਾਸਵਾਨ ਹੁੰਦਿਆਂ ਤੇਰੇ ਕੋਲੋਂ ਚਲੇ ਜਾਣੇ ਨ। ਵਿਣ ਨਾਵੇ ਬਿਸਮਾਦ, ਬਿਨਾਂ ਪਰਮਾਤਮਾ ਦੇ ਨਾਮ ਤੋਂ ਇਹ ਸਭ ਕੁਝ ਬਿਸਮਾਦ ਅਚੰਭੇਜਨਕ ਹੈ, ਜਣੀ ਹੈਰਾਨ ਕਰਨ ਵਾਲਾ, ਹੈਰਾਨੀਜਨਕ ਹੈ। ਇਹ ਬੜੀ ਜਲਦੀ ਖਤਮ ਹੋਣ ਜਾਣ ਵਾਲਾ ਹੈ। ਇਹ ਤੈਨੂੰ ਹੈਰਾਨ ਕਰ ਦੇਊਗਾ ਵੀ ਉਹ ਜ਼ਿੰਦਗੀ ਮੁੱਕ ਵੀ ਗਈ ਸਾਰੀ, ਮੈਂ ਹੁਣ ਮਰ ਵੀ ਗਿਆ, ਸਰੀਰ ਚਲਿਆ ਗਿਆ,
ਐ ਅਚੰਭਾ ਜਾ ਹੋ ਜਾਣਾ ਤੈਨੂੰ। ਮੇਰੇ ਮਨ ਸਤਿਗੁਰ ਕੀ ਸੇਵਾ ਲਾਗ, ਇਹ ਮੇਰੇ ਮਨ ਸਤਿਗੁਰਾਂ ਦੀ ਟਹਿਲ ਵਿੱਚ ਲੱਗਣਾ ਕਰ। ਜੋ ਦਿਸੈ ਸੋ ਵਿਣਸਣਾ, ਜੋ ਦਿਸ ਰਿਹਾ ਹੈ ਉਹ ਤਾਂ ਬਿਨਸਣਾ ਨਾਸਵਾਨ ਹੈ, ਬਿਨਸਣ ਹਾਰ ਹੀ ਹੈ। ਮਨ ਕੀ ਮਤ ਤਿਆਗ, ਆਪਣੇ ਮਨ ਦੀ ਮਤ ਤਿਆਗ ਦੇ, ਆਪਣੀ ਮਨ ਦੀ ਮਤ ਨਾ ਕਰਿਆ ਕਰ। ਗੁਰੂ ਕੀ ਮਤ ਜੀ ਆਈ ਕਾਰ, ਗੁਰੂ ਦੀ ਮਤ ਧਾਰਨ ਕਰ ਲੈ। ਰਹਾਉ ਅਸਥਾਈ ਦੇ ਕੇ ਫਰਮਾਉਂਦੇ ਨੇ, ਜੋ ਕੁਕਰ ਹਰਕਾਇਆ। ਹੁਣ ਹਲਕੇ ਹੋਏ ਕੁੱਤੇ ਦਾ ਪ੍ਰਮਾਣ ਦਿੰਦੇ ਆ ਮਹਾਰਾਜ, ਜਿਉਂ ਜਿਵੇਂ। ਤੇ ਕੂਕਰ ਹਰਕਾਇਆ, ਜਿਹੜਾ ਹਲਕ ਜਾਵੇ, ਪਾਗਲ ਹੋ ਜਾਵੇ ਜਿਹੜਾ ਕੁੱਤਾ, ਭਾਵੇਂ ਦਹ ਜਿਸ ਜਾਏ, ਉਹ ਇਹ ਨਹੀਂ ਦੇਖਦਾ ਵੀ ਕਿੱਧਰ ਨੂੰ ਜਾਣਾ। ਜਿੱਧਰ ਨੂੰ ਮੂੰਹ ਹੋ ਗਿਆ ਨਠਿਆ ਰਹਿੰਦਾ, ਪੂੰਛ ਉਹਦੀ ਸਿੱਧੀ ਹੋ ਜਾਂਦਾ, ਮੂੰਹ ਚੋਂ ਝੱਕ ਜਾਂਦੀ ਹੁੰਦੀ ਹੈ। ਔਰ ਜਿਹੜੇ ਮਾਲਕ ਨੇ ਪਾਲਿਆ ਉਹਨੂੰ ਮੂੰਹ ਪਾ ਸਕਦਾ ਫਿਰ ਉਹ, ਕਿਉਂਕਿ ਹਲਕ ਗਿਆ। ਹਲਕਿਆ ਹੋ ਤਾਂ ਮਾਲਕ ਦਾ ਵੀ ਨੁਕਸਾਨ ਕਰਦਾ ਹੈ, ਮਾਲਕ ਦੇ ਪਰਿਵਾਰ ਦਾ ਵੀ ਕਰਦਾ ਹੈ। ਇਸ ਕਰਕੇ ਹਲਕਿਆ ਹੋਇਆ ਕਿੱਤਾ ਜਿਵੇਂ ਦੌੜਦਾ ਫਿਰਦਾ ਹੈ, 200 ਦਿਸ਼ਾ ਦੇ ਵਿੱਚ ਭੱਜਿਆ ਫਿਰਦਾ ਹੈ, ਤੇ ਉਸੇ ਤਰ੍ਹਾਂ ਉਹਦੀ ਜਿਵੇਂ ਪੂੰਛ ਸਿੱਧੀ ਹੈ, ਝੱਗ ਸਿੱਟਦਾ ਹੈ। ਤੇ ਜੇ ਪਾਣੀ ਮਿਲ ਜਵੇ, ਪਾਣੀ ਤਾਂ ਜ਼ਹਿਰ ਆ ਉਹਦੇ ਲਈ, ਪਾਣੀ ਦੇ ਦੇਖ ਕੇ ਤਾਂ ਦੂਜੇ ਪਾਸੇ ਨੂੰ ਨੱਠੂਗਾ। ਤੇ ਇਸ ਕਰਕੇ ਉਹ ਦੌੜਿਆ ਹੀ ਫਿਰਦਾ ਹੈ। ਲੋਭੀ ਜੰਤ ਨਾ ਜਾਣਾਈ, ਤੇ ਇਸੇ ਤਰ੍ਹਾਂ ਭਾਈ ਇਹ ਹਲਕੇ ਕੁੱਤੇ ਦੀ ਨਿਆਈ ਹੈ। ਜਿਹੜਾ ਲੋਭੀ ਆਦਮੀ ਹੈ ਉਹ ਵਿਚਾਰ ਗਿਆਨ ਵਾਲੀ ਗੱਲ ਤਾਂ ਉਹ ਜਾਣਦਾ ਹੀ ਨਹੀਂ ਹੈ, ਨਾ ਜਾਣੀ ਨਹੀਂ ਜਾਣਦਾ, ਲਾਲਚ ਦੇ ਵਸ ਹੈ, ਕੁੱਤੇ ਦੀ ਨਿਆਈ ਹੈ। ਤੇ ਇਸ ਕਰਕੇ ਫਿਰ ਭਖ ਅਪਖ ਸਭ ਖਾਏ, ਖਾਣ ਵਾਲੀਆਂ ਚੀਜ਼ਾਂ, ਅਪਖ ਨਾ ਖਾਣ ਵਾਲੀਆਂ ਚੀਜ਼ਾਂ। ਉਹਨੂੰ ਇਹ ਨਹੀਂ ਪਤਾ ਵੀ ਆਹ ਚੀਜ਼ਾਂ ਖਾਣ ਵਾਲੀਆਂ ਨੇ, ਇਹ ਖਾਵਾਂ, ਇਹ ਨਹੀਂ ਖਾਣ ਵਾਲੀਆਂ ਨਾ ਖਾਵਾਂ। ਨਾ ਖਾਣ ਵਾਲੀਆਂ ਵੀ ਖਾਂਦਾ ਹੈ। ਤਿਆਗਣਯੋਗ ਵਸਤੂਆਂ, ਜਿਹੜਾ ਜਿਵੇਂ ਮਾਸ ਸ਼ਰਾਬ ਆਦਿ ਹਰਾਮ ਦਾ ਖਾਣਾ, ਸਭ ਕੁਝ ਖਾਈ ਜਾਂਦਾ ਹੈ। ਨਿੰਦਿਆ ਜਿਹੜੀ ਹੈ ਉਹ ਖਾਣ ਵਾਲੀ ਚੀਜ਼ ਥੋੜੀ ਹੈ। ਪਰਮ ਨਿੰਦਾ ਪਰਮਲ ਮੁਕਸੂ ਦੀ, ਅਗਨ ਕ੍ਰੋਧ ਚੰਡਾਲ। ਤੇ ਪਿੱਠ ਨਹੀਂ ਫੇਰਨ ਦਿੰਦੇ ਲੋਕ, ਜਦੋਂ ਉਸੇ ਵੇਲੇ ਜਿਹਦੀ ਉਸਤਤ ਕਰਦੇ ਉਹਦੀ ਨਿੰਦਿਆ ਕਰਨ ਲੱਗ ਜਾਂਦੇ ਆ। ਕੁੱਤੇ ਦਾ ਸੁਭਾਅ ਹੈ, ਜਿਹੜੇ ਮੂੰਹ ਦੇ ਨਾਲ ਦੁੱਧ ਪੀਂਦਾ ਉਹਦੇ ਨਾਲ ਗੰਦਗੀ ਖਾਂਦਾ। ਜਦੋਂ ਕੁੱਤਾ ਸੁਭਾਅ ਆਊਗਾ ਉਸੇ ਨਾਲ ਉਸਤਤ ਕਰੂਗਾ, ਉਹਦੀ ਪਿੱਠ ਪੋਰੀ ਤੇ ਉਹਦੀ ਉਹ ਨਿੰਦਿਆ ਕਰੂਗਾ, ਕਹੂਗਾ ਤਾਂ ਬਹੁਤ ਮਾੜਾ ਬੰਦਾ ਹੈ। ਇਹ ਕੁੱਤੇ ਦਾ ਸੁਭਾਅ ਹੈ। ਹਲਕਿਆ ਕੁੱਤਾ ਜਿਵੇਂ ਦੌੜਦਾ ਫਿਰਦਾ ਹੈ, ਲੋਭੀ ਜੰਤ ਵੀ ਮਾਇਆ ਪਿੱਛੇ ਦੌੜਦਾ ਫਿਰਦਾ ਹੈ। ਤੇ ਕੁੱਤੇ ਦੇ ਮੂੰਹ ਤੇ ਝੱਗ ਜਾਂਦੀ ਹੈ, ਨਿੰਦਿਆ ਦੀ ਝੱਗ ਸਿੱਟਦਾ ਰਹਿੰਦਾ ਹੈ। ਪੈਸਿਆਂ ਪਿੱਛੇ ਦੂਜਿਆਂ ਦੀ ਵਡਿਆਈ ਦੀ ਝੱਗ ਸਿੱਟਦਾ ਹੈ। ਹਲਕਿਆ ਕੁੱਤਾ ਪਾਣੀ ਨੂੰ ਦੇਖ ਸੰਗਦਾ ਹੈ, ਇਹ ਸਤ ਸੰਗ ਨੂੰ ਦੇਖ ਕੇ ਸੰਗਦਾ ਹੈ, ਉੱਥੇ ਨਹੀਂ ਜਾਂਦਾ। ਲੋਭੀ ਪੁਰਸ਼ ਸਤ ਸੰਗ ਤੋਂ ਸੰਕੋਚ ਕਰਦਾ ਹੈ। ਹਲਕੇ ਕੁੱਤੇ ਦੀ ਪੂੰਛ ਸਿੱਧੀ ਹੁੰਦੀ ਹੈ ਤਾਂ ਹੱਥ ਸਿੱਧਾ ਹੀ ਰਹਿੰਦਾ, ਦੇਣ ਵਾਸਤੇ ਖਾਣ ਨੂੰ ਮੂੰਹ ਨੂੰ ਚੱਲਦਾ ਹੀ ਰਹਿੰਦਾ ਹੈ ਹੱਥ। ਹਲਕਿਆ ਕੁੱਤਾ ਪਾਗਲ ਹੁੰਦਾ। ਇਹ ਮਨੁੱਖ ਵੀ ਮਾਇਆ ਪਿੱਛੇ ਪਾਗਲ ਹੈ, ਬਾਬਰਿਆ ਸੰਸਾਰਾ। ਹੱਕ ਪਰਾਇਆ ਨਾਨਕਾ, ਉਸ ਸੂਹਰ ਉਸ ਗਾਏ, ਗੁਰ ਪੀਰ ਹਾਮਾਂ ਤਾਂ ਪਰੇ, ਜਾ ਮੁਰਦਾਰ ਨਾ ਖਾਏ। ਤਾਂ ਗੁਰੂ ਹਾਮੀ ਭਰੂਗਾ ਸਾਡੀ। ਇਹਨਾਂ ਚੀਜ਼ਾਂ ਤੇ ਬਚਣਾ ਹੈ ਗੁਰਮੁਖੋ। ਕਾਮ ਕ੍ਰੋਧ ਮਦ ਵਿਆਪਿਆ, ਤੇ ਕਾਮ ਮੰਦੀ ਵਾਸ਼ਨਾ, ਕ੍ਰੋਧ ਜਿਹਦੇ ਵਿੱਚ ਕੌੜੇ ਬਚਨ ਵੀ ਬੋਲਦਾ ਹੈ, ਤੇ ਫਿਰ ਮਦ ਸ਼ਰਾਬ ਆਦ ਵਿਆਪਿਆ ਲੱਗਿਆ ਹੋਇਆ ਇਹਦੇ ਚ ਮਾੜੀਆਂ ਚੀਜ਼ਾਂ ਖਾਣ ਪੀਣ ਵਿੱਚ। ਫਿਰ ਜੋਨੀ ਪਾਏ, ਇਹਨਾਂ ਔਗਣਾ ਕਰਕੇ 84 ਲੋਕ ਜੋਨ ਪਾਏ ਪ੍ਰਾਪਤ ਹੋਏਗਾ ਤੂੰ। 84 ਨਰਕ ਸਾਖਤ ਭੋਗਾਈਐ, ਜੈਸਾ ਕੀਚੈ ਤੈਸੋ ਪਾਈਐ। ਉਹ ਤੈਨੂੰ ਫਲ ਮਿਲੇਗਾ। ਮਾਇਆ ਜਾਲ ਪਸਾਰਿਆ, ਹੇ ਭਾਈ ਇਸ ਮਾਇਆ ਰੂਪੀ ਸ਼ਿਕਾਰ ਨੇ ਨਾ ਪਦਾਰਥਾਂ ਦੇ ਮੋਹ ਦਾ ਜਾਲ ਫੈਲਾਇਆ ਹੋਇਆ। ਪਸਾਰਨਾ ਨਾਮ ਫੈਲਾਉਣ ਦਾ ਹੁੰਦਾ ਹੈ। ਇਹ ਫਲਾ ਕੀਤਾ ਹੋਇਆ ਹੈ। ਪੀਤਰ ਚੋਗ ਬਣਾਏ, ਪੀਤਰ ਵਿੱਚ ਸ਼ਬਦ ਸਪਰਸ ਰੂਪ ਰਸ ਗੰਧ ਵਿਸ਼ਿਆਂ ਦੀ ਚੋਗ ਬਣਾਈ ਹੋਈ ਹੈ। ਪੰਛੀ ਨੂੰ ਫੜਨਾ ਹੁੰਦਾ ਹੈ, ਚੋਗਾ ਖਿਲਾਰਿਆ ਹੁੰਦਾ ਤੇ ਜਾਲ ਲਾਇਆ ਹੁੰਦਾ। ਇਸ ਕਰਕੇ ਚੋਗਾ ਚੁਗਦੇ ਜਾਲ 'ਚ ਫਸਦੇ ਆ। ਐ ਅਸੀਂ ਭੋਗ ਪਦਾਰਥਾਂ ਚੋਗੇ ਚੁਗਦੇ ਮੋਹ ਦੇ ਜਾਲ ਫਸੇ ਹੋਏ। ਇਹ ਮਾਇਆ ਨੇ ਫਸਾਇਆ ਹੋਇਆ ਸਾਨੂੰ। ਤ੍ਰਿਸ਼ਨਾ ਪੰਖੀ ਫਾਸਿਆ, ਤੇ ਖਾਣ ਦੀ ਤ੍ਰਿਸ਼ਨਾ ਲਾਲਚ ਜੀਵ ਰੂਪ ਪੰਛੀ ਇਹਦੇ 'ਚ ਫਸਿਆ ਹੈ। ਇਸ ਕਰਕੇ ਨਿਕਸ ਨਾ ਪਾਏ ਮਾਏ। ਇਹ ਭਾਈ ਇਹ ਜੀਵ ਰੂਪੀ ਪੰਛੀ ਨਿਕਸ ਨਹੀਂ ਪਾਉਂਦਾ, ਜਾਲ 'ਚੋਂ ਛੁੱਟ ਨਹੀਂ ਸਕਦਾ। ਭਾਵ ਇਹ ਹੈ ਵਿਦ ਨਖੇਦ ਰੂਪੀ ਖੰਭਾਂ ਦੁਆਰਾ ਉਡਾਰੀਆਂ ਮਾਰਨ ਵਾਲਾ ਸੀ, ਉਸਨੇ ਆਪਣੇ ਆਪ ਨੂੰ ਫਸਾ ਲਿਆ ਹੈ। ਜਿਨ ਕੀਤਾ ਤੁਸੇ ਨਾ ਜਾਣਈ, ਜਿਸ ਵਾਹਿਗੁਰੂ ਨੇ ਪੈਦਾ ਕੀਤਾ ਉਹਨੂੰ ਤਾਂ ਜਾਣਦਾ ਹੀ ਨਹੀਂ ਵੀ ਰੱਬ ਹੁੰਦਾ ਕੀ ਹੈ।
ਉਹ ਤਾਂ ਚੇਤੇ ਨਹੀਂ ਕਰਦਾ ਹੈ। ਫਿਰ ਆਵੇ ਜਾਏ, ਫਿਰ ਜੂਨੀਆਂ ਦੇ ਵਿੱਚ ਪੈ ਕੇ ਸੰਸਾਰ ਦੇ ਆਵੇ, ਜੰਮ ਕੇ ਆਉਂਦਾ, ਜਾਏ ਮਰ ਕੇ ਚਲਾ ਜਾਂਦਾ ਹੈ। ਅਨਕ ਪ੍ਰਕਾਰੀ ਮੋਹਿਆ, ਤੇ ਭਾਈ ਅਨਕ ਅਨੇਕਾਂ ਪ੍ਰਕਾਰ ਤਰੀਕਿਆਂ ਦੇ ਨਾਲ ਮੋਹਿਆ ਹੋਇਆ ਹੈ। ਮੋਹ ਨੇ ਮੋਹ ਲਿਆ ਇਸ ਨੂੰ, ਮਾਇਆ ਦੇ ਪਦਾਰਥਾਂ ਨੇ, ਵਿਸ਼ਿਆਂ ਆਦਿ ਨੇ। ਬਹੁ ਵਿਦ ਇਹੋ ਸੰਸਾਰ, ਬਹੁਤ ਵਿਦ ਕੀਏ, ਬਹੁਤ ਪ੍ਰਕਾਰ ਜੁਗਤੀਆਂ ਕਰਕੇ ਇਹ ਸੰਸਾਰ, ਰਾਜਸੀ ਤਾਮਸੀ ਸ਼ਾਂਤ ਕੀ ਬਿਰਤੀ ਕਰਕੇ ਇਹ ਸੰਸਾਰ ਜਗਤ ਜਿਹੜਾ ਹੈ ਇਹ ਮੋਹਿਆ ਹੋਇਆ ਹੈ। ਜਿਸਨੂੰ ਰੱਖੈ ਸੋ ਰਹੈ, ਜਿਸ ਨੂੰ ਸਤਿਗੁਰੂ ਜੀ ਵਿਕਾਰਾਂ ਵੱਲੋਂ ਰੱਖਣਾ ਚਾਹਣ, ਉਹ ਜਿਹਦੇ ਰਾਖੇ ਬਣ ਜਾਣ, ਜਿਹਦੇ ਖੇਤ ਦਾ ਰਾਖਾ ਖੜਾ, ਉਹ ਖੇਤ ਥੋੜੀ ਉਜੜਦਾ ਹੁੰਦਾ। ਆਪਣੇ ਰਖਵਾਲੇ ਭਾਈ ਸਤਿਗੁਰੂ ਉਹ ਰੱਖਿਆ ਕਰਨਗੇ ਸਾਡੀ, ਤਾਂ ਸਾਡਾ ਖੇਤ ਬਚੂ ਅੰਤਿਸ਼ ਕਰਨ ਦਾ, ਉਹੀ ਬਚ ਸਕਦਾ ਹੈ, ਬਚਿਆ ਰਹਿੰਦਾ। ਸਮ੍ਰਿਥ ਪੁਰਖ ਅਪਾਰ, ਸਮ੍ਰਿਥ ਭਾਵੇਂ ਸਰਬ ਸ਼ਕਤੀਮਾਨ ਦਾ ਹੀ ਹੈ। ਸਮ੍ਰਿਥ ਪੈਰਦਾਰ ਆ ਰਿਹਾ, ਕਹਿੰਦੇ ਉਹ ਸਰਬ ਸ਼ਕਤੀਮਾਨ, ਪੁਰਖ ਪੂਰਨ ਤੇ ਅਪਾਰ, ਪਾਰਾਵਾਰ ਤੋਂ ਰਹਿਤ ਵਾਹਿਗੁਰੂ ਹੈ। ਹਰ ਜਨ ਹਰ ਲਿਵ ਉਦਰੇ, ਹਰੀ ਪਰਮੇਸ਼ਰ ਵਾਹਿਗੁਰੂ ਦੇ ਜਨ ਦਾਸ ਉਹਦੇ ਨਾਲ ਲਿਵ ਬਿਰਤੀ ਲਾ ਕੇ ਉਧਰੇ ਤਰ ਗਏ ਸੰਸਾਰ ਸਮੁੰਦਰ ਤੋਂ। ਨਾਨਕ ਸਦ ਬਲਿਹਾਰ, ਮੈਂ ਉਹਨਾਂ ਤੋਂ ਬਲਿਹਾਰ ਜਾਵਾਂ ਜਿਹੜੇ ਸੰਸਾਰ ਤੋਂ ਪਾਰ ਹੋ ਗਏ। ਕਹਿੰਦੇ ਬਲਿਹਾਰ ਜਾਈਏ ਵੀ ਡੁੱਬਿਆ ਨਹੀਂ ਤੂੰ ਨਿਕਲਿਆ ਬਾਹਰ, ਕਈ ਡੁੱਬ ਗਏ ਹੁਣ ਤੇ ਇੱਕ ਲੰਘਿਆ ਹੋਏ, ਕਹਿੰਦੇ ਵੀ ਬਲਿਹਾਰ ਜਾਈਏ ਤੈਨੂੰ, ਤੇਰੇ ਨਾਲ ਦੇ ਤਾਂ ਡੁੱਬ ਗਏ, ਤੂੰ ਤਾਂ ਤਰ ਗਿਆ ਹੈ। ਤੇ ਇਸ ਕਰਕੇ ਸੈਂਕੜੇ ਵਾਰੀ ਬਲਿਹਾਰ ਕੁਰਬਾਨ ਜਾਈਏ ਉਸ ਤੋਂ। ਸ੍ਰੀ ਰਾਗ ਮਹੱਲਾ ਪੰਜਵਾ ਘਰ ਦੂਜਾ। ਸ੍ਰੀ ਰਾਗ ਦੇ ਅੰਦਰ ਗੁਰੂ ਅਰਜਨ ਦੇਵ ਜੀ ਰਾਗ ਦੇ ਦੂਸਰੇ ਸੁਰਤਾਲ ਦੇ ਵਿੱਚ ਇਹ ਸ਼ਬਦ ਉਚਾਰਨ ਕਰਦੇ ਹਨ ਜੀ। ਗੋਇਲ ਆਇਆ ਗੋਇਲੀ, ਇਹ ਮਹਾਰਾਜ ਸਾਹਿਬ ਨੇ ਜੀ ਦ੍ਰਿਸ਼ਟਾਂਤ ਵਰਤਿਆ, ਰੂਪ ਕਲੰਕਾਰ ਕਹਿੰਦੇ ਇਹਨੂੰ। ਇਹ ਜਿਸ ਤਰ੍ਹਾਂ ਇਹ ਐਂ ਵੀ ਕਿਵੇਂ ਕਿਸੇ ਇਲਾਕੇ ਦੇ ਵਿੱਚ ਵਰਖਾ ਨਾ ਹੋਣ ਕਰਕੇ, ਜਾਂ ਜੇ ਵਰਖਾ ਹੋਈ ਨਹੀਂ ਹੈ, ਪੱਠ ਤੱਥੇ ਮੁੱਕ ਜਾਣ, ਜਿਹੜੇ ਗਵਾਲੇ ਨੇ ਗਊਆਂ ਚਾਰਨ ਵਾਲੇ ਜਾਂ ਮੱਝਾਂ ਜਿਨ੍ਹਾਂ ਦੇ ਕੋਲ ਰੱਖੀਆਂ ਪਸ਼ੂ ਰੱਖੇ ਹੋਏ ਨੇ, ਕੱਖ ਪੱਠਾ ਰਿਹਾ ਨਹੀਂ ਹੈ, ਉਹ ਪੁਰਾਣੇ ਸਮੇਂ ਦੀ ਗੱਲ ਹੈ, ਦ੍ਰਿਸ਼ਟਾਂਤ ਉਸ ਵੇਲੇ ਦਾ। ਦਰਿਆਵਾਂ ਦੇ ਕਿਨਾਰਿਆਂ ਦੇ ਉੱਤੇ ਜਿਹੜੀ ਜਗ੍ਹਾ ਹੁੰਦੀ ਸੀ, ਉਹ ਪਾਣੀ ਦੇ ਸਿੱਲ ਕਰਕੇ ਉੱਥੇ ਘਾਹ ਹਰਾ ਹੁੰਦਾ ਸੀ, ਉਹਨੂੰ ਚਰਾਂਦਾ ਕਹਿੰਦੇ ਸੀ। ਉਹ ਚਰਾਂਦਾ ਜਿਹੜੇ ਉਹਦੇ ਜ਼ਮੀਨ ਦੇ ਮਾਲਕ ਹੁੰਦੇ ਸੀ, ਉਹ ਫਿਰ 3 ਮਹੀਨੇ ਵਾਸਤੇ, ਕਿਸੇ ਨੂੰ 2 ਮਹੀਨੇ ਵਾਸਤੇ, ਕਿਸੇ ਨੂੰ 4 ਮਹੀਨੇ ਵਾਸਤੇ ਉਹਦੇ ਕੋਲੋਂ ਪੈਸੇ ਲੈ ਲੈਣ ਦੇ, ਚਰਾਨ ਦੇ ਦੇਣੀ ਵੀ ਲੈ ਭਾਈ ਤੂੰ ਆ ਚਰਾਨ ਤੈਨੂੰ ਦਿੱਤੀ, ਇੱਥੇ ਹੱਦ ਤੱਕ ਤੇਰੀ ਹੈ, ਐਸ ਹੱਦ ਤੱਕ ਦੂਜੇ ਦੀ ਹੈ। ਉਹ ਜਾ ਕੇ ਗਾਵਾਂ ਮੱਝਾਂ ਉੱਥੇ ਲਿਜਾ ਕੇ ਚਾਰਦੇ ਤੇ ਦੁੱਧ ਆਪਣਾ ਵੇਚਦਾ ਧੰਦਾ ਕਰਦੇ, ਤੇ ਉੱਥੇ ਕੱਚੇ ਜਿਹੇ ਮਕਾਨ ਜਾਂ ਫਿਰ ਉਹ ਛਪਰੇ ਬਣਾ ਲੈਂਦੇ, ਉਹਦੇ ਵਿੱਚ ਰਹਿੰਦੇ। ਪੱਕੇ ਮਕਾਨ ਨਹੀਂ ਸੀ ਬਣਾਉਂਦੇ, ਕਿਉਂਕਿ ਜਦੋਂ ਵਰਖਾ ਹੋ ਜਾਂਦੀ, ਵਰਖਾ ਹੋਣ ਤੋਂ ਬਾਅਦ ਫਿਰ ਉਹਨਾਂ ਦੇ ਆਪਣੇ ਇਲਾਕੇ ਦੇ ਵਿੱਚ ਵੀ ਹਰਿਆਵਲ ਹੋ ਜਾਂਦੀ, ਫਿਰ ਉਹ ਛੱਡ ਕੇ ਵਾਪਸ ਆ ਜਾਂਦੇ। ਜੇ ਕੋਈ ਛੱਡਣ ਨੂੰ ਤਿਆਰ ਨਾ ਹੁੰਦਾ, ਫਿਰ ਜ਼ਮੀਨ ਦਾ ਮਾਲਕ ਕਹਿੰਦਾ ਓਏ ਤੂੰ ਮੂਰਖ ਹੈ, ਤੂੰ ਤਾਂ ਪੱਕਾ ਹੀ ਬਣਾ ਕੇ ਬਹਿ ਗਿਆ ਇੱਥੇ, ਤੈਨੂੰ ਤਾਂ ਚਰਾਨ ਦਿੱਤੀ ਸੀ ਚਰਾਉਣ ਵਾਸਤੇ। ਇਸ ਕਰਕੇ ਮਹਾਰਾਜ ਇਹਦਾ ਦ੍ਰਿਸ਼ਟਾਂਤ ਦਿੰਦੇ ਹੈ, ਤੇ ਤਾਂ ਕਿ ਜੀਵ ਨੂੰ ਕੋਈ ਗਿਆਨ ਹੋ ਜਾਵੇ। ਜਿਵੇਂ ਬਾਹਰ ਆ ਕੁਛ ਹੈ, ਇਸੇ ਤਰ੍ਹਾਂ ਗੋਇਲ ਬੋਲੋ ਜੀ। ਗੋਇਲ ਆਇਆ ਗੋਇਲੀ, ਗੋਇਲ ਗਊਆਂ ਦੀ ਚਰਾਂਦ ਵਾਲੀ ਥਾਂ ਨੂੰ ਕਹਿੰਦੇ ਨੇ, ਗੋਇਲ ਵਾਸਾ ਕਹਿੰਦੇ ਨੇ, ਜਿੱਥੇ ਗਵਾਲੇ ਵਸਦੇ ਆ ਕੇ ਗਈਆਂ ਨੂੰ ਲੈ ਕੇ ਆਉਣਾ। ਤੇ ਗੋਇਲੀ ਲੱਲੇ ਦੀ ਬਿਹਾਰੀ ਤੇ ਲੱਲੇ ਦੀ ਸਿਹਾਰੀ ਦੇਣ ਵਾਲੇ ਮਾਤਰਾ ਬਦਲੀ ਹੈ, ਬਾਕੀ ਸਾਰਾ ਗੋਇਲ ਅਸਥਾਨ, ਗੋਇਲੀ ਬਸਣ ਵਾਲਾ। ਉਹ ਜਿਹੜਾ ਗਊਆਂ ਦਾ ਚਰਾਉਣ ਵਾਲਾ ਉਹਨੂੰ ਗੋਇਲੀ ਕਹਿ ਦਿੱਤਾ, ਜਿਹੜਾ ਚਰਾਂਦ ਵਾਲੀ ਜਗ੍ਹਾ ਉਹਨੂੰ ਗੋਇਲ ਕਹਿ ਦਿੱਤਾ। ਤੇ ਜਿਸ ਤਰ੍ਹਾਂ ਗਵਾਲਾ ਚਰਵਾਹਾ ਕੁਝ ਸਮੇਂ ਵਾਸਤੇ ਦਰਿਆ ਦੇ ਕਿਨਾਰੇ ਆਉਂਦਾ ਹੈ, ਤੇ ਇਸ ਲਈ ਫਿਰ ਉਹ ਜਿਹੜਾ ਹੈ ਕਿਆ ਤਿਸ ਡੰਫ ਪਸਾਰ, ਤਿਸ ਉਸ ਚਰਵਾਹੇ ਨੇ ਕਿਆ ਕੀ ਡੰਫ ਡੰਬ ਪਖੰਡ ਪਸਾਰਾ, ਕੀ ਪਸਾਰਨਾ ਹੈ, ਉਹਨੂੰ ਪਤਾ ਵੀ ਮੈਂ ਤਾਂ ਮੁੜ ਜਾਣਾ। ਭਾਵ ਕਿ ਉਹ ਪੱਕੇ ਮਕਾਨ ਨਹੀਂ ਬਣਾਉਂਦਾ, ਪਸਾਰਾ ਨਹੀਂ ਪਰਸਦਾ। ਵਰਖਾ ਹੋਣ ਤੋਂ ਚਰਾਂਦਾ ਦਾ ਸਮਾਂ ਖਤਮ ਹੋ ਗਿਆ ਤੇ ਉਹ ਵਾਪਸ ਜਾਣਾ ਪੈਂਦਾ। ਇਸੇ ਤਰ੍ਹਾਂ ਇਹ ਜੀਵ ਗਵਾਲਾ ਹੈ, ਇਹ ਜਿਹੜੇ ਦੇਹ ਹੈ ਸਾਡੀ ਇੰਦਰੀਆਂ ਨੇ, ਇਹ ਗਊਆਂ ਨੇ, ਸੰਸਾਰ ਰੂਪੀ ਦਰਿਆ ਦਾ ਕਿਨਾਰਾ ਹੈ, ਇੱਥੇ ਅਸੀਂ ਆਏ ਹੋਏ ਹਾਂ। ਇੰਦਰੀਆਂ ਦੇ ਪ੍ਰੈਣ ਹੋ ਕੇ ਸ਼ਬਦ ਸਪਰਸ਼ ਰੂਪ ਰਸਗੰਧ, ਇਹ ਜਿਹੜੇ ਵਿਸ਼ਿਆਂ ਰੂਪੀ ਘਾਹ ਹੈ, ਇੰਦਰੀਆਂ ਰੂਪੀ ਗਊਆਂ ਸਾਡੀਆਂ, ਇਹ ਜੀਵ ਰੂਪ ਗਵਾਲਾ ਹੈ। ਇਹ ਸੰਸਾਰ ਸਮੁੰਦਰ ਦੇ ਦਰਿਆ ਦੇ ਕਿਨਾਰੇ ਤੇ ਹੁਣ ਆਇਆ ਇੱਥੇ, ਪਰ ਮੂਰਖ ਐਡਾ ਵੀ ਇਹ ਕਹਿੰਦਾ ਵੀ ਹੁਣ ਇੱਥੋਂ ਜਾਣਾ ਹੀ ਨਹੀਂ ਹੈ। ਇਸ ਕਰਕੇ ਇਹਦੇ ਫਿਰ ਮਾਰ ਪੈਂਦੀ ਹੈ। ਉਹ ਸੰਸਾਰ ਦੇ ਅੰਦਰ ਡੰਬ ਦਾ ਪਸਾਰਾ, ਜਿੰਨੀ ਚੱਲਣ ਜਾਣਿਆ ਸੇਕੂ ਕਰਾਂ ਵਿਥਾਰ, ਇਹ ਪਸਾਰਾ ਪਸਾਰ ਰਿਹਾ ਹੈ। ਸਦਾ ਜਿਉਂਦਾ ਰਹੂੰਗਾ ਮੈਂ,
ਪਰ ਜਦੋਂ ਕਾਲ ਰੂਪੀ ਵਰਖਾ ਪੈਂਦੀ ਹੈ ਤਾਂ ਪ੍ਰਲੋਕ ਰੂਪੀ ਘਰ ਨੂੰ ਵਾਪਸ ਜਾਣਾ ਪਏਗਾ। ਫਿਰ ਜਿਵੇਂ ਉਹ ਚਰਾਂਦਾਂ ਵਾਲੇ ਵਾਪਸ ਮੁੜ ਜਾਂਦੇ ਨੇ। ਮੋਹਲਤ ਪੁੰਨੀ ਚੱਲਣਾ, ਮਿਆਦ ਪੂਰੀ ਹੋਵੀ, ਅਵਧੀ ਪੂਰੀ, ਚਰਵਾਹੇ ਲੋਕ ਪਸ਼ੂ ਲੈ ਕੇ ਜਿਹੜੇ ਆਏ ਸੀ ਉਹ ਚਲੇ ਗਏ ਵਾਪਸ, ਸਮਾਂ ਪੂਰਾ ਹੋ ਗਿਆ ਹੈ। ਇਸੇ ਕਰਕੇ ਜਿਹੜਾ ਕੋਈ ਨਾ ਜਾਵੇ ਫਿਰ ਉਹਨੂੰ ਕਹਿੰਦੇ ਨੇ ਤੂੰ ਸੰਭਲ ਘਰ-ਬਾਰ। ਉਹ ਕਹਿੰਦੇ ਜਾ ਓਏ ਤੂੰ ਇੱਥੇ ਬੈਠਾ, ਤੂੰ ਵੀ ਆਪਣਾ ਘਰ-ਬਾਰ ਸੰਭਾਲ, ਹੁਣ ਤੂੰ ਥੋੜੀ ਵਰਖਾ ਹੋ ਗਈ ਹੁਣ ਤਾਂ। ਇਸ ਤਰ੍ਹਾਂ ਜੀਵ ਜਦੋਂ ਉਮਰ ਰੂਪੀ ਅਵਧੀ ਪੂਰੀ ਹੋ ਗਈ, ਸੰਸਾਰ ਤੋਂ ਚੱਲਣਾ ਹੋਵੇਗਾ ਤੇ ਪਰੰਪਰਾ ਦੇ ਅਨੁਸਾਰ ਜਿਹੜਾ ਹੈ, ਕਿਉਂਕਿ ਆਦਿ ਕਾਲ ਤੋਂ ਐਸਾ ਚੱਲਿਆ ਹੈ, ਤਾਂ ਉਹਨੂੰ ਫਿਰ ਜਮਦੂਤ ਆ ਕੇ ਕਹਿੰਦੇ ਚੱਲ ਹੁਣ ਤੂੰ ਚਲੋ ਸਿਤਾਬ, ਬਲਕਿ ਛੇਤੀ ਚੱਲ, ਦੀਵਾਨ ਬੁਲਾਇਆ, ਤੈਨੂੰ ਬੁਲਾਇਆ ਉੱਥੇ, ਹੁਣ ਤੇਰੀ ਚਰਾ ਪੂਰਾ ਹੋ ਗਿਆ ਤੇਰਾ ਸਮਾਂ। ਤੋਂ ਇਸ ਕਰਕੇ ਪਰੰਪਰਾ ਅਨੁਸਾਰ ਜਿਹੜੀ ਹੈ ਤੇ ਮਨੁੱਖ ਦੇ ਜਿਹੜੇ ਸਵਾਸ ਹਨ ਉਹਨਾਂ ਨੂੰ ਆਮ ਕਰਕੇ ਗਿਣਿਆ ਜਾਂਦਾ ਹੈ ਵੀ 24,000 ਜਿਹੜੇ ਦਿਨ ਰਾਤ ਦੇ ਸਵਾਸ ਹੈ। ਪਰ ਇਹਨਾਂ ਦੀ 24,000 ਦੀ ਜਿਹੜੀ ਗਿਣਤੀ ਹੈ, ਬੁੱਲੇ ਨੇ ਵੀ ਕਿਹਾ ਹੈ, ਕਹਿੰਦੇ 24,000 ਜਿਹੜੇ ਸਵਾਸ ਨੇ, 24,000 ਨਵਾਜ਼ ਫੱਕਰ ਦੀ। ਕਹਿੰਦਾ ਫੱਕਰਾਂ ਦੀ ਨਵਾਜ਼ ਤੋਂ ਕਿਸੇ ਨੇ ਕਿਹਾ ਤੇ ਬੋਲਿਆ ਤੂੰ ਨਵਾਜ਼ ਕਿਉਂ ਨਹੀਂ ਪੜ੍ਹਦਾ? ਕਹਿੰਦਾ 24,000 ਨਵਾਜ਼ ਫੱਕਰ ਦੀ, 5 ਤੋਂ ਕਿਹਦੀਆਂ ਪੜ੍ਹਦਾ? ਕਹਿੰਦਾ ਬੁੱਲੇ ਸ਼ਾਹ ਦਾ ਇੱਕੋ ਮਣਕਾ ਜਿਹੜਾ ਅੱਲਾ ਹੀ ਅੱਲਾ ਕਰਦਾ। ਕਹਿੰਦਾ ਮੈਂ ਤਾਂ ਮਨ ਦਾ ਮਣਕਾ ਅੱਲਾ ਹੀ ਅੱਲਾ ਕਰ ਰਿਹਾ। 24,000 ਦਰਮਾਨੀ ਗਿਣਤੀ ਹੈ। ਪਰ ਇਹਦੇ ਵਿੱਚ ਐਸਾ ਭੇਦ ਹੈ, ਜਦੋਂ ਆਪਾਂ ਬੈਠੇ ਹਾਂ, ਟਕਾ ਦੇ ਵਿੱਚ ਬੈਠਿਆਂ ਨੂੰ ਸਮਾਂ ਹੋ ਗਿਆ, ਜਿੰਨੇ ਸਮੇਂ 'ਚ 12 ਸਾਹ ਆਉਣਗੇ, ਜਦੋਂ ਅਸੀਂ ਤੁਰੇ ਫਿਰਦੇ ਹਾਂ ਉਦੋਂ ਉਨੇ ਸਮੇਂ 'ਚ 18 ਹੋ ਜਾਣਗੇ, ਤੇ ਜਿਸ ਵੇਲੇ ਜੇ ਦੌੜ ਲਈਏ ਫਿਰ ਤਾਂ ਬਹੁਤੇ ਤੇਜ਼ ਹੋ ਜਾਣਗੇ। ਪਰ ਜੇ ਅਸੀਂ ਤੁਰੇ ਫਿਰਦੇ ਹਾਂ ਤਾਂ 12 ਦੇ ਥਾਂ ਤੇ 18 ਹੋ ਗਏ ਉਨੇ ਸਮੇਂ। ਜਿਹੜੇ ਮੰਦੀ ਵਾਸ਼ਨਾ ਤ੍ਰਿਪਤ ਹੋਣ ਵਾਸਤੇ ਮੈਥਨ ਕਰਦੇ ਆ, ਉਹਦੀ ਉਸ ਵੇਲੇ 64 ਸਾਹ ਦੀ ਗਤੀ ਤੇਜ਼ ਹੋ ਜਾਂਦੀ ਹੈ। ਉਸ ਵੇਲੇ ਦਾਨਿਆਂ ਨੇ ਕਿਹਾ ਬੈਠ ਤਾਂ 12 ਚਲਤ 18 ਸੋਭਤ ਚਾਲੇ 30। ਜਦੋਂ ਸੌ ਜਾਂਦੇ ਉਹਨੇ ਸਮੇਂ 30 ਸਵਾਸ ਹੋ ਜਾਂਦੇ। ਕਾਰਨ ਕੀ ਹੈ? ਤੁਸੀਂ ਇਹ ਯਾਦ ਰੱਖੋ ਵੀ ਇਹ ਸਿਹਤ ਵਿਗਿਆਨ ਦਾ ਪੱਖ ਹੈ। ਜਿਹੜਾ ਬੰਦਾ ਜ਼ਿਆਦਾ ਸੌਏਗਾ ਉਹਦੀ ਉਮਰ ਬੜੀ ਜਲਦੀ ਘਟ ਜਾਏਗੀ, ਕਿਉਂਕਿ ਸੌਣ ਵੇਲੇ 30 ਸਾਸ ਜਿਹੜੇ ਉਨੇ ਸਮੇਂ 'ਚ ਆ ਰਹੇ ਨੇ, ਬੈਠਣ ਲੱਗਿਆਂ 12 ਆਉਂਦੇ ਸੀ, ਸੁੱਤੇ ਪਏ ਦੇ 30 ਹੋ ਗਏ। ਕਿ ਜਿੰਨਾ ਜ਼ਿਆਦਾ ਸੌਂਗਾ ਉਨਾ ਜ਼ਿਆਦਾ ਆਪਣਾ ਰਾਸ਼ਨ ਪਾਣੀ ਸਵਾਸਾਂ ਦਾ ਖਤਮ ਕਰ ਰਿਹਾ ਹੈ, ਤੇ ਮੈਥਨ ਕਰਦਾ ਉਹਦੇ 'ਚ 64 ਹੋ ਗਏ। ਇਸ ਕਰਕੇ ਨਾ ਤੇ ਮੈਠਤ 12 ਚਲਤ 18 ਸੋਵਤ ਚਾਲੇ 30 ਮੈਥਨ करते हैं 64 से चालें क्यों ना पजे जगदीश। थोड़ा सबना खावना थोड़ा बोलन गुरमत पाए क्यों कहा भाई साहब ने? गुरमत का विधान है। इस करके ये श्वासां की अवधि जो पूरी हो जाती है, ये जीव नूं कोच करना पैंदा है। उस वेले कोई रख नहीं सकता। जिसकी पूजा औद तिसे कौन राखे, वैद के अन को पाव कहां लो पाखे। इहां खाड़ चलो हर लाहा, आगे बसम सेला। जो कर छड़ गवावना सो लगा मन माहे। जिथे जाए तुद बरतना तिसकी चिंता ना है। तू संभल कर वार, बोल दो जी द्वारे। तू संभल कर वार। तू शरीर रूपी इंद्रियां रूपी घर वार नूं संभालना कर। संभाल तू लग्या होया इहदे च मालशां करन लग्या भी चंगे चंगे पदार्थ खा के सदा रहूंगा मैं। इंद्रां तू बार दर नूं संभालण लग्या होया है। ये तां रेत दी न्याई है। काल रूपी रहर जदों आ गई ना, समुद्र के किनारे रेते का घर बनाया होवे किन्ना चिर रहूगा। कारण सूक्ष्म सलीए जिहड़ा दोने ये परलोक नहीं चले जाणगे। कारण ते सूक्ष्म ये दे रेते का घर है ते ये इत्थे ही रह जाऊगा। इहनूं संभाल लै जे तैनूं हिसाब हुंदा है। प्रमाण दिता महाराज ने। कर वालू का कुमन केर, बरखस वाणी बुध बुदाहेर। बरखस का अर्थ है बरख रही है। ये बूंदा काल दियां पै रही हैं। जां फिर आवे लहर समुंद सागर की, खिन मह भिन्न भिन्न टह पईया। रेता खिलर जाएगा। तू संभल कर वार। तू तुरिया पद रूपी घर ते बार ज्ञान का दरवाजा संभाल लै। हे जीव तू संभलना कर, क्योंकि मौत तेरे सिर ते खड़ी है। तेरे सिर रूपी घर नूं बार बाल देणगे, पिछों फिर सेवे च जाके जला देणगे। तू उस परमेश्वर के स्वरूप रूपी घर नूं संभाल लै। ब्रह्म ज्ञान रूपी अग्नि दे नाल प्रकाश द्वारा तू अपने आप संभाल लै। संचित कर्मां नूं साड़ के बाल के सारे इस नूं
ਜੀਵਨ ਮੁਕਤ ਦਾ ਆਨੰਦ ਮਾਣੇਗਾ। ਹਰ ਗੁਣ ਗਾਓ ਮਨਾ, ਇਹ ਮੇਰੇ ਮਨਾ ਹਰੀ ਪਰਮੇਸ਼ਰ ਦੇ ਗੁਣਾਂ ਨੂੰ ਗਾਇਣ ਕਰ ਹਰ ਵੇਲੇ। ਸਤਿਗੁਰ ਸੇਵ ਪਿਆਰ, ਸਤਿਗੁਰੂ ਘਰ ਦੀ ਸੇਵਾ ਵੀ ਕਰ ਤੇ ਪਿਆਰ ਰੱਖ ਸਤਿਗੁਰਾਂ ਦੇ ਨਾਲ। ਕਿਆ ਥੋੜੜੀ ਬਾਤ ਗਮਾਨ, ਪਿਆਰ ਕਿਵੇਂ ਕਰਨਾ? ਜਿਹੜਾ ਕਥਾ ਕੀਰਤਨ ਨਾਲ ਪਿਆਰ ਕਰਨਾ, ਬਾਣੀ ਨਾਲ ਪਿਆਰ ਕਰਨਾ। ਤੂੰ ਤਾਂ ਥੋੜੀ ਜਿਹੀ ਗੱਲ ਦਾ ਹੀ ਹੰਕਾਰ ਕਰੀ ਜਾਂਦਾ, ਥੋੜੀ ਜਿਹੀ ਜ਼ਿੰਦਗੀ ਹੈ, ਇਹਨਾਂ ਗੱਲਾਂ ਦੇ ਵਿੱਚ ਤੂੰ ਗਮਾਨ ਹੰਕਾਰ ਕਿਉਂ ਕਰਦਾ ਹੈ? ਜ਼ਿੰਦਗੀ ਤੇ ਭਰੋਸਾ ਕਾਹਦਾ ਭਰੋਸਾ ਹੈ? ਇੱਕ ਹਿਜਕੀ ਦੇ ਨਾਲੇ ਪ੍ਰਾਣ ਨਿਕਲ ਜਾਂਦੇ ਆ। ਸਾਧ ਸਿੰਘ ਜੀ, ਐਡਾ ਵੱਡਾ ਪਹਿਲਵਾਨ ਦਾਰਾ ਸਿੰਘ, ਖਾਣੇ ਦੀ ਇੱਕ ਬੁਰਕੀ ਫਸੀ ਆ, ਉਹਦੇ ਨਾਲੇ ਪ੍ਰਾਣ ਨਿਕਲ ਗਏ। ਡਾਕਟਰਾਂ ਦੀ ਵੱਡਾ ਕਹਿੰਦੇ ਜੀ ਉਹਦੇ ਨਾਲ ਐਸਾ ਸੁਣਿਆ ਮੈਂ। ਇਸ ਕਰਕੇ ਇਹ ਨਹੀਂ ਕੋਈ ਪਤਾ, ਇੱਕ ਪਲ ਦੇ ਵਿੱਚ ਹੀ ਜ਼ਿੰਦਗੀ ਰੁਕ ਜਾਂਦੀ ਹੈ। ਹਾਰਟ ਅਟੈਕ ਹੋ ਗਿਆ ਜੀ, ਦਿਲ ਰੁਕਿਆ, ਖਤਮ ਹੋ ਜਾਂਦਾ ਹੈ, ਸਭ ਕੁਝ ਛੱਡ ਕੇ ਤੁਰ ਜਾਂਦਾ। ਫਿਰ ਕਿਹੜੀ ਗੱਲ ਦਾ ਹੁਕਮਾਨ ਹੈ? ਹੰਕਾਰ ਕਿਹੜੀ ਗੱਲ ਦਾ ਕਰਦਾ ਹੈ? ਅਸਾਈ ਦੇ ਕੇ ਕਹਿੰਦੇ ਨੇ ਜੈਸੇ ਰਾਇਣ ਪਰਾਹੁਣੇ। ਇਹਦੇ ਚ ਦੋ ਪ੍ਰਮਾਣ ਦਿੱਤੇ, ਇੱਕ ਤਾਂ ਗੋਇਲ ਗੋਇਲੀ ਦਾ ਦਿੱਤਾ, ਦੂਸਰਾ ਪ੍ਰਾਹੁਣਿਆਂ ਦਾ ਦਿੰਦੇ ਹੁਣ ਮਹਾਰਾਜ। ਜਿਵੇਂ ਰਾਤ ਦੇ ਸਮੇਂ ਪ੍ਰਾਹੁਣੇ ਮਹਿਮਾਨ ਆ ਜਾਂਦੇ ਹਨ ਜਾਂ ਸਰਾਵਾਂ ਆਜ ਇਕੱਠੇ ਹੋ ਜਾਂਦੇ ਨੇ। ਉੱਠ ਚੱਲ ਸਹਿ ਪ੍ਰਭਾਤ, ਪ੍ਰਭਾਤ ਸਵੇਰ ਹੁੰਦੇ ਹੀ ਉੱਠ ਕੇ ਆਪਣੇ ਆਪਣੇ ਰਸਤੇ ਪੈ ਜਾਂਦੇ ਨੇ। ਇਸੇ ਤਰ੍ਹਾਂ ਹੇ ਜੀਵ, ਤੂੰ ਅਵਸਥਾ ਰੂਪੀ ਉਮਰ ਦੀ ਰਾਤ ਕੱਟਣ ਲਈ ਸੰਸਾਰ ਰੂਪੀ ਘਰ ਦੇ ਵਿੱਚ ਪ੍ਰਾਹੁਣਿਆਂ ਦੀ ਨਹੀਂ ਆਇਆ। ਜਦੋਂ ਕਾਰ ਰੂਪੀ ਦਿਨ ਚੜ੍ਹੇਗਾ ਤੇ ਫਿਰ ਤੈਨੂੰ ਚੱਲਣਾ ਪੈਣਾ ਹੈ। ਆਪਨ ਵਾਰੀ ਸਭ ਸੇ ਆਵੈ, ਪੱਕੀ ਖੇਤੀ ਲੁਣੀ ਹੈ। ਏਕ ਰਹਿਣ ਕੇ ਪਹੁਣ ਤੁਮ ਆਏ, ਬਹੁਤ ਜੁਗ ਆਸ ਵਧਾਏ। ਤੁਸੀਂ ਬਹੁਤੀਆਂ ਆਸਾਂ ਦਾ ਫਲਾ ਕਰ ਲਿਆ ਹੈ। ਕਿਆ ਤੂੰ ਰੱਤਾ ਗ੍ਰਸਤ ਸਿਓ, ਕਿਆ ਤੂੰ ਰੱਤਾ ਗ੍ਰਸਤ ਸਿਓ। ਇਹ ਗੱਗੇ ਦੀ ਸਿਹਾਰੀ ਬੋਲਣੀ ਹੈ। ਗੱਗੇ ਦੀ ਸਿਹਾਰੀ ਹੈ, ਰਾਰੇ ਨੂੰ ਨਹੀਂ ਲੱਗਣ ਦੇਣੀ। ਕਿਆ ਤੂੰ ਰੱਤਾ ਗ੍ਰਸਤ ਸਿਓ, ਜੇ ਕਹਤਾ ਤਿਆ ਤੂੰ ਰੱਤਾ ਗ੍ਰਸਤ ਸਿਓ, ਫਿਰ ਰਾਰੇ ਨੂੰ ਜਾ ਲੱਗੀ ਸਿਹਾਰੀ। ਇਹ ਅੱਖਰਾਂ ਦੇ ਭੇਦ ਹੈ। ਕਿਆ ਤੂੰ ਰੱਤਾ ਗ੍ਰਸਤ ਸਿਓ। ਹੇ ਭਾਈ, ਉਹ ਹੈ ਗ੍ਰਸਤ ਦਾ ਨਾਮ ਹੈ, ਪਰ ਅੱਖਰ ਲਿਖੇ ਸਹੀ ਕਾਵਾਂ। ਗ੍ਰਸਤ ਵਿੱਚ ਕਿਆ ਤੂੰ ਰੱਤਾ ਰੰਗਿਆ ਹੋਇਆ। ਹਰ ਸਮੇਂ ਘਰ-ਵਾਰ, ਇਸਤਰੀ ਪੁੱਤਰ ਆਦਿ ਇਹਨਾਂ ਦੇ ਮੋਹ ਦੇ ਵਿੱਚ ਰੰਗਿਆ ਹੀ ਗਿਆ। ਤੂੰ ਪਰਿਵਾਰ ਦੇ ਮੋਹ ਦੇ ਵਿੱਚ ਰੰਗਿਆ ਫਿਰਦਾ। ਸਭ ਫੁੱਲਾਂ ਕੀ ਬਾਗਾਤ, ਇਹ ਫੁੱਲਾਂ ਦੀ ਬਾਗਾਤ ਫੁੱਲਵਾੜੀ ਹੈ। ਫੁੱਲਵਾੜੀ ਦੇ ਖਿੜਨੇ ਫੁੱਲਾਂ ਵਾਂਗ ਹੈ। ਤੇ ਭਾਵ ਕੀ ਹੈ? ਸੰਸਾਰ ਫੁੱਲਾਂ ਦੀ ਬਾੜੀ ਹੈ, ਇਹ ਸਦਾ ਨਹੀਂ ਖਿੜੀ ਰਹਿਣੀ ਹੈ। ਧਨ ਜੋਬਨ ਅਰ ਫੁੱਲੜਾ ਨਾਠੀ ਅੜੇ ਦਿਨ ਚਾਰ, ਇਹ 4 ਦਿਨਾਂ ਦੀ ਹੈ। ਉਹਨਾਂ ਦੀ ਨਿਆਈਆਂ ਜਵਾਨੀ ਰੂਪ ਤੇਰੀਆਂ ਪੰਖੜੀਆਂ, ਇੱਛਾ ਰੂਪ ਕਲੀਆਂ, ਵਿਸ਼ੇ ਵਿਕਾਰਾਂ ਰੂਪੀ ਪ੍ਰਾਗ, ਉਹਦੇ ਚ ਜਿਹੜਾ ਧੂੜਾ ਪੈਦਾ ਹੁੰਦਾ, ਭੌਰ ਖਾਂਦਾ, ਵਿਸ਼ਿਆਂ ਨੂੰ ਭੋਗਣ ਵਾਲਾ ਤੇਰਾ ਮਨ ਰੂਪੀ ਭੌਰਾ ਭਰਮਣ ਕਰਦਾ ਫਿਰਦਾ ਹੈ। ਭਗਤੀ ਦੀ ਸੁਗੰਧੀ ਦੀ ਬਜਾਏ ਇਹਨਾਂ ਵਾਸ਼ਨਾਵਾਂ ਦੀ ਦੁਰਗੰਧੀ ਆ ਰਹੀ ਹੈ, ਉਹਦਾ ਹੀ ਆਨੰਦ ਬਣ ਜਾਣਾ ਹੈ। ਪਰ ਇਹ ਥੋੜੇ ਸਮੇਂ ਲਈ ਹੈ। ਜਦੋਂ ਮੌਤ ਆਉਂਦੀ ਹੈ, ਇੰਦਰੀਆਂ ਰੂਪੀ ਪੰਖੜੀਆਂ ਮਿਟ ਜਾਂਦੀਆਂ, ਅੱਖਾਂ ਮਿਟ ਜਾਂਦੀਆਂ ਨੇ। ਜੇ ਖੁੱਲੀਆਂ ਰਹਿਣ, ਕਹਿੰਦੇ ਭਾਈ ਅੱਖਾਂ ਬੰਦ ਕਰ ਦਿਓ, ਡਰ ਲੱਗਦਾ ਇਹਦੇ ਕੋਲੋਂ, ਐਂ ਲੱਗਦਾ ਵੀ ਪ੍ਰੇਤ ਹੀ ਹੈ। ਅੱਖਾਂ ਬੰਦ ਕਰ ਦਿੰਦੇ ਨੇ। ਤੇ ਕਿੰਨੇ ਹੀ ਜੋਬਨ ਜਿਹੜੇ ਪ੍ਰਮਾਤਮਾ ਦੀ ਪ੍ਰੀਤੀ ਤੋਂ ਬਿਨਾਂ ਸੁੱਕ ਗਏ ਨੇ। ਜਿਵੇਂ ਫਰੀਦ ਸਾਹਿਬ ਨੇ ਵੀ ਕਿਹਾ, ਫਰੀਦਾ ਉਮਰ ਸੁਹਾਵੜੀ, ਸੰਗ ਸੁਬੰਦੜੀ ਦੇਹ, ਬਿਰਲੇ ਕੇਈ ਪਾਇਆ ਜਿਨ੍ਹਾਂ ਪਿਆਰੇ ਨੇਹ। ਤੇ ਇਸ ਕਰਕੇ ਹੋਰ ਵੀ ਬੜੇ ਪ੍ਰਮਾਣ। ਜੋਬਨ ਜਾਂਦੇ ਨਾ ਡਰਾਂ, ਜੇ ਸੈ ਪ੍ਰੀਤ ਨਾ ਜਾਏ। ਫਰੀਦਾ ਕੀਤੀ ਜੋਬਨ ਪ੍ਰੀਤ ਬਿਨ, ਸੁੱਕ ਗਏ ਕੁਮਲਾਏ। ਧਨ ਜੋਬਨਾ ਫੁੱਲੜਾ ਨਾਠੀ ਅੜੇ ਦਿਨ ਚਾਰ, ਪੱਬਣ ਕੇਰੇ ਪਤ ਜਿਉ ਢਾਲ ਢੋਲ ਜੁਮਨ ਹਾਰ। ਇਹ ਹਾਲਤ ਹੈ। ਮੇਰੀ ਮੇਰੀ ਕਿਆ ਕਰ ਹੈ। ਇਹ ਭਾਈ ਮੇਰੀ ਮੇਰੀ ਕੀ ਕਰਦਾ ਫਿਰਦਾ ਹੈ ਤੂੰ। ਮੇਰੀ ਜ਼ਮੀਨ, ਮੇਰੀ ਇਸਤਰੀ, ਮੇਰੇ ਪੁੱਤਰ ਧੀਆਂ, ਇਹ ਮੈਂ ਹੀ ਕਰਦਾ ਫਿਰਦਾ ਹੈ। ਜਿਨ ਦੀਆ ਸੋ ਪ੍ਰਭ ਲੋੜ, ਜਿਸ ਵਾਹਿਗੁਰੂ ਨੇ ਤੈਨੂੰ ਸਭ ਕੁਝ ਦਿੱਤਾ ਹੈ, ਉਹਨੂੰ ਚਾਹ, ਉਹਦੀ ਲੋੜ ਮਹਿਸੂਸ ਕਰ, ਉਹਨੂੰ ਨਾ ਛੱਡ। ਇਸ ਕਰਕੇ ਇਹ ਚੀਜ਼ਾਂ ਨੇ ਸਾਥ ਨਹੀਂ ਦੇਣਾ। ਮੇਰੀ ਮੇਰੀ ਕਹਿਰੋਂ ਕਰਤੇ ਦੁਰਜੋਧਨ ਸੇ ਭਾਈ, 12 ਜੋਜਨ ਛਤਰ ਚਲੇ ਥਾ ਦੇਹੀ ਗਿਰਜ ਨਾ ਖਾਈ। ਇਸ ਕਰਕੇ ਦੇਹੀ ਗਿਰਜਨ ਖਾਈ ਦੂਜਾ ਪਾਠ ਕਰਦੇ ਆ। ਇਹ ਜਿਸ ਵਾਹਿਗੁਰੂ ਨੇ ਤੈਨੂੰ ਸਭ ਕੁਝ ਦਿੱਤਾ ਹੈ, ਉਸ ਪ੍ਰਭੂ ਨੂੰ ਲੋੜ ਨਾਮ ਚਾਹਣ ਦਾ ਚਾਹਣਾ ਕਰ, ਉਹਦੀ ਪ੍ਰਾਪਤੀ ਦੀ ਇੱਛਾ ਪੈਦਾ ਕਰ। ਸਰ ਪਰ ਉੱਠੀ ਚੱਲਣਾ, ਸਰ ਪਰ ਨਾਮ ਜ਼ਰੂਰ ਵਰ ਜ਼ਰੂਰ, ਜ਼ਰੂਰ ਇਹ ਜਾਣਾ ਪੈਣਾ। ਇਹ ਗੱਲ ਪੱਕੀ ਹੈ, ਇਹਦੇ ਵਿੱਚ ਕੋਈ ਦੋ ਰਾਵਾ ਨਹੀਂ। ਕਈ ਚੱਲ ਗਏ ਤੇ ਤੈਨੂੰ ਚੱਲਣਾ ਪੈਣਾ। ਦੁਨੀਆ ਤੋਂ ਉੱਠ ਕੇ ਚਲੇ ਜਾਣਾ ਹੈ ਤਾਂ ਛੱਡ ਜਾਸੀ ਲੱਖ ਕਰੋੜ। ਇਹ ਚਾਹੇ ਲੱਖਾਂ ਰੁਪਏ ਜੋੜੇ, ਚਾਹੇ ਕਰੋੜਾਂ, ਛੱਡ ਜਾਸੀ। ਇਹ ਸਭ ਛੱਡ ਕੇ ਜਾਣਾ ਪੈਣਾ ਹੈ, ਸਭ ਤਿਆਗ ਕੇ ਜਾਣਾ ਪਏਗਾ। ਜਾਸੀ ਚਲਿਆ ਜਾਏਗਾ। ਮਾਰਵਾੜੀ ਜਿਹੜੇ ਲੋਕ ਨਸਾਸ, ਇਹਨਾਂ ਦੇ ਚਾਂਦੀ ਦੀਆਂ ਜੰਜੀਰਾਂ ਹੁੰਦੀਆਂ ਸੀ, ਹੁਣ ਤਾਂ ਭਾਵੇਂ ਹਟ ਗਏ। ਹੁਣ ਪੁਰਾਣੇ ਸਮੇਂ 'ਚ ਉਹਦੇ ਨਾਲ ਲੰਗੋਟੀ ਬੰਨ੍ਹਦੇ ਹੁੰਦੇ ਸੀ। ਉਹ ਜਿਸ ਵੇਲੇ ਮੰਦਾ ਮਰ ਜਾਂਦਾ ਹੈ,
ਉਹ ਕਹਿੰਦੇ ਹੁਣ ਮਰਤਾ ਗਿਆ ਵੀ ਚਾਂਦੀ ਦਾ ਕਾਹਨੂੰ ਨੁਕਸਾਨ ਕਰਨਾ, ਉਹ ਵੀ ਤੋੜ ਲੈਂਦੇ ਸੀ। ਇਸ ਕਰਕੇ ਕਮਰ ਦੀ ਬੰਨੀ ਹੋਈ ਜਿਹੜੀ ਉਹਨੂੰ ਕਨਕਨੀ ਵੀ ਕਹਿੰਦੇ, ਤਲਾਗੀ ਵੀ ਕਹਿੰਦੇ, ਲੰਗੋਟੀ ਬੰਨਣ ਵਾਸਤੇ ਹੁੰਦੀ ਹੈ। ਕਬੀਰ ਨੇ ਉਸੇ ਦਾ ਪ੍ਰਮਾਣ ਦਿੱਤਾ ਹੈ। ਕਬੀਰ ਕੌਡੀ ਕੌਡੀ ਜੋਰ ਕੇ ਜੋਰੇ ਲੱਖ ਕਰੋੜ, ਚਲਤੀ ਵਾਰ ਨਾ ਕਸ਼ ਮਿਲਿਓ ਲਈ ਲੰਗੋਟੀ ਤੋਰ। ਉਹਦਾ ਹੀ ਭਾਵ ਹੈ। ਇਸ ਕਰਕੇ ਤੇਰੇ ਪੱਲੇ ਕੁਛ ਨਹੀਂ ਪੈਣਾ। ਲੱਖ 84 ਹੀ ਭਰਮ ਤਿਆ, 84 ਲੱਖ ਜੋਨ ਦੇ ਚ ਭਰਮਣ ਕਰਦਿਆਂ ਹੋਇਆਂ, ਗੁਲਾਬ ਜਨ ਪਾਇਓ ਏ, ਭਰਮਣ ਕੀ ਚੱਕਰ ਕੱਟਦਿਆਂ ਹੋਇਆਂ, ਔਖੇ ਜਿਹੜਾ ਕਠਿਨਤਾਈ ਨਾਲ ਲੱਭਿਆ ਤੈਨੂੰ, ਦੋ ਨਾਮ ਦੁਸਤਰ ਦਾ ਕਠਿਨ ਦਾ, ਉਹਦੇ ਨਾਲ ਲੱਭਿਆ ਮਨੁੱਖਾ ਸਰੀਰ ਤੈਨੂੰ ਪ੍ਰਾਪਤ ਹੋਇਆ ਹੈ। ਇਹ ਪਾਇਓ ਏ, ਤੈਨੂੰ ਮਿਲਿਆ ਹੈ। 84 ਲੱਖ ਜੋਨਾਂ ਦੇ ਗੇੜੇ ਕੱਟ ਕੇ ਅਖੀਰ ਦੇ ਵਿੱਚ ਇੱਕ ਘੱਟ 84 ਲੱਖ ਜੋਨਾਂ ਨੇ, ਉਹ ਮੁਸ਼ਕਲ ਦੇ ਨਾਲ ਤੈਨੂੰ ਮਨੁੱਖਾ ਸਰੀਰ ਦੇ ਹੀ ਮਿਲੀ ਹੈ। ਇਸ ਕਰਕੇ ਇਹਦੀ ਜਿਹੜੀ ਸਾਰੀ ਗਿਣਤੀ 1 ਘੱਟ 84 ਲੱਖ ਹੈ, ਤਾਂ ਸੌਖਾ ਜਿਹਾ ਲੱਗਦਾ ਹੈ। ਉਸ ਤਰ੍ਹਾਂ 83 ਲੱਖ 99,000 ਤੇ 999 ਬਣਦੇ ਨੇ ਮਨੁੱਖ ਸਰੀਰ ਤੋਂ ਬਿਨਾਂ। ਇੰਨਾ ਚੱਕਰ ਕੱਟਣ ਤੋਂ ਬਾਅਦ ਮਨੁੱਖ ਦੀ ਦੇਹੀ ਵਿੱਚ ਹੈ। 20 ਲੱਖ ਅਸਤਾਬਰ ਜਾਵੋ, 9 ਲੱਖ ਜਲਚਰ ਸਭ ਮਾਨੋ, 11 ਲੱਖ ਪੂਰਵ ਕਵੀ ਗਾਏ, ਪੰਖੀ ਗਣ 10 ਲੱਖ ਬਤਾਏ, 3 ਲੱਖ ਪਸ ਜਾਨੋ ਭਾਈ, 4 ਲੱਖ ਬਾਨਣ ਦੁਖਦਾਈ, ਜਬ 84 ਜੋਨ ਕਟ ਆਵੇ ਤੋ ਮਾਨਸ ਕੀ ਦੇਹ ਕੋ ਪਾਵੇ, ਤਾਂ ਮਨੁੱਖਾ ਦੇਹ ਨੂੰ ਪਾਉਂਦਾ ਹੈ। ਇਹ ਤੈਨੂੰ ਐਵੇਂ ਨਹੀਂ ਮਿਲੀ ਹੈ। ਭਾਗਾਂ ਨਾਲ ਪ੍ਰਾਪਤ ਹੋਈ, ਭਈ ਪ੍ਰਾਪਤ ਮਾਨੁਖ ਦੇ ਹਰੀਆ ਗੋਬਿੰਦ ਮਿਲਣ ਕੀ, ਇਹ ਤੇਰੀ ਬਰੀਆ। ਨਾਨਕ ਨਾਮ ਸੰਭਾਲ ਤੂੰ, ਭਾਈ ਨਾਮ ਦੀ ਸੰਭਾਲ ਕਰ ਤੂੰ, ਜੇ ਸੰਭਾਲ ਕਰ ਹੁੰਦੀ ਹੈ। ਸੋ ਦਿਨ ਨੇੜਾ ਆਇਓ, ਤੇਰਾ ਤਾਂ ਉਹ ਦਿਨ ਮੌਤ ਦਾ ਨਾ ਜਿਹੜਾ ਬਹੁਤ ਨਜ਼ਦੀਕ ਆ ਗਿਆ ਹੈ। ਫਰੀਦ ਸਾਹਿਬ ਕਹਿੰਦੇ, ਦੇਖ ਫਰੀਦਾ ਜੋ ਥੀਆ ਦਾੜੀ ਹੋਈ ਭੂਰ, ਅੱਗੋਂ ਨੇੜਾ ਆਇਆ ਪਿੱਛਾ ਰਿਹਾ ਦੂਰ ਹੋ ਗਿਆ ਹੈ। ਸ੍ਰੀ ਰਾਗ ਮਹੱਲਾ ਪੰਜਵਾ। ਸ੍ਰੀ ਰਾਗ ਦੇ ਅੰਦਰ ਪੰਜਵੇਂ ਪਾਤਸ਼ਾਹ ਕੀ ਕਿਰਪਾ ਕਰਦੇ ਹਨ ਜੀ। ਚਿੱਤਰ ਵਸੈ ਸੁਹੇਲੜੀ, ਇੱਕ ਮਰਿਆ ਪਿਆ ਸੀ ਬੰਦਾ, ਤੇ ਉਹ ਇੱਕ ਸੰਤ ਵੀ ਆ ਗਿਆ ਉੱਥੇ। ਉਹਦਾ ਸੀ ਦੇਖ ਕੇ ਉਹਦੀ ਜਿਹੜੀ ਦੇਹ ਸੀ ਉਹਦੇ ਵੱਲ ਦੇਖ ਕੇ ਮਹਾਰਾਜ ਉਪਦੇਸ਼ ਦਿੰਦੇ ਆ ਸਿੱਖਾਂ ਨੂੰ, ਤੇ ਆਪਣੇ ਸਿੱਖਾਂ ਨੂੰ ਕਹਿੰਦੇ ਵੀ ਦੇਖੋ ਭਾਈ, ਜਿਹੜੀ ਦੇਹ ਵਿਸ਼ਿਸ਼ਟ ਬੁੱਧੀ ਹੈ, ਭਾਵ ਇਸ ਬੁੱਧ ਨੂੰ ਜਿਹੜਾ ਦੇਹ ਨੂੰ ਆਪਣਾ ਰੂਪ ਮੰਨਦੀ ਹੈ ਨਾ, ਉਹਨੂੰ ਵਿਸ਼ਿਸ਼ਟ ਬੁੱਧ ਕਹਿੰਦੇ ਹੈ। ਦੇਹ ਵਿਸ਼ਿਸ਼ਟ ਬੁੱਧ ਹੈ। ਉਹ ਆਪਣੇ ਆਪ ਨੂੰ ਸਮਝੀ ਬੈਠਾ ਸੀ ਵੀ ਮੈਂ ਇਹ ਦੇਹ ਦੇ ਚੋਂ ਕਦੇ ਨਿਕਲਣਾ ਹੀ ਨਹੀਂ। ਉਹ ਵਿਰਾਗੀ ਸੰਤ ਆ ਗਿਆ, ਉਹਨੂੰ ਵੀ ਫਿਰ ਮੈਂ ਇਕੱਠਾ ਹੀ ਉਪਦੇਸ਼ ਦਿੰਦੇ ਆ, ਕਹਿੰਦੇ ਦੇਖੋ ਭਾਈ ਸੁਣਨਾ ਕਰੋ। ਚਿੱਤਰ ਵਸੈ ਸੁਹੇਲੜੀ, ਇਹ ਦੇਹ ਨੂੰ ਕਹਿੰਦੇ ਜਿੰਨੀ ਦੇਰ ਤੱਕ ਸਹੇਲੜੀ ਸੁਖੀ ਵਸਿਆ, ਤਿਚਰ ਵਸਿਆ ਸੁਹੇਲੜੀ, ਉਹਨਾਂ ਚਿਰ ਸੁਖੀ ਵਸਦੀ ਸੀ ਤੂੰ। ਜਿਚਰ ਸਾਥੀ ਨਾਲ, ਤੇਰਾ ਸਾਥੀ ਜੀਵ ਆਤਮਾ ਜਿੰਨਾ ਚਿਰ ਸਾਥੀ ਨਾਲ ਸੀ ਤੇਰੇ। ਜਦ ਸਾਥੀ ਉੱਠੀ ਚੱਲਿਆ, ਜਦੋਂ ਜੀਵ ਆਤਮਾ ਰੂਪੀ ਸਾਥੀ ਬਾਸ਼ਨਾ ਅਨੁਸਾਰ ਪਰਾਲਬਧ ਪੂਰੀ ਹੋਣ ਤੋਂ ਤੈਨੂੰ ਛੱਡ ਕੇ ਦੇਹ ਨੂੰ ਪਰਲੋਕ ਨੂੰ ਚਲਿਆ ਗਿਆ ਹੈ। ਤਾਂ ਤਨ ਖਾਕੂ ਰਾਲ, ਤਨ ਨਾਮ ਹੈ ਇਸਤਰੀ ਦਾ, ਦੇਹ ਰੂਪੀ ਇਸਤਰੀ। ਖਾਕੂ ਨਾਮ ਮਿੱਟੀ ਦਾ ਹੈ, ਮਿੱਟੀ ਦੇ ਨਾਲ ਰੁਲ ਜਾਏਗੀ, ਚੇਖਾ 'ਚ ਪੈ ਕੇ ਸੜ ਜਾਏਗੀ, ਜਾਂ ਕਬਰਾਂ 'ਚ ਗਲ ਜਾਏਗੀ, ਜਾਂ ਪਾਣੀ ਦੇ ਵਿੱਚ ਗਲ ਜਾਏਗੀ। ਇਹ ਤੇਰੀ ਹਾਲਤ ਹੋਊਗੀ ਸਾਥੀ ਤੋਂ ਬਿਨਾ। ਮਨ ਬੈਰਾਗ ਭਇਆ, ਮਨੁੱਖਾ ਸਰੀਰ 'ਚ ਹਾਲ ਦੇਖ ਕੇ ਮੇਰੇ ਮਨ ਦੇ ਵਿੱਚ ਕਹਿੰਦੇ ਬੈਰਾਗ ਪੈਦਾ ਹੋ ਗਿਆ ਹੈ। ਦਰਸ਼ਨ ਦੇਖਣ ਕਾ ਚਾਉ, ਚੇਤਨ ਪ੍ਰਭੂ ਦੇ ਦਰਸ਼ਨ ਦੀਦਾਰ ਦੇਖਣ ਦਾ ਚਾਅ ਉਤਸ਼ਾਹ ਪੈਦਾ ਹੋ ਗਿਆ ਹੈ। ਜੋ ਦੇਹ ਅੰਦਰ ਰਹਿੰਦਾ ਹੈ, ਜਿਸ ਤੋਂ ਬਿਨਾ ਇਹ ਦੇਹ ਮੁਰਦਾ ਹੋ ਜਾਂਦੀ ਹੈ। ਧਨ ਸੋ ਤੇਰਾ ਥਾਨ, ਹੇ ਵਾਹਿਗੁਰੂ ਤੇਰਾ ਉਹ ਸਤਸੰਗ ਰੂਪੀ ਥਾਨ ਟਿਕਾਣਾ ਧਨਤਾ ਦੇ ਯੋਗ ਹੈ ਜਿੱਥੇ ਤੂੰ ਰਹਿ ਰਿਹਾ ਹੈ, ਜਾਂ ਤੇਰਾ ਵੈਕੁੰਠ ਰੂਪੀ ਥਾਨ, ਸੱਚਖੰਡ ਰੂਪੀ ਥਾਨ, ਸੱਚਖੰਡ ਵਸਿਆ ਨਿਰੰਕਾਰ, ਉਹ ਧਨਤਾ ਦੇ ਯੋਗ ਹੈ। ਅਸਾਈ ਦੇ ਕੇ ਫਰਮਾਉਂਦੇ ਆ, ਜਿਚਰ ਵਸਿਆ ਕੰਤ ਘਰ, ਜਿੰਨੀ ਦੇਰ ਤੱਕ ਜੀਵ ਆਤਮਾ ਰੂਪੀ ਕੰਤ ਤੇਰੇ ਸਰੀਰ ਰੂਪੀ ਘਰ ਦੇ ਵਿੱਚ ਵਸਦਾ ਸੀ, ਰਹਿੰਦਾ ਸੀ। ਜੀਓ ਜੀਓ ਸਭ ਕਹਾਤ, ਉਹਨਾਂ 'ਚ ਸਾਰੇ ਜੀਓ ਜੀਓ ਜੀ ਜੀ ਕਹਿੰਦੇ ਸੀ। ਸਰਦਾਰ ਜੀ, ਲਾਲਾ ਜੀ, ਸਾਹਿਬ ਜੀ, ਸੰਤ ਜੀ, ਬਾਬਾ ਜੀ, ਪਿਤਾ ਜੀ, ਮਾਮਾ ਜੀ, ਨਾਨਾ ਜੀ, ਉਹਨੂੰ ਜੀ ਜੀ ਕਹਿੰਦੇ ਸੀ ਨਾ ਸਾਰੇ। ਉਹਨਾਂ ਤੇ ਸਾਰੇ ਜੀ ਜੀ ਕਹਿੰਦੇ ਸੀ। ਉਹ ਮਰ ਗਿਆ, ਪੁੱਛੋ ਹੁਣ ਫਿਰ ਨਾਨਾ ਬਾਬਾ ਜਿਹਨੇ ਰਿਸ਼ਤੇਦਾਰ ਪਤੀ ਪਤਨੀ ਸਭ ਕਿੱਥੇ ਗਿਆ ਰਿਸ਼ਤੇ, ਫੇਰ ਨਹੀਂ ਤੇ ਕੋਈ ਬਾਤ ਪੁੱਛਦਾ ਹੈ। ਇਸ ਕਰਕੇ ਜੀਓ ਜੀਓ ਸਭ ਕਹਾ ਤੋਂ ਉਹਨਾਂ 'ਚ ਜੀ ਜੀ ਕਹਿੰਦੇ ਨੇ। ਜਾ ਉੱਠੀ ਚਲਸੀ ਕੰਤੜਾ, ਇਹ ਜੀਵ ਆਤਮਾ ਰੂਪੀ ਕੰਤੜਾ ਪਤੀ ਜਦੋਂ ਰੱਬ ਦੇ ਹੁਕਮ ਵਿੱਚ ਉੱਠ ਕੇ ਚਲਿਆ ਗਿਆ ਪਰਲੋਕ ਨੂੰ, ਦੇਹ ਨੂੰ ਛੱਡ ਕੇ, ਤਾਂ ਕੋਈ ਨਾ ਪੁੱਛੇ ਤੇਰੀ ਬਾਤ। ਤੇਰੀ ਬਾਤ ਨਹੀਂ, ਦੇਹ ਨੂੰ ਕਹਿੰਦੇ ਤੇਰੀ ਨਹੀਂ ਫਿਰ ਵੀ ਕਿਸੇ ਨੇ ਪੁੱਛਣੀ ਬਾਤ। ਕਬਰ ਦੀ ਮਿੱਟੀ ਜਾਂ ਚਿਖਾ ਦੀ ਅਗਨੀ 5 ਤੱਤਾਂ ਦੀ ਵਿਲੀਨ ਹੋ ਜਾਏਗੀ, ਤੇਰੀ ਕਿਸੇ ਨੇ ਬਾਤ ਨਹੀਂ ਪੁੱਛਣੀ। ਪ੍ਰਾਣ ਨਿਕਲਣ ਤੋਂ ਬਾਅਦ ਸੰਬੰਧੀ ਵੀ ਪਰਾਏ ਹੋ ਜਾਂਦੇ ਨੇ। ਘਰ ਕੀ ਨਾਰ ਬਹੁਤ ਇhtiyat ਸਿਓ, ਸਦਾ ਰਹਿਤ ਸੰਗ ਲਾਗੀ, ਜਾ ਵੀ ਹੰਸ ਤਜੀ ਏਕ ਆਇਆ, ਪ੍ਰੇਤ ਪ੍ਰੇਤ ਕਰ ਭਾਗੀ।
ਆਪਣੇ ਆਪਣੇ ਤਰੀਕਿਆਂ ਦੇ ਨਾਲ ਮੁਰਦੇ ਦੇਹ ਨੂੰ ਸਮੇਟਣ ਦੇ ਲਈ ਕੋਈ ਅਗਨੀ ਵਿੱਚ ਦਾਹ ਸੰਸਕਾਰ ਕਰਦਾ ਹੈ, ਕੋਈ ਕਬਰਾਂ 'ਚ ਦਫਨਾ ਦਿੰਦਾ ਹੈ, ਕੋਈ ਜਲ ਪ੍ਰਵਾਹ ਕਰ ਦਿੰਦਾ ਹੈ, ਤੇ ਕਈਆਂ ਨੂੰ ਕੁੱਤੇ ਬਿੱਲੇ ਖਾ ਜਾਂਦੇ ਆ। ਇਹ ਸੰਸਕਾਰ ਕਰਦੇ, ਇੱਕ ਦੱਬੈ ਇੱਕ ਦੱਜੀਆ ਹੈ, ਇੱਕ ਨਾ ਕੁੱਤੇ ਖਾਹੇ, ਇੱਕ ਪਾਣੀ ਵਿੱਚ ਉਹ ਸੱਟੀਆ ਹੈ, ਇੱਕ ਭੀ ਫਿਰ ਹੱਸਣ ਪਾਹੇ। ਇਹ ਹਾਲਤ ਹੋਏਗੀ। ਪਈੜਾ ਸਹੁ ਸੇਵ ਤੂੰ, ਹੇ ਜੀਵ ਰੂਪ ਇਸਤਰੀ, ਹੇ ਵਿਸ਼ਿਸ਼ਟ ਬੁੱਧ। ਵਿਸ਼ਿਸ਼ਟ ਬੁੱਧ ਉਸ ਨੂੰ ਕਿਹਾ ਜਿਹੜੀ ਅਗਿਆਨ ਬਸ ਸਰੀਰ ਨੂੰ ਆਪਣਾ ਰੂਪ ਮੰਨੀ ਬੈਠੀ ਹੈ, ਇਹ ਜਾਣਨਾ। ਹੇ ਵਿਸ਼ਿਸ਼ਟ ਬੁੱਧ, ਤੂੰ ਪਈੜੇ ਇਸ ਮਾਤ ਲੋਕ ਰੂਪੀ ਪੇਕੇ ਘਰ ਦੇ ਵਿੱਚ ਸਹੁ ਕੰਤ ਕੌਣ ਹੈ? ਵਾਹਿਗੁਰੂ। ਪਤੀ ਪਰਮਾਤਮਾ ਨੂੰ ਸੇਵਨਾ ਕਰ ਤੂੰ। ਜੇ ਉਹਨੂੰ ਸੇਵਨਾ ਕਰੇਗੀ ਸਹੁਰੇ ਸੁਖ ਵਸ, ਤਾਂ ਪਰਲੋਕ ਰੂਪੀ ਸਹੁਰੇ ਘਰ ਦੇ ਵਿੱਚ ਸੁਖੀ ਵਸੇਗੀ। ਜਿਹੜੀ ਔਰਤ ਪੇਕੇ ਘਰ ਦੇ ਰਹਿੰਦੀ ਮਾਤਾ ਪਿਤਾ ਨੇ ਜਾਂ ਬਿਰਧ ਬੀਬੀਆਂ ਨੇ ਉਹਨੂੰ ਜਾਚ ਨਹੀਂ ਸਿਖਾਈ ਸਹੁਰੇ ਘਰ ਜਾ ਕੇ ਕਿਵੇਂ ਰਹਿਣਾ, ਉਹ ਸਾਸ ਹੀ ਸਾਰੀ ਉਮਰ ਕਲੇਸ਼ ਦਾ ਕਾਰਨ ਬਣ ਜਾਂਦੀ ਹੈ। ਪਤੀ ਨੂੰ ਵੀ ਦੁੱਖ ਦਿੰਦੀ ਹੈ, ਨਣਦਾਂ ਤੋਂ, ਜਠਾਣੀਆਂ ਤੋਂ, ਦਰਾਣੀਆਂ ਤੋਂ, ਸੱਸ ਤੋਂ, ਸਭ ਤੋਂ ਮਿਹਣੇ ਖਾਂਦੀ ਹੈ। ਤੈਨੂੰ ਤਾਂ ਚੱਜ ਹੀ ਕੋਈ ਨਹੀਂ ਹੈ, ਕਹੇ ਜੇ ਗਏ ਵੇ ਘਰ ਦੇ ਆ ਗਈ, ਤੈਨੂੰ ਤਾਂ ਅਕਲ ਕੋਈ ਨਹੀਂ, ਨਿਰਾਦਰ ਪਾਉਂਦੀ ਹੈ। ਸਾਸ ਜੀ ਇੱਕ ਐਸੀ ਬੀਬੀ ਅਮੀਰ ਘਰਾਣੇ 'ਚ ਪਲੀ ਤੇ ਬਹੁਤ ਅਮੀਰ ਘਰਾਣੇ 'ਚ ਵਿਆਹੀ ਗਈ। ਮੈਂ ਦੋਨਾਂ ਘਰਾਣਿਆਂ ਨੂੰ ਜਾਣਦਾ, ਪਰ ਮੈਂ ਜਾਣ ਕੇ ਨਾਂ ਨਹੀਂ ਲੈਂਦਾ, ਮੈਂ ਜਾਣਦਾ ਨੇੜੇ ਤੋਂ। ਐਡੇ ਵਧੀਆ ਘਰ ਦੇ 'ਚ ਵਿਆਹੀ ਗਈ ਤੇ ਬਹੁਤ ਅਰਬਾਂ ਕੀ ਖਰਬਾਂ ਦੇ ਮਾਲਕ ਸਨ, ਤੇ ਇਧਰ ਵੀ ਚੰਗਾ ਪੇਕਾ ਘਰ ਸੀ। ਉਹ ਪਤੀ ਉਹਦਾ ਕਹਿੰਦਾ ਭਾਗਵਾਨ ਨੇ ਰੋਟੀ ਬਣਾ। ਕਹਿੰਦੀ ਸਰਦਾਰ ਜੀ ਵੀ ਸਾਡੇ ਤਾਂ ਨੌਕਰ ਰੱਖੇ ਵੀ, ਮੈਂ ਤਾਂ ਕਦੇ ਰੋਟੀ ਬਚਪਨ ਤੋਂ ਲਾਹੀ ਨਹੀਂ, ਨਾ ਮੈਨੂੰ ਦਾਲ ਬਣਾਉਣੀ ਆਉਂਦੀ ਹੈ, ਨਾ ਸਬਜ਼ੀ ਬਣਾਉਣੀ ਆਉਂਦੀ ਹੈ, ਮੈਂ ਤਾਂ ਕਦੇ ਰੋਟੀ ਬਣਾਈ ਨਹੀਂ। ਉਹਦੀ ਸੱਸ ਮਾਂ ਕਹਿਣ ਲੱਗੀ, ਬੇਟਾ ਮੇਰੇ ਪੁੱਤ ਨੂੰ ਤਾਂ ਰੋਟੀ ਨੌਕਰਾਂ ਦੇ ਹੱਥੋਂ ਕਦੇ ਖਾਧੀ ਨਹੀਂ ਇਹਨੇ, ਸਾਡੇ ਘਰ ਦੀ ਪਰੰਪਰਾ ਹੋ ਰਿਹਾ, ਫਿਰ ਤੁਹਾਡੇ ਘਰ ਦੀ ਹੋ ਰਿਹਾ। ਮੈਂ ਤਾਂ ਆਪਣੀ ਧੀ ਨੂੰ ਵੀ ਰੋਟੀ ਬਚਪਨ 'ਚ ਸਿਖਾਈ ਪਕਾਉਣੀ, ਪੁੱਤ ਸਿੱਖ ਲੈ। ਕਹਿੰਦਾ ਨਹੀਂ ਨਹੀਂ ਬੇਬੇ ਤੂੰ ਚੁੱਪ ਕਰ ਜਾ। ਉਹ ਲੜਕਾ ਬੋਲਿਆ, ਬੇਬੇ ਤੂੰ ਚੁੱਪ ਕਰ ਜਾ ਮਾਤਾ। ਉਹਨੂੰ ਕਹਿੰਦਾ ਭਾਗਾਂ ਵਾਲੀਏ ਦੇਖ ਆਪਣਾ ਝਗੜਾ ਕੋਈ ਨਹੀਂ, ਕੱਪੜੇ ਪਾ ਲੈ, ਤਿਆਰ ਹੋ ਜਾ। ਤਿਆਰ ਹੋ ਗਈ, ਗੱਡੀ 'ਚ ਬਿਠਾਈ, ਲੈ ਕੇ ਆ ਗਿਆ। ਆ ਕੇ ਆਪਣੇ ਸੱਸ ਸਹੁਰੇ ਨੂੰ ਬਿਠਾ ਕੇ ਕਹਿੰਦਾ ਜੀ ਮੇਰੀ ਇੱਕ ਹੱਥ ਜੋੜ ਕੇ ਬੇਨਤੀ ਹੈ, ਕੋਈ ਝਗੜਾ ਨਹੀਂ ਸਾਡਾ, ਮੈਂ ਬਹੁਤ ਪਿਆਰ ਕਰਦਾ ਪਤਨੀ ਨਾਲ, ਇਹ ਵੀ ਮੈਨੂੰ ਬਹੁਤ ਪਿਆਰ ਕਰਦੀ ਹੈ, ਤੁਹਾਡੀ ਧੀ ਹੈ, ਆ ਬੈਠੀ ਹੈ, ਜਦੋਂ ਰੋਟੀਆਂ ਪਕਾਉਣੀਆਂ ਸਿੱਖ ਜੂ, ਜਦੋਂ ਦਾਲ ਬਣਾਉਣੀ ਸਿੱਖ ਜੂ, ਮੈਨੂੰ ਫੋਨ ਕਰ ਦਿਓ ਤੇ ਮੈਂ ਲੈ ਜਾਊਂਗਾ। ਇਸੇ ਤਰ੍ਹਾਂ ਹੋਇਆ ਸਾਧ ਸੰਗਤ ਜੀ, ਉਹਨੂੰ ਰੋਟੀ ਸਿਖਾ ਲਈ, ਫਿਰ ਜਾ ਕੇ ਰੋਟੀ ਪਕਾਉਂਦੀ ਰਹੀ। ਜਿਹਨੇ ਪਈੜੇ ਸਹੁ ਸੇਵ ਤੂੰ, ਸਹੁਰੜੇ ਸੁਖ ਬਸ। ਜਿਹਨੇ ਚੱਜ ਅਚਾਰ ਹੀ ਨਹੀਂ ਸਿੱਖਿਆ, ਫਿਰ ਉਹਦੀ ਹਾਲਤ ਇਹ ਹੁੰਦੀ ਹੈ, ਧੱਕੇ ਖਾਂਦੀ ਹੈ। ਤੇ ਇਹ ਚੱਜ ਅਚਾਰ, ਇਹ ਪ੍ਰਮਾਣ ਦਿੱਤਾ ਹੈ ਮਹਾਰਾਜ ਨੇ। ਪੇਕਾ ਕਰ ਕੀ ਆ ਮਾਤ ਲੋਕ, ਸਹੁਰਾ ਪਰਲੋਕ ਦੇ ਵਿੱਚ ਜਾ ਕੇ ਉੱਥੇ ਫਿਰ ਮਾਰ ਕੁੱਟ ਪਊ, ਨਿਰਾਦਰ ਹੋਊਗਾ। ਗੁਰਮਿਰ ਚੱਜ ਆਚਾਰ ਸਿੱਖ। ਜੀਵ ਕਹਿੰਦਾ ਜੀ ਮੈਂ ਕਿੱਥੇ ਸਿੱਖਾਂ ਚੱਜ ਅਚਾਰ, ਉਹ ਬੀਬੀ ਤਾਂ ਚਲੋ ਮਾਂ ਪਿਓ ਸਿੱਖ ਲਈ, ਕਹਿੰਦੇ ਇੱਥੇ ਸੰਤ ਰੂਪ ਸਖੀਆਂ ਸਿਖਾਉਣ ਵਾਲੀਆਂ, ਇੱਥੇ ਗੁਰੂ ਹੈ ਜਿਹੜਾ ਤੈਨੂੰ ਚੱਜ ਅਚਾਰ ਸਿਖੂ। ਉਹ ਸੱਚੀ ਇਸਤਰੀ ਵਾਂਗ ਸਤਿਗੁਰੂ ਨੂੰ ਮਿਲ, ਗਿਆਨ ਰੂਪੀ ਚੱਜ ਢੰਗ ਸਿੱਖ, ਕਰਮਾਂ ਦਾ ਆਚਾਰ ਵਿਵਹਾਰ ਸਿੱਖਣਾ ਕਰ, ਰਹਿਤ ਵਹਿਤ ਸਿੱਖਣਾ ਕਰ। ਤੁਧ ਕਦੇ ਨਾ ਲੱਗੇ ਦੁੱਖ, ਤੈਨੂੰ ਫੇਰ ਪ੍ਰਲੋਕ ਦੇ ਕਦੇ ਦੁੱਖ ਨਹੀਂ ਲੱਗੇਗਾ। ਸਭਨਾ ਸਹੁਰਾ ਅੰਜਣਾ। ਇਹ ਭਾਈ ਸਭਨਾ ਜੀਵਾਂ ਨੇ, ਇਸਤਰੀਆਂ ਜਿਵੇਂ ਪ੍ਰਲੋਕ ਇਹ ਲੋਕ ਦੇ ਵਿੱਚ ਹੀ ਦੇਖਦੇ ਹਾਂ ਆਪਾਂ, ਪੇਕਾ ਘਰ ਛੱਡ ਕੇ ਸਹੁਰੇ ਜਾਂਦੀਆਂ ਨੇ, ਤੇ ਜੀਵ ਨੇ ਪ੍ਰਲੋਕ ਰੂਪੀ ਸਹੁਰੇ ਘਰ ਸਭ ਨੇ ਜਾਣਾ। ਮੰਝਣਾ ਨਾਮ ਜਾਣਦਾ, ਸਭਨਾਂ ਨੇ ਜਾਣਾ ਹੈ ਭਾਈ, ਮਰਨਾ ਸਭਨਾਂ ਨੇ ਹੈ। ਸਭ ਮੁਕਲਾਵਣ ਹਾਰ। ਮੁਕਲਾਵਾ ਜਿਹੜਾ ਹੈ ਤੇ ਇਹਦੇ ਦੋ ਅਰਥ ਬਣਦੇ ਆ। ਮੁਕ ਨਾਮ ਮੁੱਕ ਜਾਣਦਾ ਹੈ, ਲਾਵਾ ਨਾ ਲੈ ਜਾਣਦਾ ਹੈ, ਤੇ ਭਾ ਮੁਕਾ ਕੇ ਲੈ ਜਾਣਾ, ਕਾਲ ਤੈਨੂੰ ਮੁਕਾ ਕੇ ਲੈ ਜਾਊਗਾ, ਇਹਨੂੰ ਮੁਕਲਾਵਾ ਕਹਿੰਦੇ ਨੇ। ਮੁਕਲਾਵਾ ਨਾਮ ਮੋਕਲੇ ਦਾ ਹੈ। ਜਦੋਂ ਬੀਬੀ ਦਾ ਮੁਕਲਾਵਾ ਹੋ ਜਾਵੇ, ਉਹ ਮੋਕਲਾਪਣ ਹੋ ਗਿਆ। ਕਦੇ ਸਹੁਰਿਆਂ ਤੋਂ ਪੇਕੇ ਵੀ ਆ ਸਕਦੇ ਆ ਮਿਲਣ, ਪੇਕਿਆਂ ਤੋਂ ਸਹੁਰੇ ਵੀ ਜਾ ਸਕਦੇ, ਮੋਕਲਾ ਜਾ ਹੋ ਗਿਆ ਮੁਕਲਾਵਾ, ਉਹਨੂੰ ਕਹਿੰਦੇ ਐ। ਇਹਦੇ ਕਈ ਅਰਥ ਕੀਤੇ ਹੈ, ਤੇ ਸਭ ਮੁਕਲਾਵਾ ਦੁਬਾਰੇ ਬੋਲਦੇ ਜੀ। ਸਭ ਮੁਕਲਾਵਣ ਹਾਰ। ਇਹ ਸਾਰੀ ਮੁਕਲਾਵਣ ਹਾਰ ਕੀ, ਮੁਕਲਾਵਾ ਕੇ ਵਿਆਹ ਕਰ ਦਿੰਦੇ ਸੀ, ਮੁਕਲਾਵਾ ਬਾਅਦ ਚ ਹੁੰਦਾ ਸੀ। ਕਹਿੰਦੇ ਜਮਦੂਤਾਂ ਨੇ ਆਉਣਾ ਮੁਕਲਾਵਾ ਲੈਣ ਵਾਸਤੇ, ਕਾਲ ਆਊਗਾ ਤੈਨੂੰ ਮੁਕਲਾਵਾ ਲੈਣ ਲਈ, ਲੈ ਜਾਊਗਾ ਪਰਲੋਕ ਨੂੰ, ਸਭਨਾ ਸਹੁਰੇ ਬੰਝਣਾ। ਇੱਕ ਵਾਰੀ ਦੀ ਗੱਲ ਹੈ, ਮਹਾਰਾਜਾ ਪਟਿਆਲਾ ਭੁਪਿੰਦਰ ਸਿੰਘ, ਉਹ ਸੰਤ ਬਾਬਾ ਅਤਰ ਸਿੰਘ ਮਸਤੂਆਣੇ ਮਹਾਂਪੁਰਸ਼ਾਂ ਨੂੰ ਕਹਿੰਦਾ ਮਹਾਰਾਜ ਜੀ ਵੀ, ਕਿਉਂਕਿ ਕਥਾ ਕੀਰਤਨ ਕਰਾਉਂਦਾ ਰਹਿੰਦੇ ਸੀ। ਸੰਤ ਬਾਬਾ ਆਨੰਦ ਸਿੰਘ ਕਲੇਰਾਂ ਵਾਲਿਆਂ ਦਾ ਵੀ, ਇਹ ਸੰਤ ਸੇਵੀ ਸੀ ਵੈਸੇ ਰਾਜਾ। ਉਹ ਕਹਿੰਦਾ ਮਹਾਰਾਜ ਜੀ ਵੀ ਜਿਹੜਾ ਤੁਸੀਂ ਕਈਆਂ ਦੇ ਨਾਮ ਜਪਣਾ ਚਾਹੀਦਾ ਹੈ, ਕਹਿੰਦਾ ਵੀ ਮੈਨੂੰ ਤਾਂ ਇੰਨਾ ਕੁ ਸਮਝ ਆਇਆ ਵੀ ਆਇਆ ਅੰਤ ਜਿਹਾ ਗਧਾ ਆਖੇ ਤਿਹਾ ਸੰਤ। ਜਿਹੜਾ ਨਾਮ ਜਪਣ ਵਾਲਾ ਉਹ ਵੀ ਹੈ, ਜਾਏ ਗਧਾ ਮਰ ਗਿਆ ਤਾਂ ਵੀ ਮੌਤ ਤਾਂ ਮੌਤ ਹੀ ਹੈ। ਮਹਾਂਪੁਰਖ ਕਹਿੰਦੇ ਭਾਈ ਅਗਿਆਨ ਦੇ ਵਿੱਚ ਹੈ ਤੂੰ, ਰਾਜਨ ਐਉਂ ਨਹੀਂ ਹੈ। ਕਹਿੰਦੇ ਹੋਰ ਕਿਵੇਂ ਹੈ?
ਤੇ ਮਹਾਂਪੁਰਸ਼ ਕਹਿੰਦੇ ਜਿਹਨੇ ਪੇਕੇ ਘਰ ਦੇ ਵਿੱਚ ਚੱਜ ਚਾਰਨਾ ਸਿੱਖਿਆ ਹੋਵੇ ਸਹੁਰੇ ਨਰਾਦਰ ਨਹੀਂ ਹੁੰਦਾ ਉਹਦਾ? ਕਹਿੰਦੇ ਜੀ ਹੁੰਦਾ ਹੈ। ਕਹਿੰਦੇ ਜਿਹੜੇ ਸਹੁਰੇ ਘਰ ਦੇ ਵਿੱਚ ਨਰਾਦਰ ਹੋ ਰਿਹਾ, ਪੇਕੇ ਆਵੇ ਤਾਂ ਉੱਥੇ ਉਹ ਕਹਿੰਦੇ ਤੂੰ ਨਹੀਂ ਕੱਟ ਰਹੀ, ਉੱਥੇ ਦੋਨਾਂ ਪੱਖਾਂ 'ਤੇ ਨਰਾਦਰ ਹੁੰਦਾ ਹੈ। ਕਹਿੰਦੇ ਜਾਣਾ ਤਾਂ ਸਭ ਨੇ ਹੈ, ਪਰਲੋਕ ਸਹੁਰਾ ਘਰ ਹੈ, ਪਰ ਇੱਕ ਗੱਲ ਦਾ ਧਿਆਨ ਰੱਖੀ, ਕਹਿੰਦੇ ਜਿਹੜੀਆਂ ਸੁਹਾਗਣਾਂ ਸੰਤ ਰੂਪ ਸਖੀਆਂ ਸਭਨਾਂ ਸਹੁਰੇ ਵੰਜਣਾ ਸਭ ਮੁਕਲਾਵਨਹਾਰ, ਪਰ ਇੱਕ ਗੱਲ ਦਾ ਫਰਕ ਹੈ। ਉਹ ਫਰਕ ਕੀ ਹੈ? ਕਹਿੰਦੇ ਧਨਤਾ ਦੇ ਯੋਗ ਕੌਣ ਹਨ? ਧਨਤਾ ਦੇ ਯੋਗ ਸੰਤ ਬਣਨਗੇ। ਧਨਤਾ ਦੇ ਯੋਗ ਨੇ ਜੀ ਚੱਜ ਆਚਾਰ ਸਿੱਖਿਆ, ਸਹੁਰੇ ਘਰ ਜਾ ਕੇ ਕਹਿੰਦੇ ਧੰਨ ਹੈ ਵੀ ਤੇਰੀ ਮਾਤਾ ਪਿਤਾ ਤੈਨੂੰ ਇੰਨਾ ਵਧੀਆ ਕੰਮ ਸਿਖਾਇਆ ਤੇ ਕਦੇ ਸੋਚਿਆ ਵੀ ਨਹੀਂ ਜੀ ਨੂੰ ਆਜੂਗੀ ਸਾਡੇ। ਕਹਿੰਦੇ ਇਸੇ ਤਰ੍ਹਾਂ ਜਿਹੜੀ ਕਚੱਜੀ ਹੈ ਉਹਦੇ ਛਿੱਤਰ ਪੈਂਦੇ ਆ, ਉਹਦਾ ਨਿਰਾਦਰ ਹੁੰਦਾ ਹੈ। ਕਹਿੰਦੇ ਇਸ ਤਰ੍ਹਾਂ ਕਹਿੰਦੇ ਜਿਸ ਵੇਲੇ ਪਰਲੋਕ ਨੂੰ ਜਾਣਾ, ਜਿਹੜੇ ਸੰਤਾਂ ਨੇ ਫਿਰ ਗਹਿਰੀ ਚੋਟ ਮਾਰੀ, ਜਿਹੜੇ ਵਿਸ਼ਈ ਲੋਕ ਨੇ, ਜਿਹੜੇ ਨਸ਼ਈ ਲੋਕ ਨੇ, ਚਾਹੇ ਰਾਜੇ ਮਹਾਰਾਜੇ ਹੋਣ, ਕਹਿੰਦੇ ਮਰ ਕੇ ਬਾਹਰ ਫਿਰ ਜਮਦੂਤਾਂ ਦੀ ਮਾਰ ਖਾਣੀ ਪੈਂਦੀ ਹੈ। ਜਿਹੜੇ ਸੰਤ ਜਨ ਕਹਿੰਦੇ ਉਹ ਆਦਰ ਦੇ ਸਹਿਤ ਜਾਂਦੇ ਨੇ। ਇਹ ਇੰਨਾ ਕੁ ਫਰਕ ਜਾਣਨਾ। ਕਹਿੰਦਾ ਅੱਛਾ ਜੀ ਵੀ ਮੈਨੂੰ ਪਤਾ ਨਹੀਂ ਸੀ ਪਹਿਲਾਂ, ਤੇ ਸਹੁਰੇ ਟੋਈ ਨਾ ਲੈ ਪਈਏ ਨਾ ਹੀ ਥਾਂ, ਫਿਰ ਵਾਤੜੀ ਨਾ ਪੁੱਛੀ ਧਨ ਸੁਹਾਗਣ ਨਾ ਹੋ। ਮਹਾਂਪੁਰ ਕਹਿੰਦੇ ਗੁਰਮੁਖ ਜਨਮ ਸਵਾਰ ਦਰਗਾਹ ਚੱਲਿਆ, ਉੱਥੇ ਆਹ ਤੁਕ ਪੜੀ ਸੀ ਸੰਤ ਬਾਬਾ ਅਤਰ ਸਿੰਘ ਮਸਤੂਆਂ ਨੇ, ਜਿਹੜੀ ਅਜੇ ਕਥਾ ਦੇ ਵਿੱਚ ਸਮਾਪਤੀ ਦੇ ਵੇਲੇ ਇਹ ਤੁਕ ਅਖੀਰਲੀ ਤੁਕ ਹੈ। ਅੱਗੇ ਦੱਸਦੇ ਹਨ ਜੇ ਨਾਨਕ ਧਨ ਸੁਹਾਗਣੇ। ਕਹਿੰਦੇ ਭਾਈ ਦੇਖ, ਇਸਤਰੀਆਂ ਦਾ ਮੁਕਲਾਵਾ ਸਾਰਿਆਂ ਦੇ ਹੁੰਦਾ, ਪਰ ਸ੍ਰੇਸ਼ਟ ਚੱਜ ਚਾਰ ਵਾਲੀ ਉਹਨੂੰ ਕੈਸਾ ਸਤਿਕਾਰ ਮਿਲਦਾ ਹੈ, ਤੇ ਉਹ ਜੀਵ ਨੂੰ ਕੈਸਾ ਸਤਿਕਾਰ ਵੇ? ਧਨਤਾ ਦੇ ਯੋਗ। ਨਾਨਕ ਧਨ ਸੁਹਾਗਣੀ, ਸੰਤ ਰੂਪ ਸੁਹਾਗਣੀਆਂ ਧੰਨ, ਜਿਨ੍ਹਾਂ ਨੇ ਆਪਣੇ ਪਤੀ ਪਰਮੇਸ਼ਰ ਵਾਹਿਗੁਰੂ ਦਾ ਪਿਆਰ ਰੱਖਿਆ, ਤੇ ਪਿਆਰ ਦਾ ਸਦਕਾ ਵਾਹਿਗੁਰੂ ਦੇ ਨਾਲ ਆਤਮਿਕ ਤੌਰ ਤੇ ਅਭੇਦ ਹੋ ਗਈਆਂ। ਤੇ ਇਹ ਪੰਕਤੀ ਦੁਬਾਰੇ ਬੋਲਦੇ ਜੀ, ਫਿਰ ਸਾਰੀ ਉੱਪਰ ਦੁਬਾਰੇ ਬੋਲੋ। ਨਾਨਕ ਧਨ ਸੁਹਾਗਣੀ ਜਿਨ ਸਹਿ ਨਾਲ ਪਿਆਰ। ਮਹਾਰਾਜ ਕਹਿੰਦੇ ਉਹ ਧਨਤਾ ਦੇ ਜੋ ਸੁਹਾਗਣੀਆਂ ਕੌਣ? ਗਿਆਨਵਾਨ, ਜਿਨ੍ਹਾਂ ਨੇ ਪਤੀ ਪਰਮੇਸ਼ਰ ਵਾਹਿਗੁਰੂ ਦੇ ਨਾਲ ਪਿਆਰ ਹੋ ਗਿਆ। ਜਿਨ ਸਹਿ ਨਾਲ ਪਿਆਰ, ਪਤੀ ਦੇ ਨਾਲ ਪਿਆਰ ਹੋਇਆ, ਉਹ ਜਿਉਂ ਜਲ ਮੇ ਜਲ ਆਏ ਖਟਾਨਾ, ਤੂੰ ਜੋਤੀ ਸੰਗ ਜੋਤ ਸਮਾਨਾ, ਮਿਟ ਗਏ ਗਰਮ ਪਾਏ ਵਿਸਰਾਨ, ਨਾਨਕ ਪ੍ਰਭ ਕਹਿ ਸਦ ਕੁਰਬਾਨ। ਇੱਥੇ ਸਮਾਪਤੀ ਹੈ ਜੀ। ਭੁੱਲਾਂ ਚੁੱਕਾਂ ਦੀ ਸਤਿਗੁਰ ਕੇ ਸਭਨਾ ਸਹੁਰਾ ਰੰਜਣਾ ਸਭ ਮੁਕਲਾਵਨਹਾਰ, ਨਾਨਕ ਧਨ ਸੁਹਾਗਣੀ ਜਿਨ ਸਹਿ ਨਾਲ ਪਿਆਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।